जयकार जय जयकार जय जयकार जय जयकार रंगमंच तेरी जय जयकार रंगमंच तेरी जय जयकार रंगमंच तेरी जय जयकार रंगमंच तेरी जय जयकार होवे नाट संपूर्ण साडा काया अंदर कण किरदार जय जयकार जय जयकार रंगमंच तेरी जय जयकार अदाकारी विच पूरा उतरे साडा हर अभिनेता बीते युग दा होवे राजा जापे अज दा नेता कलयुग दे किरदारा सदका देवे खोल दरेता शब्दी साण चढ़ावे ऐसी शब्दी साण चढ़ावे ऐसी जीतन चलदी सी तलवार जय जयकार जय जयकार रंगमंच तेरी जय जयकार रंगमंच तेरी जय जयकार रंगमंच तेरी जय जयकार। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਦਾਬ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਸੈਮ ਗੁਰਵਿੰਦਰ ਅੱਜ 20 ਮੰਚ ਤੇ ਤੁਹਾਡੇ ਸਾਹਮਣੇ ਲੈ ਕੇ ਆਇਆ ਜੋ ਸਾਡੇ ਇਸ ਲਾਕਡਾਊਨ ਦੇ ਦੌਰਾਨ ਚੱਲ ਰਿਹਾ ਪ੍ਰੋਗਰਾਮ। ਇੱਕ ਵਰਚੁਅਲ ਸਪੇਸ ਦੇ ਉੱਤੇ ਅਸੀਂ ਰੰਗਮੰਚ ਦੇ ਵਿੱਚ ਜੋ ਚੀਜ਼ਾਂ ਕਰ ਰਹੇ ਹਾਂ, ਮਤਲਬ ਅਸੀਂ ਚੁੱਪ ਨਹੀਂ ਬੈਠੇ, ਅਸੀਂ ਕਰ ਰਹੇ ਹਾਂ। ਜੈ ਰੰਗਮੰਚ, ਅਸੀਂ ਲੱਗੇ ਹੋਏ ਹਾਂ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਜੋ ਵੀ ਦਰਸ਼ਕ ਸਾਨੂੰ ਇਸ ਵਰਚੁਅਲ ਸਪੇਸ ਦੇ ਵਿੱਚ ਇਸ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਨੇ। ਹੁਣ ਤੱਕ ਤੋਂ ਜੋ ਵੀ ਸਾਡੀਆਂ ਪੇਸ਼ਕਾਰੀਆਂ ਨੇ ਉਹਨਾਂ ਬਾਰੇ ਮੈਂ ਇੱਕ ਛੋਟਾ ਜਿਹਾ ਵੇਰਵਾ ਦੇਵਾਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ। ਇਹਨਾਂ ਪੇਸ਼ਕਾਰੀਆਂ ਦੇ ਵਿੱਚ ਅਸੀਂ 21 ਜੂਨ ਨੂੰ ਇਹ ਪ੍ਰੋਗਰਾਮ ਜੋ ਸ਼ੁਰੂ ਕੀਤਾ ਸੀ, ਉਹਦੇ ਵਿੱਚ ਸਾਹਿਬ ਸਿੰਘ ਜੀ, ਫਿਰ ਕੀਰਤੀ ਕਿਰਪਾਲ ਜੀ, ਡਾਕਟਰ ਸੋਮਪਾਲ ਹੀਰਾ, ਸੁਦੇਸ਼ ਸ਼ਰਮਾ ਤੇ ਅਨੀਤਾ ਸ਼ਬਦੀਸ਼ ਵੱਲੋਂ ਜੋ ਹੁਣ ਤੱਕ ਜਿਹੜੀਆਂ ਹੈਗੀਆਂ ਪੇਸ਼ਕਾਰੀਆਂ ਦਿੱਤੀਆਂ ਜਾ ਚੁੱਕੀਆਂ ਨੇ। ਤੇ ਸੁਨਹਿਰੀ ਬੋਲਾਂ ਦੇ ਵਿੱਚ ਸਾਡੇ ਰੰਗਮੰਚ ਦੇ ਜਿਹੜੇ ਦਿੱਗਜ ਨੇ, ਜਿਹੜੇ ਸਾਡੇ ਬਾਬਾ ਬੋਰਡ ਨੇ, ਉਹਨਾਂ ਨੇ ਸਾਨੂੰ ਜਿਹੜਾ ਹੈਗਾ ਹੌਸਲਾ ਦਿੱਤਾ, ਸਾਡੇ ਹੌਸਲੇ ਵਧਾਏ। ਇਸ ਲਾਕਡਾਊਨ ਦੇ ਦੌਰਾਨ ਜਦੋਂ ਦੁਨੀਆ ਟੁੱਟ ਰਹੀ ਸੀ ਤਾਂ ਵੀ ਸਾਡੇ ਰੰਗਮੰਚ ਵਾਲਿਆਂ ਦੇ, ਸਾਡੇ ਥੀਏਟਰ ਵਾਲਿਆਂ ਦੇ ਹੌਸਲੇ ਬੁਲੰਦ ਨੇ ਤੇ ਇਹਨਾਂ ਸਾਰੇ ਹੀ ਅਜ਼ੀਮ ਰੰਗਮੰਚ ਦੇ ਬਿਹਤਰੀਨ ਲੋਕਾਂ ਨੇ ਸਾਨੂੰ ਹੌਸਲਾ ਦਿੱਤਾ। ਡਾਕਟਰ ਆਤਮਜੀਤ, ਵਰਿਆਮ ਮਸਤ, ਪ੍ਰੋਫੈਸਰ ਮਹਿੰਦਰ ਕੁਮਾਰ, ਪ੍ਰੋਫੈਸਰ ਰਾਣੀ ਬਲਬੀਰ ਕੌਰ, ਕੇਵਲ ਧਾਲੀਵਾਲ ਤੇ ਅੱਜ ਸਾਡੇ ਸਾਹਮਣੇ ਜੋ ਸ਼ਖਸੀਅਤਾਂ ਪੇਸ਼ ਹੋਣੀਆਂ ਸੁਨਹਿਰੀ ਬੋਲ ਲੈ ਕੇ, ਉਹਨਾਂ ਨੂੰ ਰੰਗਮੰਚ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ। ਉਹਨਾਂ ਦਾ ਨਾਮ ਜੋ ਹੈ ਉਹ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ, ਖਾਸ ਕਰਕੇ ਰੰਗਮੰਚ ਦੀ ਦੁਨੀਆ ਦੇ ਵਿੱਚ। ਸੋ ਉਹਨਾਂ ਦਾ ਜੋ ਨਾਮ ਆ, ਜੋ ਅੱਜ ਸਾਡੇ ਹੌਸਲੇ ਲਈ, ਸਾਡੇ ਸੁਨਹਿਰੀ ਬੋਲ, ਸਾਡੀ ਪੇਸ਼ਕਾਰੀ ਲਈ ਜੋ ਸੁਨਹਿਰੀ ਬੋਲ ਲੈ ਕੇ ਆ ਰਹੇ ਨੇ, ਉਹਨੇ ਡਾਕਟਰ ਸਤੀਸ਼ ਵਰਮਾ। ਤੇ ਜੋ ਸਾਡੀ ਪੇਸ਼ਕਾਰੀ ਕਰਨ ਜਾ ਰਹੇ ਨੇ ਉਹ ਨੇ ਡਾਕਟਰ ਕੁਲਦੀਪ ਦੀਪ। ਇਹ ਦੋਨੇ ਹੀ ਨਾਮ ਜਿਹੜੇ ਹੈਗੇ ਆ ਉਹ ਬੜੇ ਹੀ ਚਰਚਿਤ ਨਾਮ ਨੇ ਰੰਗਮੰਚ ਦੀ ਦੁਨੀਆ ਦੇ ਵਿੱਚ। ਤੇ ਅੱਜ ਦਾ ਜੋ ਪ੍ਰੋਗਰਾਮ ਦਾ ਵੇਰਵਾ ਹੈਗਾ, ਮੈਂ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਅਸੀਂ ਸੁਨਹਿਰੀ ਬੋਲ ਦੇ ਨਾਲ ਸ਼ੁਰੂਆਤ ਕਰਾਂਗੇ ਡਾਕਟਰ ਸਤੀਸ਼ ਵਰਮਾ, ਜੋ ਕਿ ਸਾਡੇ, ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕਾ ਕਿ ਰੰਗਮੰਚ ਦੀ ਦੁਨੀਆ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ। ਤੇ ਉਹਨਾਂ ਨੂੰ ਕਿਸੇ ਵੀ ਜਿਹੜੀ ਹੈਗੀ ਆ ਤੁਅਰਫ ਦੀ ਲੋੜ ਨਹੀਂ ਹੈਗੀ, ਕਿਸੇ ਪਹਿਚਾਣ ਦੀ ਲੋੜ ਨਹੀਂ ਹੈਗੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਉਹ ਸਾਡਾ ਹੌਸਲਾ ਵਧਾਉਣ ਲਈ ਆ ਰਹੇ ਨੇ। ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ, ਜਿਹੜੀ ਰੂਬਰੂ ਵਾਲੀ ਸ਼ਖਸੀਅਤ ਹੈ, ਉਹ ਵੀ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ। ਪਰ ਫਿਰ ਵੀ ਵਰਚੁਅਲ ਸਪੇਸ ਆ, ਹੋ ਸਕਦਾ ਇੱਥੇ ਰੰਗਮੰਚ ਨੂੰ ਲਾਈਵ ਦੇਖਣ ਵਾਲੇ ਨਾ ਹੋਣ, ਯਾਨੀ ਕਿ ਕਿਸੇ ਥੀਏਟਰ ਦੇ ਵਿੱਚ ਬੈਠ ਕੇ ਦੇਖਣ ਵਾਲੇ ਨਾ ਹੋਣ, ਹੋ ਸਕਦਾ ਉਹ ਇੱਥੇ ਦੇਖਣ। ਜਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਆ, ਜਿਨ੍ਹਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸਾਡੀਆਂ ਅਜ਼ੀਮ ਸ਼ਖਸੀਅਤਾਂ ਨੂੰ ਦੇਖ ਸਕੇ, ਉਹਨਾਂ ਬਾਰੇ ਜਾਣ ਸਕੇ। ਤਾਂ ਜਿਹੜਾ ਰੂਬਰੂ ਆ ਸਾਡਾ ਉਹ ਹੈ ਕੁਲਦੀਪ ਦੀਪ ਜੀ, ਡਾਕਟਰ ਕੁਲਦੀਪ ਦੀਪ ਜੀ। ਉਹਨਾਂ ਨਾਲ ਅਸੀਂ ਰੂਬਰੂ ਹੋਵਾਂਗੇ। ਉਸ ਤੋਂ ਬਾਅਦ ਪੇਸ਼ਕਾਰੀ ਜੋ ਹੈ ਡਾਕਟਰ ਕੁਲਦੀਪ ਦੀਪ ਦੀ ਪੇਸ਼ਕਾਰੀ ਹੈ,
ਤੇ ਬਾਕੀ ਦੀ ਜਿਹੜੀ ਚਰਚਾ ਹੈਗੀ ਉਹ ਅਸੀਂ ਪੇਸ਼ਕਾਰੀ ਤੋਂ ਬਾਅਦ ਕਰਾਂਗੇ। ਤਾਂ ਹੁਣ ਮੈਂ ਸੁਨਹਿਰੀ ਬੋਲ ਲੈ ਕੇ ਜੋ ਸਾਡੀ ਮਹਾਨ ਸ਼ਖਸੀਅਤ ਆ ਰਹੀ ਹੈ ਉਹਨਾਂ ਨੂੰ ਅਸੀਂ ਪੇਸ਼ ਕਰਾਂਗੇ। ਸੁਨਹਿਰੀ ਬੋਲ ਡਾਕਟਰ ਸਤੀਸ਼ ਵਰਮਾ। ਗੁਰਵਿੰਦਰ ਸਿੰਘ ਤੇ ਉਸਦੇ ਸਾਥੀਆਂ ਦੇ ਬੋਹੇਮੀਅਨ ਗਰੁੱਪ ਵੱਲੋਂ ਆਯੋਜਿਤ 20 ਮੰਚ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਮੁਖਾਤਿਬ ਹਾਂ। ਅੱਜ ਦਾ ਕੇਂਦਰੀ ਪਾਤਰ, ਕੇਂਦਰੀ ਸ਼ਖਸੀਅਤ ਮੇਰਾ ਅਜ਼ੀਜ਼, ਮੇਰਾ ਖੋਜਾਰਥੀ, ਮੇਰਾ ਪਿਆਰਾ ਸ਼ਾਗਿਰਦ ਕੁਲਦੀਪ ਸਿੰਘ ਦੀਪ ਹੈ, ਜਿਸ ਦੇ ਨਾਟਕ ਤੇ ਰੰਗਮੰਚ ਬਾਰੇ ਅੱਜ ਇਹ ਆਯੋਜਨ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਅਹਿਸਾਸ ਹੈ ਜੋ ਕਿ ਤੁਸੀਂ ਸਾਰੇ ਮਹਿਸੂਸ ਕਰ ਰਹੇ ਹੋ ਕਿ ਬਜਾਏ ਅਸੀਂ ਇੱਕ ਦੂਜੇ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੇ, ਅਸੀਂ ਇਸ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਮੁਖਾਤਿਬ ਆਪਣੇ ਆਪਣੇ ਘਰਾਂ ਵਿੱਚ ਬੈਠੇ ਹਾਂ। ਇੱਕ ਵਕਤ ਕੋਰੋਨਾ ਦਾ ਦੌਰ ਖਤਮ ਹੋਵੇ, ਅਸੀਂ ਇੱਕ ਦੂਜੇ ਨੂੰ ਮਿਲੀਏ ਤੇ ਮਿਲ ਕੇ ਗੱਲ ਕਰੀਏ, ਅੱਖ ਚੱਖ ਪਾ ਕੇ ਗੱਲ ਕਰੀਏ। ਕਿਉਂ? ਕਿਉਂਕਿ ਸਾਡਾ ਮਾਧਿਅਮ ਰੰਗਮੰਚ ਹੀ ਅੱਖ ਚੱਖ ਪਾ ਕੇ ਗੱਲ ਕਰਨ ਵਾਲੀ ਗੱਲ ਹੈ। ਦਰਸ਼ਕ ਜੁੜਦੇ ਨੇ, ਅਦਾਕਾਰ ਮੰਚ ਤੇ ਆਉਂਦੇ ਨੇ, ਅਦਾਕਾਰ ਦੀਆਂ ਧੜਕਦਾਂ ਦੇ ਨਾਲ ਦਰਸ਼ਕ ਧੜਕਦਾ ਹੈ। ਮੰਚ ਦੇ ਅਦਾਕਾਰ ਤਾਂ 10-12 ਹੀ ਹੁੰਦੇ ਨੇ, ਪਰ ਮੰਚ ਤੇ ਬੈਠੇ 200, 400, 500, 1000 ਤੇ ਵੱਡੇ ਇਕੱਠਾਂ ਦੇ ਵਿੱਚ ਹਰ ਦਿਲ ਨਾਲ ਧੜਕ ਰਿਹਾ ਹੁੰਦਾ ਹੈ ਤੇ ਹਰ ਦਿਮਾਗ ਦੀ ਖਿੜਕੀ ਖੁੱਲ ਰਹੀ ਹੁੰਦੀ ਹੈ। ਖਾਸ ਕਰ ਉਹ ਨਾਟ ਮੰਚ ਜੋ ਕੁਲਦੀਪ ਸਿੰਘ ਦੀਪ ਦੀ ਧਾਰਾ ਦਾ ਨਾਟ ਮੰਚ ਹੈ, ਜਿਹਦੇ ਪਿੱਛੇ ਅਜਮੇਰ ਸਿੰਘ ਔਲਖ ਪਿਆ, ਜਿਹਦੇ ਪਿੱਛੇ ਗੁਰਸ਼ਰਨ ਸਿੰਘ ਪਿਆ, ਜਿਸ ਦੇ ਪਿੱਛੇ ਜੋਗਿੰਦਰ ਬਾਰਲਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਜਿਹਦੇ ਪਿੱਛੇ ਆਈਸੀ ਨੰਦਾ, ਲੋਰਾ ਰਿਚਰਡ, ਸ਼ੀਲਾ ਭਾਟੀਆ, ਉਹ ਸਾਰੀ ਪਰੰਪਰਾ ਜੋ ਜਨ ਮਾਨਸ ਦਾ ਰੰਗਮੰਚ ਹੈ, ਜੋ ਲੋਕਾਂ ਦਾ ਰੰਗਮੰਚ ਹੈ, ਲੋਕਾਂ ਲਈ ਹੈ, ਲੋਕਾਂ ਵਾਸਤੇ ਹੈ ਤੇ ਲੋਕਾਂ ਦੁਆਰਾ ਹੈ। ਸੋ ਮੈਂ ਕੁਲਦੀਪ ਸਿੰਘ ਦੀਪ ਦੇ ਨਾਟ ਮੰਚ ਬਾਰੇ ਕੁਝ ਮਹੱਤਵਪੂਰਨ ਗੱਲਾਂ ਹੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾਂ ਇਹ ਕਿ ਕੁਲਦੀਪ ਸਿੰਘ ਦੀਪ ਉਸੇ ਮਾਨਸੇ ਇਲਾਕੇ ਦੇ ਜਿੱਥੋਂ ਅਜਮੇਰ ਸਿੰਘ ਔਲਖ ਉਦੈ ਹੋਏ। ਅਜਮੇਰ ਸਿੰਘ ਔਲਖ ਦਾ ਜਨਮ 1942 ਦਾ, ਕੁਲਦੀਪ ਸਿੰਘ ਦਾ 1968 ਦਾ ਹੈ। ਅਜਮੇਰ ਸਿੰਘ ਔਲਖ ਹੋਰਾਂ ਨੇ ਆਪਣੇ ਬਚਪਨ ਦੇ ਚੜ੍ਹਦੀ ਜਵਾਨੀ ਵਿੱਚ ਵਿਸ਼ਵੇਦਾਰੀ ਦਾ ਮਾਹੌਲ ਦੇਖਿਆ। ਉਹ ਪੰਜਾਬ ਦੀ ਨਿਮਨ ਕਿਸਾਨੀ ਦੇ ਸੰਕਟ ਦੇਖੇ, ਉਸ ਤੋਂ ਬਾਅਦ ਨਕਸਲਵਾਦੀ ਲਹਿਰ ਦੇਖੀ ਜਵਾਨੀ ਵਿੱਚ, ਤੇ 32 ਸਾਲ ਦੀ ਉਮਰ ਚ ਆ ਕੇ ਉਹ ਨਾਟਕਕਾਰੀ ਵੱਲ ਆਏ ਤੇ ਫਿਰ ਉਹਨਾਂ ਨੇ ਨਾਟਕਾਂ ਦੇ ਰਾਹੀਂ ਉਹ ਸਾਰੇ ਸੱਚ ਨੂੰ ਬਿਆਨ ਕੀਤਾ। ਕੁਲਦੀਪ ਸਿੰਘ ਦੀਪ ਦਾ ਜਨਮ ਪੰਜਾਬ ਦੇ ਨਵੇਂ ਪੰਜਾਬ ਦੇ 66 ਤੋਂ ਬਾਅਦ ਵਾਲੇ ਦੌਰ ਵਿੱਚ ਹੋਇਆ ਤੇ ਉਹ ਲਗਾਤਾਰ ਉਸ ਮਾਹੌਲ ਵਿੱਚ ਵਿਕਸਿਤ ਹੋਇਆ ਜਿਸ ਮਾਹੌਲ ਵਿੱਚ ਐਮਰਜੈਂਸੀ ਦਾ ਦੌਰ ਸੀ। ਬਚਪਨ ਵੇਲੇ ਪੰਜਾਬ ਸੰਕਟ ਦਾ ਮਾਹੌਲ ਸੀ, ਦਿੱਲੀ ਦੇ ਨਵੰਬਰ ਦੀ ਉਸ ਕਿਸਮ ਦਾ ਦੌਰ ਸੀ ਜਿੱਥੇ ਬਹੁਤ ਜ਼ਿਆਦਾ ਜ਼ੁਲਮ ਹੋਏ ਤੇ ਉਹਦੇ ਨਾਲ ਨਾਲ ਉਸਨੇ ਫਿਰ 1990 ਤੋਂ ਬਾਅਦ ਵਿਸ਼ਵੀਕਰਨ, ਨਿੱਜੀਕਰਨ, ਉਦਾਰੀਕਰਨ ਨੂੰ ਦੇਖਿਆ। ਜਦੋਂ ਜਵਾਨ ਹੋਇਆ ਉਹਦਾ ਚਿੰਤਨ ਉਹਦੇ ਨਾਲ ਜੁੜਿਆ ਤੇ ਔਲਖ ਸਾਹਿਬ ਵਾਂਗੂ ਹੀ ਪੂਰੇ 32 ਸਾਲ ਬਾਅਦ ਉਹ ਨਾਟਕਕਾਰੀ ਵਿੱਚ ਆਇਆ ਤਾਂ ਉਸ ਕੋਲ ਉਦੋਂ 1990 ਤੋਂ 2000 ਦਾ 10 ਸਾਲ ਦਾ ਵਿਸ਼ਵੀਕਰਨ ਦਾ ਪ੍ਰਸੰਗ ਸੀ ਤੇ ਮਾਲਵੇ ਦੀ ਨਿਮਨ ਕਿਸਾਨੀ ਜਾਂ ਪੰਜਾਬ ਦੀ ਨਿਮਨ ਕਿਸਾਨੀ ਉਸ ਨਵੇਂ ਦੌਰ ਵਿੱਚ ਆ ਚੁੱਕੀ ਸੀ ਜਿਸ ਦੌਰ ਦੇ ਵਿੱਚ ਕਰਜ਼ਿਆਂ ਦੀ ਮਾਰ ਹੇਠ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਖੁਦਕੁਸ਼ੀਆਂ ਦੀ ਫਸਲ ਪੈਦਾ ਹੋਣੀ ਸ਼ੁਰੂ ਹੋ ਚੁੱਕੀ ਸੀ। ਇਸੇ ਲਈ ਉਸ ਦੀ ਪਹਿਲੀ ਕਿਤਾਬ ਇਹ ਜੰਗ ਕੌਣ ਲੜੇ ਓਪੇਰਾ ਸੰਗ੍ਰਹਿ, ਜਿਹੜੀ ਕਿ ਪਹਿਲੀ ਕਿਤਾਬ ਮੈਂ 2002 ਵਿੱਚ ਖੁਦ ਭੂਮਿਕਾ ਲਿਖ ਕੇ ਇੰਟਰੋਡਿਊਸ ਕੀਤਾ, ਉਸ ਨੂੰ ਭਾਸ਼ਾ ਵਿਭਾਗ ਦਾ ਇਸ ਦਾ ਇਨਾਮ ਮਿਲਿਆ। ਉਹ ਓਪੇਰਾ ਵੀ ਇਸੇ ਦੁੱਖ ਦਰਦ ਨਾਲ ਜੁੜੇ ਹੋਏ ਸੀ। ਫਿਰ ਖੁਦਕੁਸ਼ੀ ਦੇ ਮੋੜ ਤੇ ਆਇਆ ਜਿਸ ਨੂੰ ਹਰਿਆਣਾ ਅਕਾਦਮੀ ਦਾ ਅਵਾਰਡ ਮਿਲਿਆ। ਫਿਰ ਉਹਦੀ ਭੁੱਬਲ ਦੀ ਅੱਗ, ਉਸ ਤੋਂ ਬਾਅਦ ਜੋ ਛਪਿਆ ਹੋਇਆ ਨਾਟਕ ਲੇਟੈਸਟ ਹੈ ਤੂੰ ਮੇਰਾ ਕੀ ਲੱਗਦਾ ਹੈ, ਤੇ ਅਣਛਪੇ ਨਾਟਕ ਗੁਸਤਾਖ ਔਰਤਾਂ, ਛੱਲਾ ਮੁੜ ਕੇ ਨਹੀਂ ਆਇਆ, ਸਿਲਸਿਲਾ, ਉਹਦੇ ਸਾਰੇ ਨਾਟਕ ਜ਼ਿੰਦਗੀ ਦੇ ਕਰੂਰ ਯਥਾਰਥ ਦੀ ਗੱਲ ਕਰਦੇ ਨੇ ਤੇ ਉਸ ਦਾ ਰੰਗਮੰਚ ਇਸ ਯਥਾਰਥ ਨੂੰ ਪੇਸ਼ ਕਰਦਾ ਹੈ ਤੇ ਉਸ ਯਥਾਰਥ ਨੂੰ ਇੱਕ ਜੀਵੰਤ ਰੂਪ ਦਿੰਦਾ ਹੈ। ਇਸ ਲਈ ਉਸ ਦਾ ਨਾਟਕ ਤੇ ਰੰਗਮੰਚ ਇੱਕ ਦੂਸਰੇ ਵਿੱਚ ਘੁਲਿਆ ਮਿਲਿਆ। ਉਹ ਬਾਮਕਸਦੀਅਤ ਦਾ ਨਾਟਕਕਾਰ ਹੈ ਪਰ ਇਹ ਬਾਮਕਸਦੀਅਤ ਨਾਰਾ ਨਹੀਂ ਬਣਦੀ। ਇਸ ਲਈ ਉਸ ਦੇ ਨਾਟਕ ਜ਼ਿੰਦਗੀ ਦੇ ਸੱਚ ਨੂੰ ਪੇਸ਼ ਕਰਦੇ ਨੇ ਪਰ ਜਦੋਂ ਦਰਸ਼ਕ ਉੱਠ ਕੇ ਜਾਂਦਾ ਹੈ ਤਾਂ ਉਹ ਪੱਲਾ ਝਾੜ ਕੇ ਜਾਂ ਆਪਣੀਆਂ ਭਾਵਨਾਵਾਂ ਨੂੰ ਹਾਲ ਵਿੱਚ ਛੱਡ ਕੇ ਨਹੀਂ ਜਾਂਦਾ ਬਲਕਿ ਨਾਲ ਲੈ ਕੇ ਜਾਂਦਾ ਹੈ। ਇਸ ਲਈ ਉਸ ਦੇ ਨਾਟਕਾਂ ਨੂੰ ਵੇਖ ਕੇ ਤੁਸੀਂ ਸੌਂ ਨਹੀਂ ਸਕਦੇ ਬਲਕਿ ਉਸ ਦੇ ਨਾਟਕ ਤੁਹਾਨੂੰ ਸੌਣ ਨਹੀਂ ਦਿੰਦੇ। ਉਹ ਇਸ ਤੋਂ ਇਲਾਵਾ ਕਵੀ ਹੈ, ਵਾਰਤਕਾਰ ਹੈ, ਇੱਕ ਜਾਗਰੂਕ ਸ਼ਾਇਰੀ ਹੈ, ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਅਧਿਆਪਕ ਹੈ। ਉਹਦੇ ਬੜੇ ਸਾਰੇ ਪਸਾਰ ਨੇ ਪਰ ਇਹਨਾਂ ਸਾਰੇ ਪਸਾਰਾਂ ਵਿੱਚੋਂ ਉਹ ਚੌਥੀ ਪੀੜ੍ਹੀ ਦੇ ਅਗਰਨੀ ਨਾਟਕਕਾਰ ਦੇ ਤੌਰ ਤੇ ਆਪਣੀ ਥਾਂ ਬਣਾ ਚੁੱਕਾ ਹੈ ਤੇ ਪੰਜਵੀਂ ਪੀੜ੍ਹੀ ਦੇ ਨਾਲ ਬਕਾਇਦਾ ਨਿਭੇਗਾ। ਉਸ ਦੇ ਨਾਟਕਾਂ ਨੂੰ
ਤੁਸੀਂ ਛੱਡ ਨਹੀਂ ਸਕਦੇ, ਉਹਨੂੰ ਸਵੀਕਾਰਨਾ ਪਏਗਾ, ਉਸ ਨੂੰ ਹੰਘਾਲਣਾ ਪਏਗਾ ਤੇ ਉਹਦੇ ਨਾਟ ਮੰਚ ਦੇ ਉਸ ਮਹੱਤਵ ਨੂੰ ਪਛਾਣਨਾ ਪਏਗਾ ਜੋ ਪੰਜਾਬੀ ਨਾਟਕ ਦੀ ਉਸ ਧਾਰਾ ਦੀ ਕਲਾ ਹੈ, ਜਿਹੜੀ ਧਾਰਾ ਲੋਕਾਂ ਦੇ ਦਿਲਾਂ ਦੀ ਧੜਕਣ ਦੇ ਨਾਲ ਰਲ ਚੱਲਦੀ ਹੈ। ਤੇ ਅੱਜ ਇਸ ਮੌਕੇ ਉਸ ਦੇ ਨਾਟ ਮੰਚ ਬਾਰੇ ਗੱਲਾਂ ਹੋਈਆਂ, ਤੁਸੀਂ ਹੋਰ ਬਹੁਤ ਸਾਰੀਆਂ ਗੱਲਾਂ ਕਰੋਗੇ ਤੇ ਮੇਰੇ ਅਜ਼ੀਜ਼ ਕੁਲਦੀਪ ਸਿੰਘ ਦੀਪ ਦੇ ਨਾਟ ਮੰਚ ਨੂੰ ਸਵੀਕਾਰੋਗੇ ਵੀ ਤੇ ਉਸ ਨੂੰ ਇੱਕ ਤਰ੍ਹਾਂ ਨਾਲ ਮੁਲਾਂਕਣ ਦੀ ਚੱਕੀ ਵਿੱਚੋਂ ਲੰਘਾ ਕੇ ਇਹ ਵੇਖੋਗੇ ਕਿ ਇਹ ਕਿਸ ਤਰ੍ਹਾਂ ਆਪਣੀ ਥਾਂ ਬਣਾ ਰਿਹਾ ਹੈ। ਹਾਂਜੀ, ਫਿਰ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਰੂਬਰੂ ਦੇ ਵਿੱਚ। ਸੁਨਹਿਰੀ ਬੋਲਾਂ ਦੇ ਵਿੱਚ ਡਾਕਟਰ ਸਤੀਸ਼ ਵਰਮਾ ਨੇ ਮੇਰੇ ਖਿਆਲ ਦੇ ਵਿੱਚ ਡਾਕਟਰ ਕੁਲਦੀਪ ਦੀਪ ਬਾਰੇ ਜਿਹੜਾ ਹੈਗਾ ਪਹਿਲਾਂ ਹੀ ਰੂਬਰੂ ਕਰਾ ਦਿੱਤਾ ਹੈ। ਤੇ ਪਰ ਮੈਂ ਚਾਹੁੰਦਾ ਕਿ ਮੈਂ ਇੱਕ ਵਾਰ ਜਿਹੜੇ ਹੁਣ ਜਾਂ ਸਾਡੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਨਾਲ ਵੀ ਤੁਹਾਡਾ ਕੁਲਦੀਪ ਦੀਪ ਜੀ ਦਾ ਜਿਹੜਾ ਹੈਗਾ ਉਹ ਤਾਰਫ ਕਰਾ ਦਿਆਂ ਕਿ ਕੁਲਦੀਪ ਦੀਪ ਜੀ ਜਿਹੜੇ ਹੈਗੇ ਆ ਉਹ ਕਿਸੇ ਇੱਕ ਲੇਅਰ ਦੇ ਬੰਦੇ ਨਹੀਂ ਹੈਗੇ। ਉਹ ਨਾਟਕਕਾਰ ਨੇ, ਅਧਿਆਪਕ ਨੇ, ਇਸ ਤੋਂ ਇਲਾਵਾ ਜਿਹੜੇ ਹੈਗੇ ਆ ਉਹ ਵਾਰਤਕ ਵੀ ਲਿਖਦੇ ਨੇ। ਉਹਨਾਂ ਨੂੰ ਆਪਣੇ ਸਿਰਫ ਰੰਗਮੰਚ ਕਰਕੇ ਹੀ ਨਹੀਂ, ਅਧਿਆਪਨ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਅਵਾਰਡ ਮਿਲ ਚੁੱਕੇ ਨੇ। ਤੇ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਉਹਨਾਂ ਦੇ ਛਪੇ ਤੇ ਅਣਛਪੇ ਨਾਟਕਾਂ ਦੀ ਜੇ ਗਿਣਤੀ ਕਰੀਏ ਤਾਂ 30 ਦੇ ਕਰੀਬ ਬਣਦੀ ਹੈ ਤੇ ਮੇਰੇ ਖਿਆਲ ਦੇ ਵਿੱਚ ਹੋਰ ਵੀ ਹੋ ਸਕਦੇ ਨੇ। ਮੈਂ ਉਹਨਾਂ ਨੂੰ ਜਿਹੜਾ ਹੈਗਾ ਉਹ ਇਹ ਜੰਗ ਕੌਣ ਲੜੇ ਓਪੇਰਾ ਦੇ ਜਿਹੜਾ ਹੈਗਾ ਉਹਦੇ ਸੰਦਰਭ ਦੇ ਵਿੱਚ ਦੇਖਦਾ। ਉਸ ਤੋਂ ਬਾਅਦ ਖੁਦਕੁਸ਼ੀ ਦੇ ਮੋੜ ਤੇ ਤੂੰ ਮੇਰਾ ਕੀ ਲੱਗਦਾ ਤੇ ਭੁੱਬਲ ਦੀ ਅੱਗ ਜਿਹੜੇ ਹੈਗੇ ਆ, ਇਹ ਇਹਨਾਂ ਦੇ ਚਰਚਿਤ ਨਾਟਕ ਨੇ। ਇਸ ਤੋਂ ਇਲਾਵਾ ਵੀ ਉਹਨਾਂ ਦੇ ਕਾਫੀ ਜਿਹੜੇ ਨਾਟਕ ਨੇ ਜਿਨ੍ਹਾਂ ਦੀ ਗਿਣਤੀ 30 ਦੇ ਕਰੀਬ ਬਣਦੀ ਹੈ, ਇਹਨਾਂ ਨੇ ਲਿਖੇ ਨੇ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਉਹ ਅਖਬਾਰਾਂ ਦੇ ਵਿੱਚ ਜਿਹੜੇ ਹੈਗੇ ਆ ਸਮੇਂ-ਸਮੇਂ ਤੇ ਇਹਨਾਂ ਦੇ ਜਿਹੜੇ ਲੇਖ ਨੇ ਉਹ ਛਪਦੇ ਰਹਿੰਦੇ ਨੇ। ਵਾਰਤਕ ਬੜੀ ਸੋਹਣੀ ਲਿਖਦੇ ਨੇ, ਅਕਸਰ ਇਹਨਾਂ ਨੂੰ ਪੜ੍ਹਦੇ ਰਹੀਦਾ। ਤੇ ਹੁਣ ਜਿਹੜਾ ਹੈਗਾ ਅਸੀਂ ਇਹਨਾਂ ਦੀ ਜੇ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਮੈਨੂੰ ਵੀ ਬੜੀ ਹੈਰਾਨੀ ਹੋਈ ਸੀਗੀ ਕਿ ਜਦੋਂ ਮੈਂ ਇਹਨਾਂ ਦੀ ਬਾਇਓ ਦੇਖੀ ਤਾਂ ਹਰਿਆਣੇ ਦੇ ਜੰਮਪਲ ਨੇ, ਪਰ ਸਾਰੇ ਦਾ ਸਾਰਾ ਕੰਮ ਪੰਜਾਬੀ ਦੇ ਵਿੱਚ। ਇਹ ਬੜੀ ਹੈਰਾਨੀ ਦੀ ਗੱਲ ਆ ਕਿ ਹਰਿਆਣੇ ਦੇ ਵਿੱਚ ਹਿੰਦੀ ਪੜ੍ਹਦੇ ਹੋਏ ਤੇ ਫਿਰ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਨਾਟਕ ਬਾਰੇ ਕੰਮ ਕਰਨਾ, ਪੰਜਾਬੀ ਰੰਗਮੰਚ ਬਾਰੇ ਕੰਮ ਕਰਨਾ। ਅਧਿਆਪਨ ਦੇ ਖੇਤਰ ਦੇ ਵਿੱਚ ਜਿਹੜਾ ਹੈਗਾ ਉਹ ਅੰਗਰੇਜ਼ੀ ਦੇ ਲੈਕਚਰਾਰ ਨੇ। ਤਾਂ ਬੜੀ ਮੈਨੂੰ ਲੱਗਦਾ ਕਿ ਇੰਟਰਸਟਿੰਗ ਜੀ ਗੱਲ ਹੈਗੀ ਆ। ਤੇ ਦੀਪ ਜਿਹੜੇ ਨੇ ਸਾਡੇ ਕੁਲਦੀਪ ਦੀਪ ਜੀ ਨੇ, ਹੁਣ ਮੈਂ ਜਿਹੜੀ ਹੈਗੀ ਆ ਸਟੇਜ ਜਿਹੜੀ ਹੈਗੀ ਆ ਸਾਡੀ ਵਰਚੁਅਲ ਸਪੇਸ ਜਿਹੜੀ ਹੈਗੀ ਉਹਨਾਂ ਦੇ ਹਵਾਲੇ ਕਰਦਾ ਕਿ ਉਹ ਆਪਣੀ ਜ਼ਿੰਦਗੀ ਬਾਰੇ ਚਾਨਣਾ ਪਾਉਣ ਕਿ ਕਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਤੇ ਸਾਡੇ ਵਰਗੇ ਜਿਹੜੇ ਨਵੇਂ ਨੇ, ਰੰਗਮੰਚ ਸਿੱਖਣ ਵਾਲੇ ਨੇ, ਉਹਨਾਂ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਦੇ ਵਡੇਰਿਆਂ ਦੇ ਜਿਹੜਾ ਹੈਗਾ ਉਹ ਪਿਛੋਕੜ ਵੱਲ ਦੇਖੀਏ ਕਿ ਉਹਨਾਂ ਨੇ ਕਿੱਦਾਂ ਸ਼ੁਰੂਆਤ ਕੀਤੀ ਸੀ ਤੇ ਹੁਣ ਤੱਕ ਜਦੋਂ ਉਹ ਸਥਾਪਿਤ ਹੋ ਚੁੱਕੇ ਨੇ ਉਹਨਾਂ ਦਾ ਰੰਗਮੰਚ ਦਾ ਸਫ਼ਰ ਕਿਹੋ ਜਿਹਾ ਰਿਹਾ। ਤਾਂ ਮੈਂ ਮਾਈਕ ਤੇ ਜਿਹੜਾ ਸਪੇਸ ਜਿਹੜੀ ਹੈਗੀ ਆ ਸਾਡੀ ਸਕਰੀਨ ਹੈਗੀ ਆ, ਮੈਂ ਕੁਲਦੀਪ ਦੀਪ ਜੀ ਨੂੰ ਦਿੰਨਾ। ਉਹ ਆਪਣੀ ਜ਼ਿੰਦਗੀ ਬਾਰੇ ਤੇ ਹੁਣ ਤੱਕ ਦੇ ਰੰਗਮੰਚ ਬਾਰੇ ਆਪਣਾ ਜਿਹੜਾ ਹੈਗਾ ਰੂਬਰੂ ਹੋਣ। ਕੁਲਦੀਪ ਦੀਪ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਤਾਂ ਮੈਂ ਇਸ ਵਰਚੁਅਲ ਮੰਚ ਦਾ ਗੁਰਵਿੰਦਰ ਹੋਰਾਂ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਆਪਣੇ ਵੱਲੋਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਇਹਨਾਂ ਦਾ, ਕਿਉਂਕਿ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਜਦੋਂ ਆਫਲਾਈਨ ਰੰਗਮੰਚ ਸੰਭਵ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਰੰਗਮੰਚ ਤਾਂ ਹਮੇਸ਼ਾ ਚੱਲਣਾ ਹੈ, ਸ਼ੋ ਮਸਟ ਗੋ ਔਨ, ਤੇ ਇਸਨੇ ਚੱਲਣਾ ਹੈ। ਤੇ ਅਸੀਂ ਨਵੇਂ ਰੂਪ ਦੇ ਵਿੱਚ ਆਨਲਾਈਨ ਸਪੇਸ ਦੇ ਵਿੱਚ ਇੱਕ ਨਵੇਂ ਤਰੀਕੇ ਦਾ ਰੰਗਮੰਚ ਕਰ ਰਹੇ ਹਾਂ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੈਮ ਗੁਰਵਿੰਦਰ, ਤੁਸੀਂ ਜਿਹੜੀ ਗੱਲਬਾਤ ਕੀਤੀ ਹੈ ਕਿ ਮੇਰੇ ਬਾਰੇ ਜਾਂ ਮੈਂ ਆਪਣੇ ਬਾਰੇ ਦੱਸਾਂ, ਤਾਂ ਮੇਰੇ ਕੋਲ ਦੱਸਣ ਨੂੰ ਵੈਸੇ ਬਹੁਤ ਕੁਝ ਨਹੀਂ ਹੈਗਾ, ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਬਹੁਤ ਵੱਡੀ ਵਿਰਾਸਤ ਹੁੰਦੀ ਹੈ ਕਿ ਮੈਨੂੰ ਮੇਰੀ ਵਿਰਾਸਤ ਇੱਥੋਂ ਸ਼ੁਰੂ ਹੁੰਦੀ ਹੈ, ਮੇਰੀਆਂ ਜੜ੍ਹਾਂ ਇੱਥੋਂ ਸ਼ੁਰੂ ਹੁੰਦੀਆਂ ਨੇ। ਮੇਰੇ ਕੋਲ ਇਹੋ ਜਿਹਾ ਦੱਸਣ ਨੂੰ ਕੁਝ ਵੀ ਨਹੀਂ ਹੈਗਾ। ਮੈਂ ਜਿਵੇਂ ਤੁਸੀਂ ਦੱਸਿਆ ਕਿ ਮੇਰੀ ਰਿਹਾਇਸ਼ ਲਗਭਗ ਜ਼ਿੰਦਗੀ ਦੇ 45 ਸਾਲ ਮੈਂ ਹਰਿਆਣੇ ਦੇ ਵਿੱਚ ਰਿਹਾ ਤੇ ਹੁਣ ਵੀ ਮੇਰੀ ਵੋਟ ਵਗੈਰਾ ਤੇ ਮੇਰਾ ਸਾਰਾ ਬੇਸਿਕ ਡਾਟਾ ਹਰਿਆਣੇ ਦਾ ਹੀ ਹੈ। ਜਿਹੜੇ ਲੋਕ ਹਰਿਆਣੇ ਦੇ ਵਿੱਚ ਪੰਜਾਬੀ ਵਸਦੇ ਨੇ ਉਹ ਪੰਜਾਬੀ ਦਾ ਹੇਰਵਾ ਹੰਢਾਉਂਦੇ ਨੇ ਕਿਉਂਕਿ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੈ, ਪਰ ਉਹਨਾਂ ਨੂੰ ਪੜ੍ਹਨ ਲਈ ਮਾਧਿਅਮ ਹਿੰਦੀ ਮਿਲਦਾ ਹੈ
ਤੇ ਉਹਨਾਂ ਦਾ ਸਾਰਾ ਕਾਰੋਬਾਰ ਐਜੂਕੇਸ਼ਨ ਤੱਕ ਹਿੰਦੀ ਦੇ ਵਿੱਚ ਹੁੰਦੀ ਹੈ। ਤੇ ਮੈਂ ਇਸ ਪੱਖੋਂ ਮੇਰੀ ਇਹ ਬਦਕਿਸਮਤੀ ਰਹੀ ਕਿ ਮੈਨੂੰ 7ਵੀਂ ਕਲਾਸ ਦੇ ਵਿੱਚ ਜਾ ਕੇ ਪੰਜਾਬੀ ਪੜ੍ਹਨ ਦਾ ਮੌਕਾ ਮਿਲਿਆ ਤੇ ਅਸੀਂ ਤਰਸ ਜਾਂਦੇ ਸੀ ਕਿ ਸਾਨੂੰ ਪੰਜਾਬੀ ਬੋਲਣ ਵਾਲਾ ਅਧਿਆਪਕ ਮਿਲ ਜੇ ਜਾਂ ਪੰਜਾਬੀ ਪੜ੍ਹਾਉਣ ਵਾਲਾ ਅਧਿਆਪਕ ਮਿਲ ਜੇ। ਇਹ ਮਤਲਬ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਬਦਕਿਸਮਤੀ ਦਾ ਬਹੁਤ ਵੱਡਾ ਖਿਲਾ ਰਿਹਾ। ਪਰ ਜਿਵੇਂ ਕਿਹਾ ਜਾਂਦਾ ਨਾ ਕਿ ਜਿਹੜੀ ਚੀਜ਼ ਜਿੰਨੀ ਦੂਰ ਹੁੰਦੀ ਹੈ ਤੁਹਾਡੇ ਤੋਂ, ਉਹਦੇ ਪ੍ਰਤੀ ਖਿੱਚ ਵੀ ਤੁਹਾਡੀ ਉਨੀ ਜ਼ਿਆਦਾ ਹੁੰਦੀ ਹੈ। ਸੋ ਜਿੰਨਾ ਪੰਜਾਬੀ ਤੋਂ ਅਸੀਂ ਦੂਰ ਰਹੇ, ਜਾਂ ਉਹ ਸਾਰਾ ਇਲਾਕਾ ਜਿੰਨਾ ਪੰਜਾਬੀ ਤੋਂ ਦੂਰ ਰਿਹਾ 1966 ਦੇ ਵਿੱਚ ਹਰਿਆਣੇ ਪੰਜਾਬ ਦੀ ਵੰਡ ਤੋਂ ਬਾਅਦ, ਤਾਂ ਸਾਡੇ ਮਨਾਂ ਦੇ ਵਿੱਚ ਪੰਜਾਬੀ ਪ੍ਰਤੀ ਹੇਰਵਾ ਵੀ ਉਨਾ ਹੀ ਰਿਹਾ। ਉਹ ਹੇਰਵੇ ਦੇ ਵਿੱਚੋਂ ਹੀ ਮੈਂ ਸਕੂਲ ਦੇ ਵਿੱਚ 7ਵੀਂ ਚ ਪੰਜਾਬੀ ਪੜ੍ਹੀ, ਪਰ ਘਰ ਦੇ ਵਿੱਚ ਪੰਜਾਬੀ ਮੈਂ ਦੂਜੀ ਤੀਜੀ ਕਲਾਸ ਦੇ ਵਿੱਚੋਂ ਸਿੱਖ ਲਈ ਸੀ। ਵੈਸੇ ਸਾਡੇ ਪਰਿਵਾਰ ਦੇ ਵਿੱਚ ਤੇ ਮੇਰੇ ਪਿੰਡ ਦੇ ਵਿੱਚ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਕਿ ਮੇਰੇ ਪਿੰਡ ਦੇ ਵਿੱਚ ਤੇ ਮੇਰੇ ਪਰਿਵਾਰ ਦੇ ਵਿੱਚ ਸਕੂਲੀ ਐਜੂਕੇਸ਼ਨ ਦੇ ਵਿੱਚ ਮੇਰੇ ਤੋਂ ਪਹਿਲਾਂ ਨਾ ਕਿਸੇ ਨੇ ਮੈਟ੍ਰਿਕ ਕੀਤੀ ਸੀ, ਨਾ ਕਿਸੇ ਨੇ +2 ਕੀਤੀ ਸੀ, ਨਾ ਕਿਸੇ ਨੇ BA ਕੀਤੀ ਸੀ, ਨਾ ਕੋਈ ਜੌਬ ਤੇ ਲੱਗਿਆ ਸੀ। ਮੇਰੇ ਪਿੰਡ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਮੈਂ ਪਹਿਲਾਂ ਹੀ ਸੀ ਮੈਟ੍ਰਿਕ, BA, MA, ਡਿਗਰੀ ਤੇ ਨੌਕਰੀ ਕਰਨ ਵਾਲਾ। ਸੋ ਮੇਰੇ ਕੋਲੇ ਵਿਰਾਸਤ ਵਰਗਾ ਕੁਝ ਨਹੀਂ ਹੈਗਾ। ਉਹ ਜਿਹੇ ਥਾਂ ਤੇ ਸਰ ਮੇਰਾ ਚਾਚਾ ਸੀ ਜਿਹੜਾ ਉਹਨਾਂ ਤੋਂ ਪੰਜਾਬੀ ਸਿੱਖ ਗਿਆ ਸੀ, ਗੁਰਮੁਖੀ ਸਿੱਖ ਗਿਆ ਸੀ, ਤੇ ਉਹ ਕਿਸੇ ਜਿਹਨੂੰ ਆਪਾਂ ਚਿੱਠੇ ਕਹਿੰਦੇ ਨੇ ਅੱਜ ਕੱਲ੍ਹ, ਉਹ ਚਿੱਠੇ ਪੜ੍ਹਦਾ ਹੁੰਦਾ ਸੀ। ਉਹ ਚਿੱਠੇ ਪੜ੍ਹਦਾ ਤੇ ਲੁਕੋ ਕੇ ਬਿਸਤਰੇ 'ਚ ਰੱਖ ਦਿੰਦਾ ਸੀ। ਤੇ ਬਿਸਤਰੇ 'ਚ ਲੁਕੋਏ ਹੋਏ ਚਿੱਠੇ ਮੈਂ ਚੱਕ ਲੈਂਦਾ ਸੀ। ਮੈਂ ਉਹਨਾਂ ਤੋਂ ਪੰਜਾਬੀ ਪੜ੍ਹਨੀ ਸਿੱਖੀ ਤੇ ਇਹੀ ਮੇਰੀ ਵਿਰਾਸਤ ਆ, ਉਹ ਚਿੱਠੇ ਮੇਰੀ ਵਿਰਾਸਤ ਨੇ। ਤੇ ਜਾਂ ਫਿਰ ਉਹਨਾਂ ਸਮਿਆਂ ਦੇ ਵਿੱਚ ਇਪਟਾ ਰਾਹੀਂ ਜਿਹੜੀ ਕਮਿਊਨਿਸਟ ਉਕੇਰਿਆਂ ਦੀ ਨਾਟਕਾਂ ਦੀ ਮੂਵਮੈਂਟ ਚੱਲੀ, ਇਪਟਾ ਰਾਹੀਂ ਜਿਹੜੇ ਉਕੇਰੇ ਖੇਡੇ ਗਏ, ਉਹਨਾਂ ਦੇ ਵਿੱਚੋਂ ਕੁਝ ਨਾਟਕ ਸਾਡੇ ਪਿੰਡਾਂ ਦੇ ਵਿੱਚ ਉਦੋਂ ਹੁੰਦੇ ਸੀ ਤੇ ਮੈਂ ਬਚਪਨ ਦੇ ਵਿੱਚ ਉਹ ਨਾਟਕ ਦੇਖੇ ਸੀ। ਇਸ ਤੋਂ ਬਿਨਾਂ ਮੇਰੇ ਪਰਿਵਾਰ ਦੇ ਵਿੱਚ, ਮੇਰੇ ਪਿੰਡ ਦੇ ਵਿੱਚ, ਮੇਰੀ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਮੇਰਾ ਪਿੰਡ ਰੋਜਾਂ ਵਾਲੀ ਹੈ, ਜਿੱਥੋਂ ਮਾਨਸਾ ਜ਼ਿਲ੍ਹੇ ਦਾ ਆਖਰੀ ਪਿੰਡ ਰਿਉਂਦ ਕਲਾਂ ਖਤਮ ਹੁੰਦਾ ਹੈ, ਉੱਥੋਂ ਮੇਰਾ ਪਿੰਡ ਅਗਲਾ ਪਿੰਡ ਰੋਜਾਂ ਵਾਲੀ ਸ਼ੁਰੂ ਹੁੰਦਾ ਹੈ। ਤੇ ਇਹ ਇਹੋ ਜਿਹਾ ਬਦਕਿਸਮਤ ਪਿੰਡ ਹੈ ਜਿਹਦੇ ਵਿੱਚ ਅੱਜ ਵੀ ਬੱਸ ਨਹੀਂ ਜਾਂਦੀ, ਜਿਹਦੇ ਵਿੱਚ ਅੱਜ ਵੀ ਨੈਟਵਰਕ ਨਹੀਂ ਜਾਂਦਾ, ਜਿਹਦੇ ਵਿੱਚ ਅੱਜ ਵੀ ਪ੍ਰੋਪਰ ਬਿਜਲੀ ਨਹੀਂ ਜਾਂਦੀ ਹੈਗੀ, ਜਿਹਦੇ ਵਿੱਚ ਅੱਜ ਵੀ ਪ੍ਰੋਪਰ ਐਜੂਕੇਸ਼ਨ ਨਹੀਂ, ਸਿਰਫ ਪ੍ਰਾਇਮਰੀ ਦਾ ਇੱਕ ਸਕੂਲ ਹੈ। ਉਹੀ ਜਿਹੇ ਪਿੰਡ ਦੇ ਵਿੱਚੋਂ ਮੈਂ ਬਾਈ ਚਾਂਸ ਜਾਂ ਇਹ ਕਹਿ ਲਓ ਆਪਣੀ ਮਿਹਨਤ ਨਾਲ, ਕੋਈ ਬਹੁਤ ਵੱਡਾ ਨਿਸ਼ਾਨਾ ਮੇਰੇ ਸਾਹਮਣੇ ਨਹੀਂ ਸੀ। ਮੈਂ ਕਦੇ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਕਿ ਕਦੇ ਮੈਂ ਸਟੇਜ ਤੇ ਆਊਂਗਾ, ਕਦੇ ਮੈਂ ਨਾਟਕ ਦੇ ਵਿੱਚ ਆਊਂਗਾ, ਕਦੇ ਮੈਂ ਐਂਕਰਿੰਗ ਕਰੂੰਗਾ, ਕਦੇ ਮੈਂ ਕਵਿਤਾ ਲਿਖੂੰਗਾ। ਇਹੋ ਜਿਹਾ ਕੁਝ ਨਹੀਂ ਸੀ। ਬਸ ਜਿਵੇਂ ਜਿਵੇਂ ਜ਼ਿੰਦਗੀ ਅੱਗੇ ਲੈ ਕੇ ਜਾਂਦੀ ਰਹੀ, ਤਿਵੇਂ ਤਿਵੇਂ ਮੈਂ ਸਿੱਖਦਾ ਰਿਹਾ ਤੇ ਨਾਲ ਨਾਲ ਆਪਣੇ ਆਪ ਨੂੰ ਪ੍ਰਗਟਾਉਂਦਾ ਰਿਹਾ। ਹਾਂਜੀ, ਕੁਲਦੀਪ ਜੀ, ਮੇਰਾ ਇੱਕ ਹੋਰ ਸਵਾਲ ਹੈਗਾ ਕਿ ਜਿਹੜੀ ਆ ਸਾਰੀ ਤੁਹਾਡੀ ਹੁਣ ਜੋ ਤੁਸੀਂ ਗੱਲਬਾਤ ਕੀਤੀ ਜਾਂ ਜਿੰਨਾ ਕੁ ਅਸੀਂ ਤੁਹਾਡੇ ਬਾਰੇ ਜਾਣਦੇ ਹਾਂ ਜੀ, ਰੰਗਮੰਚ ਤੇ ਸਾਹਿਤ ਦਾ ਬੜਾ ਨੇੜੇ ਦਾ ਰਿਸ਼ਤਾ ਮੇਰੇ ਖਿਆਲ ਦੇ ਵਿੱਚ। ਜੀ। ਇਹਨੂੰ ਅਸੀਂ ਅੱਡਰਾ ਕਰਕੇ ਨਹੀਂ ਦੇਖ ਸਕਦੇ। ਬਿਲਕੁਲ। ਮੈਂ ਸਾਹਿਤ ਦਾ ਜਿਹੜਾ ਹੈਗਾ ਉਹ ਪਹਿਲਾ ਇੱਕ ਪੁਆਇੰਟ ਮੰਨਦਾ ਕਿ ਰੰਗਮੰਚ ਤੇ ਆਉਣ ਤੋਂ ਪਹਿਲਾਂ ਕਿਤੇ ਨਾ ਕਿਤੇ ਤੁਹਾਡੇ ਅੰਦਰ ਸਾਹਿਤ ਦੀ ਚਿਣਗ ਜਿਹੜੀ ਹੋਣੀ ਆ ਬਹੁਤ ਜ਼ਰੂਰੀ ਹੈ। ਜੀ, ਤੁਸੀਂ ਰੰਗਮੰਚ ਆਉਣ ਤੋਂ ਪਹਿਲਾਂ ਸਾਹਿਤ ਨਾਲ ਕਿਵੇਂ ਜੁੜੇ? ਇਹ ਮੇਰਾ ਇੱਕ ਛੋਟਾ ਜਿਹਾ ਸਵਾਲ ਆ। ਅਸੀਂ ਫਿਰ ਰੰਗਮੰਚ ਦੇ ਵੱਲ ਆਵਾਂਗੇ ਕਿ ਤੁਸੀਂ ਰੰਗਮੰਚ ਵੱਲ ਕਿੱਦਾਂ ਆਏ। ਪਹਿਲਾਂ ਸਾਹਿਤ ਵੱਲ ਜਿਹੜਾ ਹੈਗਾ, ਕਵਿਤਾ, ਕਹਾਣੀ ਜਾਂ ਨਾਟਕ ਲਿਖਣਾ ਜਿਹੜਾ ਹੈਗਾ, ਚਲੋ ਨਾਟਕ ਤਾਂ ਖੈਰ ਬਾਅਦ ਦੀ ਗੱਲ ਆ। ਤੁਸੀਂ ਰੰਗਮੰਚ ਤੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਉਹ ਸਾਹਿਤ ਨਾਲ ਤੁਹਾਡਾ ਕਿਵੇਂ ਜਿਹੜਾ ਹੈਗਾ ਉਹ ਵਾਹ ਪਿਆ? ਜਿਵੇਂ ਮੈਂ ਤੁਹਾਨੂੰ ਦੱਸਿਆ ਗੁਰਵਿੰਦਰ ਕਿ ਮੈਂ ਬਚਪਨ ਦੇ ਵਿੱਚ ਮੇਰੇ ਚਾਚਾ ਜੀ ਦੇ ਲੁਕੋਏ ਹੋਏ ਚਿੱਠੇ ਪੜ੍ਹਦਾ ਹੁੰਦਾ ਸੀ। ਜੌਣਾ ਮੋੜ ਦਾ ਚਿੱਠਾ ਸੀ ਉਹ ਜਾਨੀ ਜੋਰ ਦਾ ਕਿੱਸਾ ਸੀ, ਉਹ ਸੁੱਚੇ ਸੂਰਮੇ ਦਾ ਕਿੱਸਾ ਸੀ। ਉਹ ਕਿੱਸੇ ਮੈਂ ਬਚਪਨ ਦੇ ਵਿੱਚ ਪੜ੍ਹੇ ਤੇ ਮੈਨੂੰ ਇਹ ਲੱਗਦਾ ਕਿ ਉਹ ਕਿੱਸਿਆਂ ਦਾ ਗੀਤ, ਉਹ ਕਿੱਸਿਆਂ ਦੇ ਛੰਦ ਮੇਰੇ ਅੰਦਰ ਕਿਤੇ ਬੈਠੇ ਹੋਏ ਸੀ। ਜਾਂ ਫਿਰ ਜਿਹੜੇ ਕਮਿਊਨਿਸਟ ਪਾਰਟੀਆਂ ਦੇ ਉਪੇਰੇ ਜਿਹੜੇ ਖੇਡੇ ਜਾਂਦੇ ਸੀ ਉਹ ਮੇਰੇ ਅੰਦਰ ਬੈਠੇ ਹੋਏ ਸੀ। ਇਸ ਕਰਕੇ ਮੇਰੀ ਜਿਹੜੀ ਪਹਿਲੀ ਲਿਖਤ ਸੀ ਉਹ ਗੀਤ ਦੇ ਰੂਪ ਦੇ ਵਿੱਚ ਹੀ ਸੀ। ਮੈਂ ਪਹਿਲੀ ਮਤਲਬ ਗੀਤ ਲਿਖੇ ਪਹਿਲਾਂ ਕੁਛ, ਤੇ ਮੈਨੂੰ ਨਹੀਂ ਪਤਾ ਸੀ ਉਹ ਗੀਤ ਮੇਰੇ ਕਿੱਥੇ ਪੜ੍ਹੇ ਜਾਣਗੇ, ਮੈਨੂੰ ਨਹੀਂ ਪਤਾ ਸੀ ਉਹ ਗੀਤ ਮੇਰੇ ਕਿੱਥੇ ਰਿਕਾਰਡ ਹੋਣਗੇ, ਪਰ ਮੇਰੇ ਅੰਦਰ ਕਿਤੇ ਜਿਹੜੇ ਮੇਰੇ ਆਪਣੇ ਭਾਵ ਸੀ ਉਹਨਾਂ ਗੀਤਾਂ ਰਾਹੀਂ ਨਿਕਲ ਕੇ ਬਾਹਰ ਆਏ। ਤੇ ਮੇਰੇ ਕੋਲੇ ਅੱਜ ਤੱਕ ਵੀ ਨਾ ਮੇਰੇ ਕੋਲੇ ਲਗਭਗ 4 ਡਾਇਰੀਆਂ ਗੀਤਾਂ ਦੀਆਂ ਪਈਆਂ ਨੇ। ਤੇ ਉਹ ਡਾਇਰੀਆਂ, ਹਾਲਾਂਕਿ ਮੈਂ ਉਦੋਂ ਬਾਅਦ ਗੀਤ ਜਿਹੋ ਜਿਹੇ ਉਸ ਕਿਸਮ ਦੇ ਉਸ ਦੌਰ ਦੇ ਗੀਤ ਹੁੰਦੇ ਸੀ, ਬਚਪਨ ਦੇ ਗੀਤ ਜਾਂ ਜਵਾਨੀ ਦੇ ਗੀਤ, ਜਾਂ ਜਿਹੋ ਜਿਹੇ ਕਲਾਕਾਰਾਂ ਨੂੰ ਅਸੀਂ ਸੁਣਦੇ ਹੁੰਦੇ ਸੀ ਉਹੇ ਜਿਹੇ ਗੀਤ ਉਹ ਮੈਂ ਲਿਖੇ। ਤੇ ਉਹ ਗੀਤ ਅੱਜ ਤੱਕ ਮੈਂ ਕਿਤੇ ਰਿਕਾਰਡ ਵੀ ਨਹੀਂ ਕਰਵਾਏ ਹੈਗੇ। ਪਰ ਮੇਰਾ ਪਹਿਲਾ ਸਰਮਾਇਆ ਸਾਹਿਤ ਨਾਲ, ਮੇਰੀ ਪਹਿਲੀ ਜਾਣ ਪਛਾਣ ਉਹਨਾਂ ਗੀਤਾਂ ਦੇ ਰੂਪ ਦੇ ਵਿੱਚ ਹੀ ਹੋਈ। ਤੇ ਉਹਦੇ ਵਿੱਚੋਂ ਹੀ ਮੇਰੇ ਨਾਟਕ ਦੇ ਬੀਜ ਨੇ ਜਿਹੜੇ ਉਹ ਨਿਕਲਦੇ ਨੇ, ਉਹਦੇ ਵਿੱਚੋਂ ਹੀ ਕਿਤੇ ਨਾ ਕਿਤੇ ਮੇਰਾ ਨਾਟਕ। ਜੀ,
ਜੀ ਤੇ ਅਗਲੀ ਗੱਲਬਾਤ ਤੋਂ ਪਹਿਲਾਂ ਅਸੀਂ ਸਾਰੇ ਦਰਸ਼ਕਾਂ ਦਾ ਜਿਹੜਾ ਹੈਗਾ ਅਸੀਂ ਸਵਾਗਤ ਕਰ ਦਈਏ ਜੋ ਸਾਡੇ ਨਾਲ ਆਨਲਾਈਨ ਜੁੜ ਚੁੱਕੇ ਨੇ। ਸੋਮ ਸਿੰਘ ਜੀ, ਸੋਮਪਾਲ ਹੀਰਾ ਜੀ, ਸਤਿ ਸ਼੍ਰੀ ਅਕਾਲ ਭਾਜੀ। ਸੋਮਪਾਲ ਹੀਰਾ ਜੀ, ਕੁਲਦੀਪ ਦੀਪ ਜੀ ਤੁਹਾਡੇ ਫੇਸਬੁੱਕ ਤੋਂ ਆ ਰਹੇ ਨੇ। ਉਸ ਤੋਂ ਬਾਅਦ ਸੋਮ ਸਿੰਘ ਜੀ, ਜਗਜੀਤ ਸਰੀਨ, ਕਾਫੀ ਜਿਹੜੇ ਸਾਡੇ ਦਰਸ਼ਕ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਸਾਡੀ ਗੱਲਬਾਤ ਨੂੰ ਸਾਡਾ ਜੋ ਇਸ ਰੰਗਮੰਚ ਦਾ ਸਿਲਸਿਲਾ ਹੈ ਉਹਨੂੰ ਦੇਖ ਰਹੇ ਨੇ। ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੇ ਰੰਗਮੰਚ ਦੇ ਸਫ਼ਰ ਬਾਰੇ। ਸਾਹਿਤ ਨਾਲ ਜੁੜਨਾ, ਉਸ ਤੋਂ ਬਾਅਦ ਰੰਗਮੰਚ ਵੱਲ ਆਉਣਾ। ਕੀ ਜਿੱਦਾਂ ਤੁਸੀਂ ਗੱਲਬਾਤ ਦੇ ਵਿੱਚ ਦੱਸਿਆ ਕਿ ਤੁਹਾਡੇ ਜਿਹੜੇ ਪਿੰਡਾਂ ਦਾ ਜੋ ਸਿਨੈਰੀਓ ਸੀਗਾ, ਜੋ ਸਾਰੀ ਸਰਾਊਂਡਿੰਗ ਸੀਗੀ, ਉਹਦੇ ਵਿੱਚ ਕਿਤੇ ਵੀ ਸਾਹਿਤ ਤੇ ਰੰਗਮੰਚ ਤਾਂ ਮੈਨੂੰ ਮਤਲਬ ਹਜੇ ਵੀ ਨਹੀਂ ਨਜ਼ਰ ਆਉਂਦਾ, ਜੇ ਹਜੇ ਤੱਕ ਵੀ ਉੱਥੇ ਕੁਝ ਪਹੁੰਚ ਨਹੀਂ ਹੈਗੀ। ਜੀ ਜੀ ਤੁਹਾਡਾ ਰੰਗਮੰਚ ਵੱਲ ਆਉਣਾ ਉਹ ਕਿੱਦਾਂ ਸਬੱਬ ਬਣਦਾ? ਦੇਖੋ, ਇੱਕ ਨਾ ਬੜਾ ਇੱਕ ਕਮਾਲ ਦਾ ਤੱਥ ਹੈ। ਜਿਹੜੀ ਮੂਵਮੈਂਟ ਤੇ ਮੈਂ ਬਾਅਦ ਦੇ ਵਿੱਚ ਕੰਮ ਕੀਤਾ, ਜਿਹੜੀ ਮੂਵਮੈਂਟ ਤੇ ਮੈਂ ਬਾਅਦ ਦੇ ਵਿੱਚ ਰਿਸਰਚ ਕੀਤੀ, ਇੱਟਾਂ ਤੇ ਉਪੇਰਿਆਂ ਤੇ। ਪਹਿਲਾ ਉਪੇਰਾ ਸ਼ੀਲਾ ਭਾਟੀਆ ਨੇ ਲਿਖਿਆ, ਇਕੱਲੇ ਪੰਜਾਬ ਦੇ ਵਿੱਚ ਪਹਿਲਾ ਉਪੇਰਾ ਤੇਰਾ ਸਿੰਘ ਚੰਦ ਨੇ ਲਿਖਿਆ। ਤੇ ਜੀ। ਮੈਂ ਹੈਰਾਨ ਹੁੰਦਾ ਜਦੋਂ ਮੈਂ ਇਹਨਾਂ ਦੀ ਸਟੱਡੀ ਕੀਤੀ PhD ਦੇ ਦੌਰਾਨ। ਇਹਨਾਂ ਦੋਨਾਂ ਨਾਲ ਜਦੋਂ ਮੈਂ ਇੰਟਰਵਿਊ ਕੀਤੀ, ਇਹਨਾਂ ਨੇ ਇੱਕ ਗੱਲ ਸਾਂਝੀ ਕੀਤੀ ਕਿ ਸਾਨੂੰ ਨਹੀਂ ਪਤਾ ਸੀ ਉਪੇਰਾ ਦੁਨੀਆ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ, ਉਪੇਰਾ ਨਾਲ ਦੀ ਕੋਈ ਟਰਮ ਹੈਗੀ ਹੈ ਜਾਂ ਨਹੀਂ ਹੈਗੀ, ਪਰ ਅਸੀਂ ਉਪੇਰਾ ਲਿਖਿਆ। ਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹੀ ਚੀਜ਼ ਸੀ ਕਿ ਕਿਉਂਕਿ ਮੈਂ ਗੀਤ ਲਿਖਦਾ ਸੀ ਤੇ ਉਹ ਗੀਤ ਮੇਰੇ, ਜਦੋਂ ਮੈਂ ਉਹਦੇ ਵਿੱਚ ਇੱਕ ਤੋਂ ਵੱਧ ਕਰੈਕਟਰ ਲਿਆਂਦੇ ਉਹਨਾਂ ਗੀਤਾਂ ਦੇ ਵਿੱਚ, ਉਹ ਇੱਕ ਕਿਸਮ ਦੇ ਗੀਤ ਨਾਟ ਬਣ ਗਏ, ਛੋਟੇ ਛੋਟੇ ਉਪੇਰੇ ਬਣ ਗਏ। ਤੇ ਮੈਨੂੰ ਵੀ ਉਦੋਂ ਤੱਕ ਨਹੀਂ ਪਤਾ ਸੀ ਕਿ ਪੰਜਾਬੀ ਦੇ ਵਿੱਚ ਕੋਈ ਤੇਰਾ ਸਿੰਘ ਚੰਦ, ਜੋਗਿੰਦਰ ਬਾਹਲਾ, ਸ਼ੀਲਾ ਭਾਟੀਆ ਉਪੇਰੇ ਲਿਖਦੇ ਨੇ ਜਾਂ ਦੁਨੀਆ ਦੇ ਵਿੱਚ ਕੋਈ ਉਪੇਰਾ ਹੈਗਾ। ਕਹਿਣ ਦਾ ਭਾਵ ਸੁਭਾਵਿਕ ਤੌਰ ਤੇ ਮੇਰੇ ਅੰਦਰੋਂ ਜਿਹੜੇ ਗੀਤ ਸੀ ਉਹਨਾਂ ਨੇ ਹੌਲੀ ਹੌਲੀ ਨਾਟਕਾਂ ਦੀ ਸ਼ੇਪ ਲੈਣੀ ਸ਼ੁਰੂ ਕੀਤੀ। ਤੇ ਪਹਿਲੀ ਵਾਰ ਇੱਕ ਸਕੂਲ ਦੀ, ਪ੍ਰਾਈਵੇਟ ਸਕੂਲ ਦੀ ਸਟੇਜ ਦੇ ਉੱਤੇ ਉਹਨਾਂ ਦੇ ਐਨੂਅਲ ਫੰਕਸ਼ਨ ਦੇ ਵਿੱਚ ਮੈਂ ਇੱਕ ਗੀਤ ਨੂੰ 15 ਮਿੰਟ ਲੰਬਾ ਕਰਕੇ, ਅਮਲੀ ਸੀ ਉਹਦੇ ਵਿੱਚ, ਇੱਕ ਅਮਲੀ ਦੀ ਘਰਵਾਲੀ ਸੀ, ਇੱਕ ਅਮਲੀ ਦੇ ਦੋ ਦੋਸਤ ਸੀ, ਉਹਨਾਂ ਤੇ ਮੈਂ ਇੱਕ ਗੀਤ ਲਿਖਿਆ ਲੰਬਾ। ਉਹਦੇ ਵਿੱਚ ਕੋਈ ਕਰੈਕਟਰ ਸੀ ਤੇ ਉਹ ਮੇਰਾ ਪਹਿਲਾ ਉਪੇਰਾ ਸੀ, ਜਿਹਦੇ ਬਾਰੇ ਮੈਨੂੰ ਜਦੋਂ ਮੈਂ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਨਾਲ PhD ਕਰਨ ਲੱਗਿਆ ਉਦੋਂ ਪਤਾ ਲੱਗਿਆ ਕਿ ਜੋ ਮੈਂ ਲਿਖਿਆ ਸੀ ਉਹ ਉਪੇਰਾ ਸੀ। ਤੇ ਉਹ ਮੇਰਾ ਪਹਿਲਾ ਜਿਹੜਾ ਉਪੇਰਾ ਸੀ, ਜਿਹੜਾ ਪਹਿਲਾ ਨਾਟਕ ਸੀ, ਕਹਿਣ ਦਾ ਭਾਵ ਉਹ ਗੀਤ ਦੇ ਰੂਪ ਦੇ ਵਿੱਚ ਸੀ। ਉਹਦਾ ਨਾਂ ਸੀ ਇਹ ਜੰਗ ਕੌਣ ਲੜੇ। ਤੇ ਮੈਨੂੰ ਉਦੋਂ ਬਿਲਕੁਲ ਨਹੀਂ ਪਤਾ ਸੀ ਕਿ ਨਾਟਕ ਕੀ ਹੁੰਦਾ, ਮੈਨੂੰ ਉਦੋਂ ਬਿਲਕੁਲ ਨਹੀਂ ਪਤਾ ਸੀ ਉਪੇਰਾ ਕੀ ਹੁੰਦਾ। ਪਰ ਮੇਰੇ ਅੰਦਰਲੀ ਸਿਰਜਣਾ ਸੀ, ਮੇਰੇ ਅੰਦਰ ਉਹ ਜਿਹੜਾ ਸਾਹਿਤ ਦੇ ਬੀਜ ਪਏ ਸੀ ਕਿਤੇ, ਉਹ ਜਿਵੇਂ ਆਪਣੇ ਆਪ ਬੀਜ ਨਾ ਜ਼ਮੀਨ ਦੇ ਵਿੱਚ ਬਾਹਰ ਨਿਕਲਿਆ ਹੁੰਦਾ, ਬੀਜ ਨੇ ਆਪਣੀ ਥਾਂ ਲੈਣੀ ਹੁੰਦੀ ਹੈ, ਬੀਜ ਨੇ ਉੱਗਣਾ ਹੁੰਦਾ। ਉਹ ਮੇਰੇ ਅੰਦਰ ਗੀਤਾਂ ਦੇ ਜਿਹੜੇ ਬੀਜ ਸੀ ਉਹ ਉਪੇਰਾ ਬਣ ਕੇ ਉੱਗਣੇ ਸ਼ੁਰੂ ਹੋਏ। ਤੇ ਇਹ ਜੰਗ ਕੌਣ ਲੜੇ ਜਿਹੜਾ ਪਹਿਲਾ ਉਪੇਰਾ ਸੀ, ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਐਨੂਅਲ ਫੰਕਸ਼ਨ ਦੇ ਵਿੱਚ ਖੇਡਿਆ ਗਿਆ ਸੀ, ਉੱਥੋਂ ਮੇਰਾ ਸਫ਼ਰ ਜਿਹੜਾ ਨਾਟਕਾਂ ਦਾ ਸ਼ੁਰੂ ਹੁੰਦਾ ਹੈ। ਜੀ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਕ ਛੋਟਾ ਜਿਹਾ ਪੌਜ਼ ਲੈਣਾ। ਸਾਡੇ ਜਿਹੜੇ ਮਾਣਯੋਗ ਸਾਡੇ ਸੀਨੀਅਰ ਲੱਖਾ ਲਹਿਰੀ ਜੀ ਜੁੜ ਚੁੱਕੇ ਨੇ ਸਾਡੇ ਨਾਲ, ਸੋਮਪਾਲ ਹੀਰਾ ਜੀ ਵੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਸੁਰੇਸ਼ ਮਹਿਤਾ ਜੀ ਜੁੜੇ ਹੋਏ ਨੇ। ਅਸੀਂ ਉਹਨਾਂ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਅਸੀਂ ਇਹ ਸਾਰੀ ਚਰਚਾ ਨੂੰ ਬੜਾ ਜਿਹੜੀ ਦਿਲਚਸਪ ਜਿਹੜੀ ਹੈਗੀ ਆ ਕਹਾਣੀ ਚੱਲ ਰਹੀ ਹੈ ਇੱਕ ਰੰਗਮੰਚ ਦੇ ਸਫ਼ਰ ਦੀ, ਬੜਾ ਸੋਹਣਾ ਸਫ਼ਰ ਰਿਹਾ। ਤੇ ਹੁਣ ਦਾ ਜਿਹੜਾ ਅੱਜ ਦੀ ਅਸੀਂ ਪੇਸ਼ਕਾਰੀ ਆ ਉਹਨੂੰ ਅਸੀਂ ਪਹਿਲਾਂ ਜਿਹੜਾ ਹੈਗਾ ਅਸੀਂ ਮੰਚ ਤੇ ਲੈ ਕੇ ਆਵਾਂਗੇ, ਤੇ ਬਾਕੀ ਦੀ ਜਿਹੜੀ ਚਰਚਾ ਹੈਗੀ ਆ ਅਸੀਂ ਉਹ ਜਿਹੜੀ ਸਾਡੀ ਪੇਸ਼ਕਾਰੀ ਹੈਗੀ ਆ ਉਸ ਤੋਂ ਬਾਅਦ ਕਰਾਂਗੇ। ਹੁਣ ਜਿਹੜਾ ਸਾਡਾ ਅੱਜ ਦਾ ਜਿਹੜਾ ਨਾਟਕ ਹੈਗਾ ਉਹ ਪੇਸ਼ੇ ਨਜ਼ਰ ਆ, ਤੇ ਇਸ ਨਾਟਕ ਤੋਂ ਬਾਅਦ ਜਿਹੜੀ ਚਰਚਾ ਦੇ ਵਿੱਚ ਅਸੀਂ ਦਰਸ਼ਕਾਂ ਦੇ ਸਵਾਲ ਵੀ ਲਵਾਂਗੇ। ਕੁਲਦੀਪ ਦੀਪ ਜੀ ਤੁਹਾਡੇ ਸਾਹਮਣੇ ਹੋਣਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਜੇਕਰ ਤੁਸੀਂ ਪੇਸ਼ਕਾਰੀ ਬਾਰੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਵੇਟ ਕਰ ਸਕਦੇ ਹੋ, ਪੇਸ਼ਕਾਰੀ ਦੇਖੋ। ਤਾਂ ਹੁਣ ਤੁਹਾਡੀ ਪੇਸ਼ੇ ਨਜ਼ਰ ਹੈ ਅੱਜ ਦਾ ਜਿਹੜਾ ਸਾਡਾ ਪੇਸ਼ਕਾਰੀ ਜਿਹੜੀ ਹੈ ਜਾਂ ਅਗਲਾ ਸੈਗਮੈਂਟ ਆ। ਸੋ ਕਿਤੇ ਨਹੀਂ ਜਾਣਾ, ਤੁਸੀਂ ਇੱਥੇ ਜੁੜੇ ਰਹੋ। ਅਸੀਂ ਲਗਾਤਾਰ ਤੁਹਾਡੇ ਨਾਲ ਬਣੇ ਹੋਏ ਹਾਂ ਇਸ ਵਰਚੁਅਲ ਸਪੇਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਤਾਂ ਪੇਸ਼ੇ ਨਜ਼ਰ ਹੈ ਸਾਡਾ ਅੱਜ ਦਾ ਜਿਹੜਾ ਅਗਲਾ ਸੈਗਮੈਂਟ ਆ ਕੁਲਦੀਪ ਦੀਪ ਜੀ ਦੀ ਰਚਨਾ। ਆਓ ਦੇਖਦੇ ਹਾਂ।
हाजरीन, पेश है कविता दा रंगमंच डॉक्टर कुलदीप सिंह दीप दी रचना सरहद तो। मेरी सजनी, बहुत ठरी हुई शाम है। मैं बर्फ दे पहाड़ ते अपने दो साथियों दी लाशां दे कोल बैठा हौंकियां दी अग सेक रहा हां। मेरे ये दोहे साथी हुणे होई गोलाबारी विच ढेर होए हन। ऐन मेरियां अखां दे सामने गोलियां दी वाछड़ होई ते दो हसदियां खेड़दियां देहां मिट्टी हो गईयां। सजनी, गोलियां कदे सरनामा नहीं पुछदियां, बस हाकम दी जवान चों निकलदियां ने ते फौजियां दियां छातियां फाड़ सुटदियां ने। कदे सरहद तो उरार ते कदे पार। अजे छिणक पहला दी तां गल है, असी ठहाके मार के हस रहे सां। ओहो हो, बड़ी ठंड है, चीरदी जांदी है हवा। ओ भैया, मच्ची ने तेरे तो अग अजे। ओ भैन देने दिया मचा लै जल्दी, जदों मर मुक के फिर मचावेगा। मैं क्यों पैन देने दा? आ लकड़ी है पैन देने दी, आगे नहीं पकड़ती। बड़ा आई जाट पंजाब की, मेरे पे हवा करती है। ओ बिहारी, ज्यादा ना बोल। तेरे वर्गे भईए ना साडे खेतां विच घाह कटदे ने, झोना लाउंदे ने। और तुहार जैसे फौरन में रेड़ी लगाते हैं, बेर तोड़ते हैं। बात तो एक ही है ना, हम तुम्हारे नौकर, तुम उनके नौकर। जट बिहारी, ओए कंजरो, ਆਪਾਂ ਸਾਰੇ ਉਹਨਾਂ ਲਈ ਸਿਰਫ ਵੋਟਾਂ ਹਾਂ, ਵੋਟਾਂ। ਸਰਹੱਦਾਂ ਤੇ ਲੜ ਕੇ ਆਪਾਂ ਮਰ ਜਾਂਦੇ ਆ ਤੇ ਅੱਛੇ ਦਿਨ ਕਿਸੇ ਹੋਰ ਦੀ ਆ ਜਾਂਦੇ ਆ। साली बात करती है। सेक 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 चौतरफां तो कदे बर्फां तो कदे साहां चों कदे आहां चों राहां चों निकलदा देख सेक 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 सेक। मैं बच गया इस करके नहीं कि मैं सूरवीर सा, बल्कि इस करके कि मेरे मूहरे एक पत्थर आ गया। इत्थे अक्सर इंज ही हुंदा है, कद किस दी वारी आ जावे किसे नू कोई इल्म नहीं हुंदा। हो सकदा है अगली सतर लिखन तक मैं भी होवां जाना। मेरी सजनी, मेरे आले दुआले जिंदगी वर्गा कुछ भी नहीं है। केसर दी वादी विच बरलाप हन, सेबां चों मिठास नहीं।
ਖੂਨ ਨੁਚਰ ਰਿਹਾ ਹੈ। ਵਿਰਾਨ ਪਏ ਮੱਕੀ ਦੇ ਖੇਤ ਵਾਰਸਾਂ ਨੂੰ ਤਰਸ ਰਹੇ ਹਨ। ਖੇਤ ਜੋ ਆਪਣੇ ਲਹੂ ਪਸੀਨੇ ਨਾਲ ਸਿੰਜ ਕੇ ਵਾਰਸਾਂ ਨੇ ਬੀਜੇ ਸਨ, ਅਜੇ ਤਾਂ ਬੂਟੇ ਹੀ ਪੁੰਗਰ ਰਹੇ ਸਨ। ਲੈਂਦੇ ਪਾਸਿਓਂ ਅੱਗ ਦੀ ਹਨੇਰੀ ਆਈ ਤੇ ਸਿਆੜਾ ਚ ਉੱਗੇ ਬੋਟ ਝੁਲਸਣ ਲੱਗੇ। ਚੜਦੇ ਵਾਲਿਆਂ ਨੂੰ ਹਾਕ ਮਾਰੀ, ਉਹ ਆਏ ਤਾਂ ਸਨ ਭੱਜ ਕੇ, ਪਰ ਮੁੜ ਵਾਪਸ ਨਹੀਂ ਗਏ। ਇੱਕ ਨੇ ਸਾੜਿਆ, ਰੱਜ ਕੇ ਉਜਾੜਿਆ, ਦੂਜੇ ਨੇ ਦਬੋਚਿਆ, ਬੋਟੀ ਬੋਟੀ ਨੋਚਿਆ। ਹੁਣ ਇਹਨਾਂ ਖੇਤਾਂ ਵਿੱਚ ਮੱਕੀ ਦੇ ਬੂਟਿਆਂ ਨੂੰ ਛੱਲੀਆਂ ਨਹੀਂ, ਲਾਸ਼ਾਂ ਲੱਗਦੀਆਂ ਨੇ ਤੇ ਇਹਨਾਂ ਖੇਤਾਂ ਦੇ ਵਾਰਸ ਸਿਆੜਾਂ ਵਿੱਚ ਹੀ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਨੇ ਜਾਂ ਬਲਡੋਜ਼ਰ ਚੜਾ ਕੇ ਤਰੜ ਦਿੱਤੇ ਜਾਂਦੇ ਨੇ। ਉਧਰਲਿਆਂ ਨੇ ਤਾਂ ਇਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਹੀ ਥਮਾਈਆਂ ਸਨ, ਘੱਟ ਇਧਰਲਿਆਂ ਨੇ ਵੀ ਨਹੀਂ ਕੀਤੀ। ਜੰਨਤ ਦੇ ਬਸ਼ਿੰਦੇ ਦੋ ਡੰਗ ਦੀ ਰੋਟੀ ਨੂੰ ਤਰਸ ਗਏ। ਸ਼ਿਕਾਰਿਆਂ ਦਾ ਕਾਰੋਬਾਰ ਠੱਪ ਹੋ ਗਿਆ, ਸ਼ਿਕਾਰੀਆਂ ਦਾ ਕਾਰੋਬਾਰ ਸ਼ੁਰੂ ਹੋ ਗਿਆ। ਖੱਚਰਾਂ ਦੀ ਥਾਂ ਚੱਲ ਰਹੇ ਨੇ ਬਲਡੋਜ਼ਰ, ਬੀੜੀਆਂ ਜਾ ਰਹੀਆਂ ਨੇ ਤੋਪਾਂ। ਰੋਟੀ ਮੰਗਦੇ ਹੱਥਾਂ ਵਿੱਚ ਇੱਕ ਨੇ ਬੰਦੂਕਾਂ ਫੜਾਈਆਂ ਤੇ ਦੂਜੇ ਨੇ ਬੰਦੂਕਾਂ ਬਰਸਾਈਆਂ। ਇੱਕ ਨੇ ਗੀਜੇ ਬੰਬਾਂ ਨਾਲ ਭਰ ਦਿੱਤੇ ਤੇ ਦੂਜੇ ਨੇ ਬੰਬ ਮੂੰਹਾਂ ਵਿੱਚ ਤੁੰਨ ਦਿੱਤੇ। ਸੱਜਣੀ ਕਿੰਜ ਦੱਸਾਂ ਤੈਨੂੰ, ਬਹੁਤ ਕੋਪ ਆਉਂਦੀ ਹੈ ਦੱਸਦਿਆਂ ਕਿ ਕਈ ਸਾਡੇ ਹੀ ਭਰਾ ਕਿਸੇ ਵੀ ਕੁੜੀ ਨੂੰ ਕਦੋਂ ਮਰਜੀ ਧੂਕੇ ਜਿੱਥੇ ਮਰਜੀ ਲੈ ਜਾਣ, ਕੋਈ ਰੋਕਣ ਟੋਕਣ ਵਾਲਾ ਨਹੀਂ। ਅਜੇ ਕੁਝ ਦਿਨ ਪਹਿਲਾਂ ਦੀ ਤਾਂ ਗੱਲ ਹੈ, ਅੱਤਵਾਦੀ ਚਿਰਾਗ ਦੀ ਸੂਹ ਮਿਲਦਿਆਂ ਹੀ ਸੱਚ ਤੇ ਨਿਕਲਿਆ ਸੀ ਸਾਡਾ ਦਾਸਤਾ। ਘਰ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ, चेतावनियां देके चिराग, लास्ट वार्निंग के रूप में आपको सूचित किया जाता है, अगर अपनी और अपने परिवार की सलामती चाहता है तो 2 मिनट में सरेंडर कर दे, नहीं तो पूरे घर को नेस्त तो नाबूद कर दिया जाएगा। जब असी घर दे अंदर गए ਤਾਂ चिराग ਲੱਖ ਲੱਭਣ ਦੇ ਬਾਵਜੂਦ ਵੀ ਨਾ ਲੱਭਿਆ। ਬਸ ਘਰ ਦੇ ਵਿਹੜੇ ਵਿੱਚ ਸੁੱਕਣੀਆਂ ਪਾਈਆਂ ਛੱਲੀਆਂ ਤੇ ਇੱਕ ਸਹਿਮੀ ਹੋਈ ਮਾਂ ਤੇ ਇੱਕ ਭਰ ਜੋਬਨ ਮਟਿਆਰ ਅਸਮਾ ਤੇ ਉਸ ਦਾ ਨਿੱਕਾ ਵੀਰ ਆਫਤਾਬ, ਮੇਰੇ ਭਰਾ ਵਰਗਾ, ਮੇਰੀ ਸੱਜਣੀ, ਤੇਰੇ ਨਿਕੜੇ ਦਿਓਰ ਵਰਗਾ। ਸਾਡੇ ਕਮਾਂਡਰ ਨੇ ਉਸ ਨੂੰ ਦੌੜ ਜਾਣ ਲਈ ਕਿਹਾ ਤੇ ਉਹ ਮਾਸੂਮ ਡਰਦਾ ਭੱਜ ਪਿਆ। ਠਾ ਕਰਕੇ ਗੋਲੀ ਉਸ ਦੀ ਪਿੱਠ ਵਿੱਚ ਮਾਰੀ। ਦੇ ਦਿੱਤਾ ਦੇਸ਼ ਭਗਤੀ ਦਾ ਸਬੂਤ ਤੇ ਮਾਰ ਦਿੱਤਾ ਮੁਕਾਬਲੇ ਵਿੱਚ ਇੱਕ ਟੈਰਰਿਸਟ।
ਅਸਮਾ ਚੀਕ ਮਾਰ ਕੇ ਮਾਂ ਦੀ ਛਾਤੀ ਨਾਲ ਲੱਗ ਗਈ। ਹਾਪੜੇ ਹੋਏ ਰਾਖਸ਼ਾਂ ਨੇ ਅਸਮਾ ਨੂੰ ਮਾਂ ਨਾਲੋਂ ਵੱਖ ਕਰ ਦਿੱਤਾ। ਚੁੰਨੀ ਉਛਾਲ ਦਿੱਤੀ, ਬੁਰਕਾ ਫਾੜ ਦਿੱਤਾ। ਅਸਮਾ ਤੱਕ ਰਹੀ ਸੀ ਦਰਿੰਦਿਆਂ ਦੀਆਂ ਅੱਖਾਂ ਵਿੱਚ ਹਵਾਨੀਅਤ, ਤੇ ਦਰਿੰਦੇ ਤੱਕ ਰਹੇ ਸੀ ਉਸ ਦੇ ਪਾਟੇ ਹੋਏ ਬੁਰਕੇ ਵਿੱਚੋਂ ਦਿਸਦਾ ਜਿਸਮ। ਮੇਰੇ ਤੋਂ ਇਹ ਹਵਾਨੀਅਤ ਬਰਦਾਸ਼ਤ ਨਾ ਹੋਈ। ਮੇਰੀਆਂ ਅੱਖਾਂ ਅੱਗੇ ਇੱਕ ਦਿਨ ਸਾਡੇ ਗਵਾਂਢੀਆਂ ਦੀ ਨਿੰਮੋ ਆ ਗਈ। ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਮੈਂ ਅਜੇ 4 ਸਾਲਾਂ ਦਾ ਸੀ ਜਦੋਂ ਖਾਕੀ ਵਰਦੀ ਵਾਲੇ ਦਗੜ ਦਗੜ ਕਰਦੇ ਘਰ ਅੰਦਰ ਆਏ, ਨਿੰਮੋ ਨੂੰ ਧੂ ਕੇ ਅੰਦਰ ਲੈ ਗਏ। थोड़ी देर बाद निम्मो चीका मारदी बाहर आई। मापे पत्थर हो गए। सारा पिंड डूंगे मातम विच डुब गया। निम्मो दा बड़ा भरा उस दिन अजिहा घरों निकलिया, मुड़ वापस ना आया, ना जिउंदा ना मुर्दा। मैनू पता नहीं की होया, मैं सब नूं धक्के मारदा अगे वधिया ते चुन्नी चुक असमा दे जिस्म ते दे दित्ती ते वो सहमी हुई मेरी पिठ पिछे लुक गई। काड़ करदी आवाज आई, भावुक मत हुआ जवान, नहीं तो मुकाबले में एक टेररिस्ट के साथ एक जवान भी शहीद हो सकता है। मेरियां अखां अगे हनेरा छा गया। विआह नूं तरसदी भैन, सुपनियां दे खेत बाउंदा निकड़ा वीर, गलवकड़ी नूं तरसदी तू ते चुम्मना नूं तरसदा गोबड़ा पुੱਤ चेते आ गया। मैनू पता ही ना लगा कि वो राक्षस कद आसमान नूं छलियां उत्तों दी धू के अंदर ले गए। आसमान विच बिजली कड़की, नाली आसमान दी संग पाड़मी चीख सुनाई दित्ती। मैं वापस परत्या, उधर नूं दौड़िया। पर भाना तां वापर चुका सी। हुण उत्थे बचाउण वाला कुछ नहीं सी बचिया। साडे कमांडर दे चेहरे ते गुज्जी मुस्कुराहट सी। मेरा जी करदा सी अपनी बंदूक दी नाली उसदे मूंह विच तुन दियां ते पुछां, दरिंदिओ ਇਹ ਜਫਤਾ ਮੁੱਕ ਜਾਣਗੇ? ਨਹੀਂ, ਜਦ ਤੱਕ ਫੌਜ ਵਿੱਚ ਤੁਹਾਡੇ ਵਰਗੇ ਦਰਿੰਦੇ ਹੋਣਗੇ, ਮਾਵਾਂ ਦੀਆਂ ਕੁੱਖ ਵਿੱਚ ਭੁਚਾਲ ਪਲਣਗੇ ਤੇ ਨਿਤ ਨਵੇਂ ਆਫਤਾਬ ਚੜਨਗੇ। ਸਜਣੀ ਇੰਜ ਇਧਰਲੇ ਤੇ ਉਧਰਲੇ ਫੁੱਲਾਂ ਦੀ ਬਸਤੀ ਵਿੱਚ ਲਾਸ਼ਾਂ ਦਾ ਵਪਾਰ ਕਰਦੇ ਨੇ, ਫੁੱਲਾਂ ਦੇ ਹੋਠਾਂ ਤੇ ਅੰਗਿਆਰ ਧਰਦੇ ਨੇ।
ਫਿਰ ਕਿੰਜ ਪੈਦਾ ਹੋਣਗੇ ਬਾਦੀਏ ਵਿੱਚ ਫੁੱਲਾਂ ਦੇ ਗੀਤ, ਕਿੰਜ ਮਹਿਕੇਗੀ ਬਾਗਾਂ ਵਿੱਚ ਕੇਸਰ ਦੀ ਖੁਸ਼ਬੂ, ਤੇ ਕਿੰਜ ਪੈਣਗੇ ਮੱਕੀਆਂ ਵਿੱਚ ਦੁੱਧ ਦੇ ਦਾਣੇ, ਕਿੰਜ 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 ਸਿਆਸਤਦਾਨ ਵੋਟ ਬੰਬ ਚਲਾਉਂਦੇ ਹਨ ਤੇ ਟੀਵੀ ਚੈਨਲ TRP ਬੰਬ, ਦੋਹਾਂ ਦੀਆਂ ਪੌਂਵਾਰਾਂ ਹਨ। ਜੰਨਤ ਦੋਜ਼ਖ ਵਿੱਚ ਬਦਲ ਚੁੱਕੀ ਹੈ। ਹਥਿਆਰਾਂ ਵਾਲੇ ਹਥਿਆਰ ਵੇਚ ਜਾਂਦੇ ਹਨ, ਕਮਿਸ਼ਨਾਂ ਵਾਲੇ ਕਮਿਸ਼ਨ ਛਕ ਜਾਂਦੇ ਹਨ। ਹਾਬੜੇ ਹੋਏ ਜਿੰਨ ਜਿਸਮ ਚੂੰਡ ਲੈਂਦੇ ਹਨ। ਤਖਤ ਸਲਾਮਤ ਹਨ, ਤਾਜ ਸਲਾਮਤ ਹਨ, ਦੋਹੀ ਪਾਸੀ ਹਵਾਨਾ ਦੇ ਰਾਜ ਸਲਾਮਤ ਹਨ। ਹਰ ਘਰ ਦੀ ਇੱਕੋ ਕਹਾਣੀ ਹੈ। ਇੱਕ ਪੁੱਤ ਨੇ ਬੰਦੂਕ ਚੁੱਕ ਲਈ ਹੈ ਤੇ ਦੂਜੇ ਪਿੱਛੇ ਅਸੀਂ ਪਏ ਹਾਂ। ਅਸਮਾ ਹਬਸ਼ ਦਾ ਸ਼ਿਕਾਰ ਹੈ। ਮਾਮਾ ਦੇ ਕੋਇਆਂ ਵਿੱਚੋਂ ਹੰਝੂ ਤੇ ਹਲਕ ਵਿੱਚੋਂ ਵੈਣ ਮੁੱਕ ਗਏ ਹਨ। ਬਾਪੂ ਬੇਬਸ ਹਨ, ਮੱਕੀਆਂ ਉਦਾਸ ਹਨ। ਬਰਫਾਂ ਵਿੱਚ ਅੱਗ ਹੈ, ਪਰ ਤਖਤਾਂ ਤੇ ਤਾਜਾਂ ਵਾਲੇ ਬੋਲੇ ਹਨ। ਰੋਜ਼ ਚੱਲਦੇ ਬੰਬ ਤੇ ਖਿੜਦੀਆਂ ਲਾਸ਼ਾਂ ਇਹਨਾਂ ਲਈ ਵੋਟਾਂ ਹਨ। ਲੋਕ ਸਭਾ ਤੇ ਅਸੈਂਬਲੀ ਦੀਆਂ ਸੀਟਾਂ ਹਨ। ਮੈਂ ਸਖਤੇ ਵਿੱਚ ਹਾਂ। ਅਜੇ ਹੁਣੇ ਤਾਂ ਵਾਪਰ ਕੇ ਹਟਿਆ ਹੈ ਪੁਲਵਾਮਾ, ਜਿਸ ਵਿੱਚ ਮੇਰੇ 3 ਜਿਗਰੀ ਯਾਰ ਮਰ ਗਏ ਹਨ, ਜਿਨ੍ਹਾਂ ਕਦੇ ਵਾਪਸ ਪਰਤ ਕੇ ਨਹੀਂ ਆਉਣਾ। ਸਿਆਸਤ ਕਿੰਨੀ ਛਾਤਰ ਹੈ। ਪੁਲਵਾਮਾ ਨੂੰ ਭੁਲਾਉਣ ਲਈ ਬਾਲਾਕੋਟ ਵਾਪਰ ਚੁੱਕਾ ਹੈ। ਅਸੀਂ ਰੋ ਰਹੇ ਹਾਂ, ਸ਼ੈਤਾਨ ਹੱਸ ਰਿਹਾ ਹੈ। ਕਈ ਦਿਨਾਂ ਤੋਂ ਮੈਂ ਖੌਰੂ ਪਾਉਂਦੀਆਂ ਆਵਾਜ਼ਾਂ ਸੁਣ ਰਿਹਾ ਹਾਂ। देश का नेता कैसा हो, हमारे नेता जैसा हो। देश का नेता कैसा हो, हमारे नेता। मैं चित्र भी देखदा हां, मैनू सत्ता दा जन सामने खड़ा दिखाई दिंदा है। मेरा जी करदा है अपने बोडे टंगी बंदूक नाल इस जन दा सीना छलनी कर दिया ते बन जावां अपनी जमीर दा शहीद। सजनी तैनू तां पता है कि ना तां साडे पुरखे इहो जी देश भगती दी वसीयत लैके जम्मे सी ते ना ही मैं अपनी हिक ते तगमे सजाउण लई इत्थे आया हां। मैं तां कदों दा परत जांदा जे अपने ढिड ना लग्या हुंदा, बापू दी ढूई विच कुੱਬ ना पिया हुंदा, ताए दे पुੱਤ ने तूड़ी वाले कोठे विच फाहा ना लिया हुंदा ते कांटे वालू तक दी भैन दे गले ना भरे हुंदे ते उसने रो रो के सुत्ती दी चादर गिल्ली ना कीती हुंदी ते कंधोली ओले खड़ कान जी है ना अपने हार कुर्बान दा वर लभण लई बापू दे तरले ना कढदी हुंदी। क्यों खड़ी जाए चन्न दे ओले
ਤਾਂ ਪਰਤਣਾ ਚਾਹੁੰਦਾ ਹਾਂ। ਘਰੋਂ ਵਿਦਾ ਹੋਣ ਵੇਲੇ ਅੱਖਾਂ 'ਚ ਹੰਝੂ ਭਰ ਕੇ ਤੇਰੇ ਦੁਆਰਾ ਕੱਢੇ ਤਰਲੇ ਦਾ ਕਰਜ਼ ਮੋੜਨ ਲਈ ਤੇ ਛੇਤੀ ਸਾਬਤ ਸਬੂਤਾ ਪਰਤਨ ਦੀਆਂ ਦੁਆਵਾਂ ਦਾ ਧਰਵਾਸ ਬਣਨ ਲਈ ਆਪਣੇ ਦੋਹਾਂ ਦੇ ਮੁਹੱਬਤ ਦੀ ਇੱਕੋ ਇੱਕ ਨਿਸ਼ਾਨੀ ਆਪਣੇ ਸ਼ਿੰਦੇ ਪੁੱਤ ਨੂੰ ਮੋਢੇ ਚੁੱਕ ਖੜਾਉਣ ਲਈ ਇਹ ਜੋ ਦੋ ਲਾਸ਼ਾਂ ਹਨ ਕੱਲ ਇੱਕ ਦਿਨ ਲਈ ਵੱਡੀ ਖਬਰ ਬਣ ਗਈਆਂ ਤੇ ਪਰਸੋਂ ਹੋ ਸਕਦਾ ਹੈ ਦੇਸ਼ ਦਾ ਹਾਕਮ ਇੱਕ ਹੋਰ ਵੋਟ ਬੰਬ ਸੁੱਟੇ ਤੇ ਕਹੇ अब देश सुरक्षित हाथों में है। ते चौथे ਇਹ ਲਾਸ਼ਾਂ ਸਭ ਦੇ ਚੇਤਿਆਂ ਤੋਂ ਵਿਸਰ ਜਾਣਗੀਆਂ ਜਿਵੇਂ ਹੁਣ ਤੱਕ ਪੁਲਵਾਮਾ ਦੇ ਸ਼ਹੀਦਾਂ ਦੀਆਂ ਲਾਸ਼ਾਂ ਸਿਰਫ ਵੋਟਾਂ ਵਿੱਚ ਬਦਲ ਚੁੱਕੀਆਂ ਨੇ, ਸਿਰਫ ਵੋਟਾਂ ਵਿੱਚ, ਤੇ ਲੀਡਰਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ। रोटी कपड़ा मकान खुदकुशी करते किसान, ਧੀਆਂ ਨਾਲ ਹੁੰਦੇ ਰੇਪ ਤੇ ਸੜਕਾਂ ਤੇ ਡਾਂਗਾ ਖਾਂਦੇ ਕਿਸਾਨ, ਸੜਕਾਂ ਤੇ ਡਾਂਗਾ ਖਾਂਦੇ ਜਵਾਨ, सब कुछ हाशिए ते चला गया है ते रातों रात बयान बदल गए हैं। अब हम 28 की 28 सीटें जीत। जब अब की बार हमला होगा इनको जहाज से बांधकर वहां ले जाएंगे, वहां पर भी आराम से लाशों की गिनती कर लेंगे। ये हमसे लाशों का हिसाब मांग रहे हैं, अब जनता इनका हिसाब चुकाएगी। सरकार ये प्रमाण दे कि वहां पर 350 लोग मरे हैं। हमारा काम बॉम्ब गिराना है, लाशों की गिनती करना नहीं। किसनू याद है 47 ਦੇ ਪੱਟੇ ਹੁਣ ਤੱਕ ਰਾਸ ਨਹੀਂ ਆਏ। ਬਾਬਾ ਗੌਰਾ ਆਪਣੀਆਂ ਦੋ ਧੀਆਂ ਤੇ ਇੱਕ ਘੜੀ ਵਰਗੇ ਪੁੱਤ ਦੇ ਬਗੋਚੇ ਵਿੱਚ ਡੁੱਸ ਕਰਦਾ ਰਹਿੰਦਾ ਹੈ। ਬਸ਼ੀਰਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਆਇਆ ਕਿ ਉਸ ਦੀ ਛਾਤੀ ਚੋਂ ਅੱਲਾ ਨੂੰ ਕੱਢ ਕੇ ਉਹ ਵਾਹਿਗੁਰੂ ਕਿਉਂ ਤੁੰਨ ਦਿੱਤਾ, ਤੇ ਉਹ ਬਸ਼ੀਰਾ ਤੋਂ ਨਾਮੋ ਬਣ ਗਈ। ਸ਼ੈਤਾਨ ਦਿੱਲੀ ਦੀਆਂ ਗਲੀਆਂ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾਡੇ ਮਾਸੂਮਾਂ ਦੀਆਂ ਚੀਖਾਂ ਹੁਣ ਤੱਕ ਹਵਾ ਵਿੱਚ ਤੈਰ ਰਹੀਆਂ ਨੇ। ਕਾਰਗਿਲ ਦੇ ਉਜੜੇ ਅੱਜ ਤੱਕ ਆਬਾਦ ਨਹੀਂ ਹੋਏ। सरहद दे दोहे पासे रोज मरदे फौजियां दी दास्तान तीसरे दिन हंगारे नू तरस जांदी है। लावारस हो जांदे ने हंजू, गूंगियां हो जांदियां ने सिसकियां। सजनी मैनू उम्मीद है कि हाकम दोबारा परोसी देश भगती दा तैनू अजे झल नहीं वज्या होना। मैं बेचैन हाँ, थल्ले वल नूं तुर पिया हाँ। पत्थरां दे जंगल विच तक रिहा हाँ। एक पत्थर दा सीना पाड़ के सोना फुल खिड़िया है। अपनी बंदूक एक पासे रख दी है। अपने फोन नाल इसकी फोटो क्लिक कर रहा हाँ। तू व्हाट्सएप ऑन कर चलिए, देख फुल कितना सोहना है। सजनी
ਇੱਕ ਗੱਲ ਯਾਦ ਰੱਖੀ, ਮੈਂ ਕਾਇਰ ਬਿਲਕੁਲ ਨਹੀਂ ਹਾਂ ਤੇ ਨਾ ਹੀ ਗਦਾਰ ਹਾਂ। ਮੇਰੇ ਅੰਦਰ ਭਗਤ ਸਿੰਘ, ਉਦਮ ਸਿੰਘ, ਕਰਤਾਰ ਸਿੰਘ ਸਰਾਭੇ ਦਾ ਖੂਨ ਖੌਲਦਾ ਹੈ ਤੇ ਜਦ ਸੱਚਮੁੱਚ ਦੇਸ਼ ਤੇ ਭੀੜ ਪਵੇਗੀ ਤਾਂ ਇਹ ਖੁਦ ਬ ਖੁਦ ਖੌਲ ਉੱਠੇਗਾ ਤੇ ਦੁਸ਼ਮਣ ਨੂੰ ਉਸ ਦੀ ਖੱਡ ਵਿੱਚ ਜਾ ਦਬੋਚੇਗਾ। ਜਦ ਵਤਨ ਦੀ ਮਿੱਟੀ ਪਕਾਰੇਗੀ ਤਾਂ ਤੇਰੇ ਤੋਂ ਮਾਫੀ ਮੰਗ, ਆਪਣਾ ਸਭ ਕੁਝ ਇਸ ਦੇ ਸਪੁਰਦ ਕਰ ਦਿਆਂਗਾ। ਪਰ ਇਹ ਵਤਨ ਦੀ ਜੰਗ ਨਹੀਂ, ਪੁੱਤਰੇ ਹੋਏ ਹਾਕਮ ਦੀ ਜੰਗ ਹੈ। ਇਹ ਉਹ ਜੰਗ ਹਰਗਿਜ਼ ਨਹੀਂ ਜਿਸ ਦੀ ਮੇਰੇ ਸਮੇਤ ਉਸ ਹਰ ਸੂਰਮੇ ਨੂੰ ਉਡੀਕ ਰਹਿੰਦੀ ਹੈ, ਜਿਸ ਦੇ ਜਿਸਮ ਵਿੱਚ ਵਤਨ ਦਾ ਖੂਨ ਖੌਲਦਾ ਹੈ ਤੇ ਉਸ ਦੀ ਛਾਤੀ ਵਿੱਚੋਂ ਇਹ ਅੱਗ ਵਰਗੇ ਬੋਲ ਜਨਮਦੇ ਹਨ। अब हमारे दिल में देखना है जोर कितना आंसुए कातिल में है। सरफरोशी की तमन्ना अब हमारे दिल में है। सरफरोशी की तमन्ना अब हमारे दिल में है। ਮੇਰੇ ਦਿਲ ਵਿੱਚ ਜੋ ਕੁਝ ਸੀ ਸਭ ਕੁਝ ਤੇਰੇ ਅੱਗੇ ਢੇਰੀ ਕਰ ਦਿੱਤਾ ਹੈ। ਮਨ ਥੋੜਾ ਟਿਕਾ ਵਿੱਚ ਹੈ। ਹੁਣ ਮੈਂ ਇਸ ਫੁੱਲ ਨਾਲ ਸੈਲਫੀ ਲਵਾਂਗਾ। ਤੂੰ WhatsApp ਔਨ ਕਰ ਚੱਲੀਏ ਤੇ ਦੇਖ, ਤੇਰਾ ਇਹ ਸੋਹਣਾ ਇਸ ਫੁੱਲ ਨਾਲੋਂ ਵੀ ਸੋਹਣਾ ਹੈ। ਹੁਣ ਮੈਂ ਤੇਰੇ ਕੋਲ ਆਵਾਂਗਾ ਤੇ ਸੋਹਣੇ ਫੁੱਲਾਂ ਦਾ ਗੀਤ ਗਾਵਾਂਗਾ। ਮੈਂ ਆ ਰਿਹਾ ਸਜਣੀ। ਦੇਖਿਆ ਸਜਣੀ, ਦੇਖਿਆ, ਇਹ ਮੈਨੂੰ ਤੇ ਮੇਰੇ ਫੁੱਲਾਂ ਦੇ ਗੀਤ ਨੂੰ ਕਤਲ ਕਰਨਾ ਚਾਹੁੰਦੇ ਨੇ, ਪਰ ਮੈਂ ਹਰਗਿਜ਼ ਨਹੀਂ ਹੋਣ ਦਿਆਂਗਾ। ਮੈਂ ਆਵਾਂਗਾ ਸਜਣੀ, ਤੂੰ ਮੇਰਾ ਇੰਤਜ਼ਾਰ ਕਰੀ। ਮੈਂ ਆ ਰਿਹਾ ਹਾਂ ਸੁਰਖ ਫੁੱਲਾਂ ਦਾ ਸੁਹਾ ਗੀਤ ਲੈ ਕੇ। ਮੈਂ ਆ ਰਿਹਾ ਹਾਂ ਸਜਣੀ, ਮੈਂ ਆ ਰਿਹਾ ਹਾਂ। ਇੱਕ ਦੂਜੇ ਦੇ ਘਰ ਢਾ ਦੇਣਾ ਨਫ਼ਰਤ ਹੈ, ਇਹ ਪਿਆਰ ਨਹੀਂ। ਦੋਹਾਂ ਪਾਸਿਓਂ ਜੰਗ ਜੋ ਛੇੜੀ, ਮੈਂ ਉਸ ਜੰਗ ਲਈ ਤਿਆਰ ਨਹੀਂ। ਮੈਂ ਫੁੱਲਾਂ ਦੀ ਖੇਤੀ ਕਰਨੀ, ਲਾਸ਼ਾਂ ਦਾ ਵਪਾਰ ਨਹੀਂ। ਤਲੀ ਤੇਰੀ ਤੇ ਫੁੱਲ ਨੇ ਧਰਨੇ, ਮੈਂ ਧਰਨੇ ਅੰਗਿਆਰ ਨਹੀਂ। ਤਲੀ ਤੇਰੀ ਤੇ ਫੁੱਲ ਨੇ ਧਰਨੇ, ਮੈਂ ਧਰਨੇ ਅੰਗਿਆਰ ਨਹੀਂ। ਮੈਂ ਧਰਨੇ ਅੰਗਿਆਰ ਨਹੀਂ। मेरी हिक ते जो ढावांगा मैं सजनी, फुल्लां नाल अग नूं बुझावांगा मैं सजनी। इंतजार करी मेरा आवांगा मैं सजनी, आवांगा मैं सजनी।
ਹਾਂਜੀ, ਇਸ ਪੇਸ਼ਕਾਰੀ ਨੂੰ ਦੇਖਦੇ ਹੋਏ ਮੈਂ ਥੋੜਾ ਜਿਹਾ ਡੁੱਬ ਗਿਆ ਸੀਗਾ। ਕਮਾਲ ਦੀ ਪੇਸ਼ਕਾਰੀ ਸੀ, ਅਜੋਕੇ ਹਾਲਾਤਾਂ ਨੂੰ ਬਿਆਨ ਕਰਦੀ। ਸੋਲੋ ਨਾਟਕ ਸੀ, ਪਰ ਉਸ ਸੋਲੋ ਨਾਟਕ ਦੇ ਵਿੱਚ ਅੱਜ ਦਾ ਜੋ ਸਮਾਂ ਚੱਲ ਰਿਹਾ, ਚਾਹੇ ਉਹ ਕੋਰੋਨਾ ਦਾ ਲੋਕਡਾਊਨ ਦਾ ਸਮਾਂ ਹੈਗਾ ਜਾਂ ਦੇਸ਼ ਦੇ ਰਾਜਨੀਤਿਕ ਸਮਾਜਿਕ ਹਾਲਾਤ ਨੇ, ਮੇਰੇ ਖਿਆਲ ਦੇ ਵਿੱਚ ਉਹ ਦੋਨਾਂ ਨੂੰ ਨਹੀਂ, ਬਹੁਤ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਸ ਨਾਟਕ ਦੇ ਵਿੱਚ ਬਾਖੂਬੀ ਜਿਹੜਾ ਹੈਗਾ ਉਹ ਪੇਸ਼ ਕੀਤਾ ਗਿਆ। ਸਰਹੱਦਾਂ ਦੀ ਜਿਹੜੀ ਗੱਲ ਹੈਗੀ ਆ, ਉਹ ਸਰਹੱਦਾਂ ਦੀ ਗੱਲ ਬੜੇ ਜਿਹੜੀ ਹਿਊਮਨ ਹਿਸਟਰੀ ਹੈਗੀ ਉਹਦੇ ਵਿੱਚ ਚੱਲੀ ਆ ਰਹੀ ਹੈ ਕਿ ਕਿੱਦਾਂ ਵੰਡ ਹੁੰਦੀਆਂ ਨੇ ਤੇ ਉਹਨਾਂ ਸਰਹੱਦਾਂ ਦੇ ਵਿੱਚ ਵੱਸਦੇ ਲੋਕ ਜਿਹੜੇ ਕਿੱਦਾਂ ਵੰਡੇ ਜਾਂਦੇ ਨੇ, ਉਹਨਾਂ ਬਾਰੇ ਵੀ ਜਿਹੜੀਆਂ ਹੈਗੀਆਂ ਗੱਲਾਂ ਜਿਹੜੀਆਂ ਇਸ ਨਾਟਕ ਦੇ ਵਿੱਚ ਪੇਸ਼ ਕੀਤੀਆਂ ਗਈਆਂ। ਉਹਨਾਂ ਦੀ ਜਿਹੜੀ ਅੰਦਰੂਨੀ ਜਿਹੜੀਆਂ ਪਰਤਾਂ ਨੇ, ਉਹ ਕੀ ਸੋਚਦੇ ਨੇ, ਉਹ ਕੀ ਮਹਿਸੂਸ ਕਰਦੇ ਨੇ ਸਰਹੱਦਾਂ ਤੇ ਬੈਠੇ ਹੋਏ, ਜਾਂ ਜੋ ਉਹਨਾਂ ਨਾਲ ਬੀਤਦੀ ਹੈ, ਜੋ ਦੇਖਦੇ ਨੇ, ਬੜੇ ਹੀ ਵਧੀਆ ਤਰੀਕੇ ਨਾਲ ਇਸ ਨਾਟਕ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਮੈਂ ਇਸ ਪੇਸ਼ਕਾਰੀ ਲਈ ਕੁਲਦੀਪ ਜੀ ਨੂੰ ਬਹੁਤ ਵਧਾਈ ਦਿੰਦਾ। ਤੇ ਹੁਣ ਜਿਹੜੀ ਹੈਗੀ ਆ, ਅਸੀਂ ਅਗਲਾ ਜਿਹੜਾ ਸੈਗਮੈਂਟ ਜਿਹੜਾ ਹੈਗਾ, ਅਸੀਂ ਜਿਹੜੀ ਚਰਚਾ ਸ਼ੁਰੂ ਕਰਾਂਗੇ, ਜਿਹੜੀ ਬਹੁਤ ਜ਼ਰੂਰੀ ਹੈ ਕਿਸੇ ਵੀ ਪੇਸ਼ਕਾਰੀ ਤੋਂ ਬਾਅਦ। ਉਸ ਜਿਹੜੀ ਪੇਸ਼ਕਾਰੀ ਹੈਗੀ ਆ, ਉਹਨੂੰ ਲਿਖਣ ਦਾ ਕਿੱਦਾਂ ਖਿਆਲ ਆਇਆ, ਕਿੱਦਾਂ ਉਹਨੂੰ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕੀਤਾ, ਤਿਆਰੀ ਕੀਤੀ, ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਜਿਹੜਾ ਅੱਗੇ ਵਧਾਂਗੇ। ਪਹਿਲਾਂ ਇਸ ਪੇਸ਼ਕਾਰੀ ਬਾਰੇ ਜਿਹੜਾ ਹੈਗਾ ਅਸੀਂ ਸਵਾਲ ਲੈ ਲਈਏ। ਜਿਹੜੇ ਦਰਸ਼ਕਾਂ ਤੋਂ ਵੀ ਸਵਾਲ ਜਿਹੜੇ ਹੈਗੇ ਅਸੀਂ ਲੈ ਸਕਦੇ ਹਾਂ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਇਸ ਪੇਸ਼ਕਾਰੀ ਬਾਰੇ, ਜਾਂ ਕੁਲਦੀਪ ਜੀ ਨੂੰ ਤੁਸੀਂ ਕੋਈ ਵੀ ਸਵਾਲ ਕਰਨਾ ਹੈ ਉਹ ਤੁਸੀਂ ਕਰ ਸਕਦੇ ਹੋ। ਅਸੀਂ ਲਗਾਤਾਰ ਤੁਹਾਡੇ ਨਾਲ ਲਾਈਵ ਬਣੇ ਹੋਏ ਹਾਂ, ਅਸੀਂ ਤੁਹਾਡੇ ਸਵਾਲ ਲਵਾਂਗੇ। ਕੁਲਦੀਪ ਜੀ ਸਾਡੇ ਨਾਲ ਨੇ। ਤਾਂ ਇਸ ਪੇਸ਼ਕਾਰੀ ਦੀ ਜਿਹੜੀ ਥੋੜੀ ਜਿਹੀ ਅਸੀਂ ਚਰਚਾ ਜਿਹੜੀ ਹੈਗੀ ਕੁਲਦੀਪ ਜੀ ਨਾਲ ਵੀ ਕਰਨ ਦੀ ਜਿਹੜੀ ਹੈਗੀ ਆ, ਉਹ ਗੱਲ ਕਰਦੇ ਹਾਂ ਹੁਣ। ਕੁਲਦੀਪ ਜੀ। ਜੀ, ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਰਿਆਂ ਦਾ। ਤੁਸੀਂ ਬਹੁਤ ਮਾਣਿਆ ਇਸ ਪੇਸ਼ਕਾਰੀ ਨੂੰ। ਮੈਂ ਇਸ ਪੇਸ਼ਕਾਰੀ ਬਾਰੇ ਇੰਨਾ ਕੀ ਕਹਿਣਾ ਚਾਹੂੰਗਾ ਕਿ ਮੇਰੇ ਲਈ ਇਹ ਕੋਈ ਸਬਜੈਕਟ ਨਹੀਂ, ਮੇਰੇ ਲਈ ਮੇਰੀ ਹਯਾਤੀ ਦਾ ਤੇ ਮੇਰੀ ਹੋਂਦ ਦਾ ਸਵਾਲ ਹੈ। ਕਿਉਂਕਿ ਜਿਹੜਾ ਮੁੰਡਾ ਇਹਦੇ ਵਿੱਚ ਪਾਤਰ ਹੈ ਇਸ ਨਾਟਕ ਦਾ, ਉਹ ਮੇਰਾ ਵਿਦਿਆਰਥੀ ਸੀ। ਮੇਰਾ ਵਿਦਿਆਰਥੀ ਵੀ ਸੀ ਤੇ ਮੇਰਾ ਕਲਾਕਾਰ ਵੀ ਸੀ। ਤੇ ਜਦੋਂ ਤੁਹਾਡੇ ਇੰਨਾ ਨੇੜਿਓਂ ਕੋਈ ਬੱਚਾ ਤੁਰ ਜਾਂਦਾ ਹੈ, ਤੁਹਾਡਾ ਵਿਦਿਆਰਥੀ ਵੀ ਹੋਵੇ ਤੇ ਤੁਹਾਡਾ ਕਲਾਕਾਰ ਵੀ ਹੋਵੇ। ਹੁਣੇ ਲੇਟੈਸਟ ਜਿਹੜਾ ਚੀਨ ਦੇ ਨਾਲ ਐਨਕਾਊਂਟਰ ਹੋਇਆ, ਉਹਦੇ ਵਿੱਚ ਜਿਹੜੇ 20 ਮਰੇ ਨੇ, ਉਹਦੇ ਵਿੱਚ ਵੀ ਮੇਰਾ ਇੱਕ ਵਿਦਿਆਰਥੀ ਸੀ ਸਰਹੱਦ ਦੇ ਉੱਤੇ, ਮੇਰੇ ਸਕੂਲ ਦੇ ਵਿੱਚ ਪੜ੍ਹਦਾ ਹੋਇਆ ਉੱਥੇ ਚਲਾ ਗਿਆ। ਤੇ ਮੈਨੂੰ ਇਹ ਲੱਗਦਾ ਕਿ ਲੜਾਈਆਂ ਕਿਤੇ ਵੀ ਹੋਣ, ਸਰਹੱਦ ਕਿਸੇ ਵੀ ਦੇਸ਼ ਦੀ ਹੋਵੇ, ਦੋਨਾਂ ਪਾਸਿਓਂ ਲੜਨ ਵਾਲੇ ਕਿਰਤੀ ਕਿਸਾਨਾਂ ਦੇ ਪੁੱਤ ਹੁੰਦੇ ਨੇ। ਜੀ ਬਿਲਕੁਲ। ਜਦੋਂ ਇੱਕ ਪਾਸੇ ਗੋਲੀ ਚੱਲਦੀ ਹੈ, ਉਹ ਵੀ ਕਿਰਤੀ ਕਿਸਾਨ ਦਾ ਪੁੱਤ ਚਲਾਉਂਦਾ, ਜਿਹਦੇ ਲੱਗਦੀ ਹੈ ਉਹ ਵੀ ਕਿਰਤੀ ਕਿਸਾਨ ਦਾ ਪੁੱਤ ਹੁੰਦਾ ਹੈ। ਜਿਹੜੇ ਲੀਡਰ ਹੁੰਦੇ ਨੇ ਉਹ ਤਾਂ ਬਾਅਦ ਦੇ ਵਿੱਚ ਵੱਡੇ ਹੋਟਲ ਤੱਕ ਮੀਟਿੰਗਾਂ ਕਰਦੇ ਨੇ, ਜੱਫੀਆਂ ਪਾ ਲੈਂਦੇ ਨੇ, ਮਸਲੇ ਸੋਲਵ ਹੋ ਜਾਂਦੇ ਨੇ, ਦੇਸ਼ ਦੀ ਗੱਡੀ ਅੱਗੇ ਚੱਲ ਪੈਂਦੀ ਹੈ। ਪਰ ਜਿਹੜੀਆਂ ਮਾਵਾਂ ਦੇ ਪੁੱਤ ਮਰ ਜਾਂਦੇ ਨੇ ਨਾ, ਕਦੇ ਵਾਪਸ ਨਹੀਂ। ਤੇ ਇਹ ਜਿਹੜਾ ਦੇਸ਼ ਭਗਤੀ ਦੀ ਡੋਜ਼ ਸਾਨੂੰ ਦਿੱਤੀ ਜਾਂਦੀ ਹੈ ਨਾ, ਇਸ ਦੇਸ਼ ਭਗਤੀ ਦੀ ਡੋਜ਼ ਨੂੰ ਸਮਝਣ ਦੀ ਲੋੜ ਹੈ ਕਿ ਬੇਸਿਕਲੀ ਦੇਸ਼ ਭਗਤੀ ਕਿਹਦੇ ਵਾਸਤੇ ਹੈ। ਜਿਹੜੇ ਲੋਕ ਦੇਸ਼ ਭਗਤੀ ਦਾ ਰੌਲਾ ਪਾਉਂਦੇ ਨੇ, ਉਹਨਾਂ ਦਾ ਤਾਂ ਕੋਈ ਫੌਜ ਭਰਤੀ ਹੁੰਦਾ ਨਹੀਂ ਹੈਗਾ, ਉਹਨਾਂ ਦਾ ਸਰਹੱਦ ਤੇ ਕੋਈ ਮਰਦਾ ਨਹੀਂ ਹੈਗਾ। ਮਰਦੇ ਤਾਂ ਸਾਡੇ ਨੇ, ਤੁਹਾਡੇ ਮੇਰੇ ਭਰਾ ਭੈਣ ਪੁੱਤ ਸਾਡੇ ਮਰਦੇ ਨੇ। ਸੋ ਇਸ ਸਰਹੱਦ ਨੂੰ, ਇਸ ਲੜਾਈ ਨੂੰ ਨਵੇਂ ਸਿਰੋਂ ਸਮਝਣ ਦੀ ਲੋੜ ਹੈ ਕਿ ਕਿਸ ਕਿਸਮ ਦੀ ਦੇਸ਼ ਭਗਤੀ ਹੈ, ਕਿਸ ਕਿਸਮ ਦੀਆਂ ਸਰਹੱਦਾਂ ਨੇ, ਕਿਹਨੇ ਸਰਹੱਦਾਂ ਪੈਦਾ ਕੀਤੀਆਂ ਨੇ, ਸਰਹੱਦਾਂ ਹੁਣ ਤੱਕ ਮਰੀਆਂ ਕਿਉਂ ਨਹੀਂ ਹੈਗੀਆਂ ਇੰਨੇ ਬੰਦੇ ਮਰਨ ਦੇ ਬਾਵਜੂਦ। ਸਰਹੱਦਾਂ ਜਿਉਂਦੀਆਂ ਨੇ, ਸਰਹੱਦਾਂ ਫੇਰ ਖੜੀਆਂ ਹੋ ਜਾਂਦੀਆਂ ਨੇ, ਸਰਹੱਦਾਂ ਹੁਣ ਵੀ ਉਸਲ ਵੱਟੇ ਲੈ ਰਹੀਆਂ ਨੇ। ਕੱਲ ਨੂੰ ਇਹ ਨਹੀਂ ਪਤਾ ਕਿੰਨੇ ਮਾਮਾ ਦੇ ਪੁੱਤ ਹੋਰ ਮਰ ਜਾਣੇ ਨੇ। ਜੀ, ਬਹੁਤ ਹੀ ਜਿਹੜੀ ਅੱਜ ਦੇ ਤੁਸੀਂ ਬੜੇ ਗੱਲ ਕੀਤੀ, ਜਿਹੜੀ ਚੀਨ ਨਾਲ ਜੋ ਸਾਡਾ ਚੱਲ ਰਿਹਾ, ਜਾਂ ਜੋ ਦੇਸ਼ ਭਗਤੀ ਦੀ ਡੋਜ਼ ਸਾਨੂੰ ਦਿੱਤੀ ਜਾ ਰਹੀ ਹੈ, ਬੜੀ ਹੀ ਸਟੀਕ ਟਿੱਪਣੀ ਸੀ ਇਸ ਨਾਟਕ ਦੇ ਵਿੱਚ, ਤੇ ਵੀ ਤੁਹਾਡੇ ਵੱਲੋਂ ਵੀ ਜਿਹੜੀ ਹੈਗੀ ਹੈ ਬੜੀ ਸੋਹਣੀ ਟਿੱਪਣੀ ਸੀਗੀ। ਤੇ ਮੈਂ ਹੁਣੇ ਗੁਲਾਬ ਸਿੰਘ ਜਿਹੜੇ ਇੱਕ ਫੇਸਬੁੱਕ ਤੇ ਕਮੈਂਟ ਕੀਤਾ ਕਿ ਉਹਨਾਂ ਨੇ ਸ਼ਹੀਦ ਗੁਰਤੇਜ ਸਿੰਘ ਦੀ ਅੰਤਮ ਅਰਦਾਸ ਤੇ ਹਾਜ਼ਰੀ ਲਵਾਈ, ਤੇ ਉਹਨਾਂ ਦੇ ਜੋ ਨਾਟਕ ਆ ਜਿਹੜਾ ਉਹਨਾਂ ਨੇ ਝੰਜੋੜ ਦਿੱਤਾ। ਮੇਰੇ ਖਿਆਲ 'ਚ ਅਸੀਂ ਕਿਤੇ ਨਾ ਕਿਤੇ ਜਿਹੜੀ ਵਰਚੁਅਲ ਸਪੇਸ ਦੇ ਵਿੱਚ ਜਿਹੜਾ ਹੈਗਾ, ਕਿਤੇ ਡਿਸਟੈਂਸ ਤੋਂ ਚੀਜ਼ਾਂ ਦੇਖਦੇ ਹਾਂ, ਪਰ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਵਿਦਿਆਰਥੀ ਨੇ, ਉਹਨਾਂ ਨੂੰ ਤੁਸੀਂ ਬੜਾ ਨੇੜਿਓਂ ਮਹਿਸੂਸ ਕੀਤਾ। ਤੇ ਇਹ ਵੀ ਬੜੀ ਵੱਡੀ ਗੱਲ ਆ ਕਿ ਤੁਸੀਂ ਇਹਨੂੰ ਲਿਖਿਆ। ਅੱਜ ਦੇ ਸਮੇਂ ਦੇ ਵਿੱਚ
ਜਿਹੜੇ ਵਹਿਣ ਤੋਂ ਉਲਟ ਜਿਹੜੀ ਗੱਲ ਕਰ ਦੇਣੀ ਆ, ਉਹ ਵੀ ਬਹੁਤ ਜ਼ਰੂਰੀ ਹੈ। ਤੇ ਰੰਗਮੰਚ ਦੀ ਇਹ ਪਰੰਪਰਾ ਰਹੀ ਹੈ ਕਿ ਉਹ ਹਮੇਸ਼ਾ ਹੀ ਜਿਹੜਾ ਹੈਗਾ ਉਹ ਸੱਤਾ ਦੇ ਜਿਹੜੇ ਸਵਾਲ ਨੇ ਜਾਂ ਸੱਤਾ ਨੂੰ ਸਵਾਲ ਨੇ ਉਹ ਕਰਦਾ ਆਇਆ। ਜੀ ਤੇ ਜਿਹੜੀ ਹੁਣ ਦੀ ਜਿਹੜੀ ਸਿਚੁਏਸ਼ਨ ਸੀਗੀ ਦੇਸ਼ ਭਗਤੀ ਦੀ ਡੋਜ਼ ਵਾਲੀ, ਉਹ ਤੁਸੀਂ ਬੜੀ ਅੱਛੀ ਗੱਲ ਕੀਤੀ ਆ। ਅਸੀਂ ਇਸਨੂੰ ਅੱਗੇ ਵਧਾਉਣੇ ਆ ਕਿ ਜਿਹੜੀ ਹੁਣ ਤੱਕ ਦਾ ਜਿਹੜਾ ਸਮਾਜਿਕ, ਰਾਜਨੀਤਿਕ ਤੇ ਸਾਰਾ ਸਿਨੈਰੀਓ ਚੱਲ ਰਿਹਾ, ਜਿਹੜੇ ਇਸ ਲੋਕਡਾਊਨ ਦੇ ਵਿੱਚ ਸਿਨੈਰੀਓ ਚੱਲ ਰਿਹਾ, ਤੇ ਉਹਦੇ ਬਾਰੇ ਜਿਹੜਾ ਹੈਗਾ ਅਸੀਂ ਜਿਹੜੀ ਗੱਲ ਨੂੰ ਥੋੜਾ ਜਿਹਾ ਮੂਵਮੈਂਟ ਮੋੜਦੇ ਆ ਕਿ ਉਹਦੇ ਵਿੱਚ ਰੰਗਮੰਚ ਦਾ ਜਿਹੜਾ ਹੈਗਾ ਹੁਣ ਕੀ ਜਿਹੜਾ ਰੋਲ ਹੈਗਾ, ਜਦੋਂ ਕਿ ਅਸੀਂ ਘਰਾਂ ਦੇ ਵਿੱਚ ਬੈਠੇ ਆ, ਰੰਗਮੰਚ ਲਿਖਣ ਵਾਲੇ ਜਾਂ ਕਰਨ ਵਾਲੇ ਅੱਜ ਦੇ ਸਿਨੈਰੀਓ ਦੇ ਵਿੱਚ ਉਹਨਾਂ ਦਾ ਕੀ ਰੋਲ? ਦੇਖੋ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸ਼ੋ ਮਸਟ ਗੋ ਔਨ। ਜੀ ਨਾਟਕ ਤੇ ਰੰਗਮੰਚ ਜਿਨ੍ਹਾਂ ਨੂੰ ਚਿੜੰਗ ਲੱਗ ਜਾਂਦੀ ਹੈ, ਜਿਹੜੇ ਲੋਕ ਕਰਦੇ ਨੇ ਉਹ ਕਦੇ ਰੁਕ ਨਹੀਂ ਸਕਦੇ ਹੈਗੇ। ਦਰਿਆਵਾਂ ਦੇ ਵਹਿਣ ਨੂੰ ਜਿਵੇਂ ਰੋਕਿਆ ਨਹੀਂ ਜਾ ਸਕਦਾ, ਇਸ ਤਰ੍ਹਾਂ ਰੰਗਮੰਚ ਦੇ ਵਹਿਣ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਦਿਸ਼ਾਵਾਂ ਬਦਲ ਜਾਂਦੀਆਂ ਨੇ, ਤਰੀਕੇ ਬਦਲ ਜਾਂਦੇ ਨੇ, ਮਾਧਿਅਮ ਬਦਲ ਜਾਂਦੇ ਨੇ। ਜਿੱਥੋਂ ਤੱਕ ਨਾਟਕਕਾਰੀ ਦਾ ਇਸ਼ੂ ਹੈ, ਨਾਟਕਕਾਰੀ ਤੋਂ ਹੁਣ ਵੀ ਕੋਈ ਪਾਬੰਦੀ ਨਹੀਂ, ਸਗੋਂ ਨਾਟਕਕਾਰ ਵਾਸਤੇ ਇਸ ਵੇਲੇ ਪੂਰੇ ਵਰਲਡ ਵਾਈਡ ਸਬਜੈਕਟ ਹੈ ਤੁਹਾਡੇ ਸਾਹਮਣੇ। ਕਰੋਨਾ ਨੇ ਜਿਵੇਂ ਨਾ ਇੱਕ ਨਦੀ ਵਗਦੀ ਹੈ, ਨਦੀ ਤਹਿ ਤੇ ਬਹੁਤ ਕੁਝ ਪਿਆ ਹੁੰਦਾ ਹੈ, ਪਰ ਜਦੋਂ ਨਦੀ ਉਛਲਦੀ ਹੈ, ਜਦੋਂ ਦਰਿਆ ਉਛਲਦਾ ਨਾ, ਫਿਰ ਤਹਿ ਤੋਂ ਬਹੁਤ ਕੁਝ ਨਿਕਲ ਕੇ ਕਿਨਾਰਿਆਂ ਤੇ ਆ ਜਾਂਦਾ ਹੈ, ਪਤਨਾਂ ਤੇ ਆ ਜਾਂਦਾ ਹੈ। ਕਰੋਨਾ ਨੇ ਬਹੁਤ ਸਾਰੀਆਂ ਚੀਜ਼ਾਂ ਤਹਿਾਂ ਤੋਂ ਬਾਹਰ ਕੱਢ ਕੇ ਬਾਹਰ ਸੁੱਟੀਆਂ, ਸਾਨੂੰ ਦਿਸਣ ਲੱਗੀਆਂ। ਇਸ ਸਾਮਰਾਜ ਦਾ ਗੰਦ ਸਾਨੂੰ ਦਿਸਣ ਲੱਗਾ ਕਿ ਅਸੀਂ ਤਾਂ ਬੰਬਾਂ ਦੀ ਗੱਲ ਕਰਦੇ ਰਹੇ, ਅਸੀਂ ਤਾਂ ਤੋਪਾਂ ਦੀ ਗੱਲ ਕਰਦੇ ਰਹੇ, ਅਸੀਂ ਤਾਂ ਬੰਦੂਕਾਂ ਦੀ ਗੱਲ ਕਰਦੇ ਰਹੇ, ਅਸੀਂ ਤਾਂ ਸਿਹਤ ਦੀ ਗੱਲ ਹੀ ਨਹੀਂ ਕੀਤੀ, ਅਸੀਂ ਤਾਂ ਵੈਂਟੀਲੇਟਰਾਂ ਦੀ ਕਿਤੇ ਗੱਲ ਹੀ ਨਹੀਂ ਕੀਤੀ। ਇਹ ਚੀਜ਼ਾਂ ਸਾਡੇ ਏਜੰਡੇ ਤੇ ਨਹੀਂ ਆਈਆਂ ਹੈਗੀਆਂ ਅਜੇ ਤੱਕ। ਮਤਲਬ ਸਾਡੇ ਦੇਸ਼ਾਂ ਦੀਆਂ ਸਰਕਾਰਾਂ ਦੇ ਤੇ ਪੂਰੇ ਸਾਮਰਾਜ ਦੇ ਤੇ ਕਾਰਪੋਰੇਟ ਸੈਕਟਰ ਦੇ ਤੇ ਮੀਡੀਆ ਦੇ ਇਹ ਏਜੰਡੇ ਕਿੱਥੇ ਨੇ? ਇਹ ਬਹੁਤ ਵੱਡਾ ਸਵਾਲ ਕਰੋਨਾ ਨੇ ਸਾਡੇ ਸਾਹਮਣੇ ਲਿਆਂਦਾ। ਸੋ ਐਡੇ ਵੱਡੇ ਸਬਜੈਕਟ ਨਾਟਕਕਾਰ ਦੇ ਸਾਹਮਣੇ ਨੇ, ਇਹਨਾਂ ਤੇ ਨਾਟਕਕਾਰੀ ਕਰਨ ਦੀ ਜ਼ਰੂਰਤ ਹੈ। ਮੈਂ ਨਾਟਕ ਲਿਖਿਆ ਬੈਕਡੋਰ ਕਰੋਨਾ ਦੇ ਇਸ਼ੂ ਦੇ ਉੱਤੇ, ਹੋਰ ਵੀ ਕੁਝ ਦੋਸਤਾਂ ਨੇ ਨਾਟਕ ਲਿਖੇ ਨੇ। ਸੋ ਨਾਟਕਕਾਰੀ ਤੇ ਕੋਈ ਪਾਬੰਦੀ ਨਹੀਂ। ਜਿਹੜਾ ਮਸਲਾ ਕਿਤੇ ਖੜਾ ਹੈ ਉਹ ਹੈ ਪਰਫਾਰਮੈਂਸ ਤੇ ਪਰਫਾਰਮੈਂਸ ਜਿੰਨੀ ਦੇਰ ਤੱਕ ਅਸੀਂ ਲਾਈਵ ਪਰਫਾਰਮੈਂਸ ਨਹੀਂ ਕਰ ਸਕਦੇ ਹੈਗੇ, ਜਿੰਨੀ ਦੇਰ ਤੱਕ ਅਜੇ ਅਸੀਂ ਲੋਕਡਾਊਨ ਦੇ ਵਿੱਚ ਆ, ਉਨੀ ਦੇਰ ਤੱਕ ਜਿਵੇਂ ਇਹ ਵਰਚੁਅਲ ਜਿਹੜਾ ਮੰਚ ਹੈ ਇਹ ਸਾਹਮਣੇ ਆਇਆ ਹੈ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਰੰਗਮੰਚ ਨੂੰ ਵੀ ਜਿਉਂਦਾ ਰੱਖ ਰਹੀਆਂ ਨੇ ਤੇ ਲੋਕਾਂ ਦੇ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰ ਰਹੀਆਂ। ਕਿਤਾਬ ਅਜੇ ਵੀ, ਕਿਤਾਬ ਦੀ ਕੁਝ ਲਿਮਿਟੇਸ਼ਨ ਹੈ, ਕਿਤਾਬ ਅਜੇ ਵੀ ਉਵੇਂ ਨਹੀਂ ਜਾ ਰਹੀ। ਜੇ ਅੱਜ ਦੀ ਆਪਾਂ ਲਾਈਵ ਪਰਫਾਰਮੈਂਸ ਦੀ ਗੱਲ ਕਰ ਲਈਏ ਤਾਂ ਆਪਾਂ ਇੱਥੇ ਬੈਠੇ ਬੈਠੇ ਘੱਟੋ ਘੱਟ ਸੈਂਕੜੇ ਹਜ਼ਾਰਾਂ ਬੰਦਿਆਂ ਤੱਕ ਪਹੁੰਚੇ ਹਾਂ। ਇਹ ਰੰਗਮੰਚ ਦੀ ਤਾਕਤ ਹੈ, ਬੇਸ਼ੱਕ ਮਾਧਿਅਮ ਬਦਲ ਕੇ ਆਨਲਾਈਨ। ਜੀ ਇੱਕ ਹੋਰ ਇਹਦੇ ਨਾਲ ਹੀ ਅਸੀਂ ਇਸ ਚਰਚਾ ਨੂੰ ਅੱਗੇ ਵਧਾਉਣੇ ਆ। ਜਿਹੜਾ ਜਦੋਂ ਤੁਸੀਂ ਟੀਵੀ ਚੈਨਲ ਦੇਖਦੇ ਹੋ ਤਾਂ ਇੱਕ ਜਿਹੜੀ ਏਜੰਡਾ ਸੈਟਿੰਗ ਥਿਊਰੀ ਜਿਹੜੀ ਹੈਗੀ ਆ, ਉਹਦੇ ਵਿੱਚ ਕੀ ਹੈ ਕਿ ਇੱਕ ਦੇਸ਼ ਭਗਤੀ ਦੀ ਡੋਜ਼ ਦਿੱਤੀ ਜਾ ਰਹੀ ਆ ਤੇ ਮਹਿੰਗਾਈ ਜਿਹੜੀ ਹੈਗੀ ਆ, ਡੀਜ਼ਲ, ਪੈਟਰੋਲ, ਸਭ ਕੁਝ ਜਿਹੜਾ ਹੈਗਾ ਉਹ ਆਮ ਬੰਦੇ ਦਾ ਜਿਹੜਾ ਹੈਗਾ ਉਹ ਜਿਉਣਾ ਇੰਨਾ ਕੁ ਮੁਸ਼ਕਲ ਕੀਤਾ ਜਾ ਰਿਹਾ ਕਿ ਉਹਨੂੰ ਲੱਗਦਾ ਕਿ ਜਿਹੜਾ ਜਿਉਣਾ ਹੈਗਾ ਉਹੀ ਬਹੁਤ ਵੱਡੀ ਪ੍ਰਾਪਤੀ ਹੈ। ਬਿਲਕੁਲ। ਤੇ ਉਹਦੇ ਵਿੱਚ ਜਿਹੜਾ ਅਸੀਂ ਲੋਕਾਂ ਲਈ ਜਿਹੜਾ ਹੈਗਾ ਉਹ ਕੀ ਕਰ ਸਕਦੇ ਆ, ਰੰਗਮੰਚ ਜਿਹੜਾ ਹੈਗਾ ਉਹਨਾਂ ਲੋਕਾਂ ਲਈ ਕੀ ਕਰ ਸਕਦਾ ਜਦੋਂ ਉਹਨਾਂ ਦੇ ਸਾਹਮਣੇ ਜਿਹੜਾ ਟੀਵੀ ਆ, ਖਾਸ ਕਰਕੇ ਜਿਹੜੇ ਨਿਊਜ਼ ਚੈਨਲਸ ਨੇ, ਜਦੋਂ ਲਗਾਤਾਰ ਉਹਨਾਂ ਦੇ ਅੰਦਰ ਜ਼ਹਿਰ ਭਰ ਰਹੇ ਨੇ, ਉਹਨਾਂ ਦੀ ਜਿਹੜੀ ਸਰਹੱਦਾਂ, ਜਿੱਥੇ ਤੁਸੀਂ ਗੱਲ ਕੀਤੀ ਹੈ ਸਰਹੱਦਾਂ ਦੀ, ਸਰਹੱਦਾਂ ਖੜੀਆਂ ਕੀਤੀਆਂ ਜਾ ਸਕਦੀਆਂ, ਜਾਤ ਦੀਆਂ, ਧਰਮ ਦੀਆਂ, ਰਾਜਾਂ ਦੀਆਂ, ਭਾਸ਼ਾ ਦੀਆਂ ਸਰਹੱਦਾਂ ਖੜੀਆਂ ਕੀਤੀਆਂ ਜਾ ਰਹੀਆਂ, ਤੇ ਉੱਥੇ ਰੰਗਮੰਚ ਜਿਹੜਾ ਹੈਗਾ ਉਹਨਾਂ ਲਈ ਹੁਣ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਇਹ ਬੜਾ ਵੱਡਾ ਬਹੁਤ ਇੰਪੋਰਟੈਂਟ ਸਵਾਲ ਹੈ ਅੱਜ ਦੇ ਦੌਰ ਦਾ। ਇੱਕ ਪਾਸੇ ਸਰਕਾਰ ਤੇ ਉਹਦਾ ਖਰੀਦਾ ਹੋਇਆ ਮੀਡੀਆ ਜੀ ਆਪਣੇ ਤਰੀਕੇ ਦੇ ਏਜੰਡੇ ਲੈ ਕੇ ਆ ਰਿਹਾ ਹੈ ਤੇ ਆਪਣੇ ਤਰੀਕੇ ਨਾਲ ਮਾਈਂਡ ਸੈਟ ਕਰ ਰਿਹਾ ਹੈ ਜੀ। ਤੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਕ ਪਾਸੇ ਐਡੇ ਜ਼ੋਰਦਾਰ ਤਾਕਤ ਨਾਲ ਏਜੰਡੇ ਰੱਖੇ ਜਾਂਦੇ ਹੋਣ ਤਾਂ ਉੱਥੇ ਘੱਟੋ ਘੱਟ ਠੀਕ ਵਰਜ਼ਨ ਕੀ ਹੈ ਉਹਨਾਂ ਏਜੰਡਿਆਂ ਦਾ, ਇਹ ਕੋਈ ਧਿਰ ਰੱਖੇ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ। ਤੇ ਰੰਗਮੰਚ ਘੱਟੋ ਘੱਟ ਇੱਕ ਉਹਦੇ ਪੈਰਲਲ ਵਰਜ਼ਨ ਤਾਂ ਦੇ ਰਿਹਾ ਨਾ। ਦੇਸ਼ ਭਗਤੀ ਜਿਹੜੀ ਟੈਲੀਵਿਜ਼ਨ ਤੇ ਆ ਰਹੀ ਹੈ ਉਹ ਹੋਰ ਹੈ, ਦੇਸ਼ ਭਗਤੀ ਜਿਹੜੀ ਸਰਹੱਦ ਤੋਂ ਨਾਟਕ ਦੇ ਵਿੱਚ ਆ ਰਹੀ ਹੈ ਇਹਦਾ ਵਰਜ਼ਨ ਹੋਰ ਹੈ। ਜਿਹੜਾ ਇੱਕ ਠੀਕ ਓਪੀਨੀਅਨ ਬਿਲਡ ਕਰਨਾ, ਲੋਕਾਂ ਨੂੰ ਦੱਸਣਾ ਕਿ ਡੀਜ਼ਲ ਦੀਆਂ ਕੀਮਤਾਂ ਉਹ ਦੱਸ ਰਿਹਾ ਮਾਧਿਅਮ ਕਿ ਵੱਧ ਰਹੀਆਂ ਨੇ, ਪਰ ਡੀਜ਼ਲ ਦੀਆਂ ਕੀਮਤਾਂ ਦੇ ਪਿੱਛੇ ਮਾਫੀਆ ਕਿੱਥੇ ਹੈ, ਡੀਜ਼ਲ ਦੀਆਂ ਕੀਮਤਾਂ ਦੇ ਪਿੱਛੇ ਆਮ ਲੋਕ ਕਿਉਂ ਗਵਾਚ ਗਏ, ਇਹ ਨਾਟਕ ਨੇ ਦੱਸਣਾ ਹੈਗਾ, ਇਹ ਰੰਗਮੰਚ ਨੇ ਦੱਸਣਾ ਹੈਗਾ। ਸੋ ਜਿੰਨਾ ਵੀ ਓਪੀਨੀਅਨ ਉਸ ਮਾਧਿਅਮ ਰਾਹੀਂ ਆ ਰਿਹਾ ਹੈ ਉਹ ਫੇਕ ਓਪੀਨੀਅਨ ਹੈ, ਉਹ ਬਾਜ਼ਾਰ ਦਾ ਓਪੀਨੀਅਨ ਹੈ ਤੇ ਬਾਜ਼ਾਰ ਨੇ ਸਰਕਾਰ ਦੇ ਨਾਲ ਮਿਲ ਕੇ ਲੋਕਾਂ ਦਾ ਮਾਈਂਡ ਸੈਟ ਚੇਂਜ ਕਰਨਾ ਹੈ ਤੇ ਰੰਗਮੰਚ ਨੇ ਉਸ ਮਾਈਂਡ ਸੈਟ ਨੂੰ ਚੇਂਜ ਹੋਣ ਤੋਂ
ਬਚਾਉਣਾ ਹੈ। ਰੰਗਮੰਚ ਨੇ ਲੋਕਾਂ ਨੂੰ ਲੋਕਾਂ ਦੇ ਮਸਲਿਆਂ ਤੇ ਲੈ ਕੇ ਆਉਣਾ ਹੈ ਕਿ ਉਹ ਤੁਹਾਡੇ ਮਸਲੇ ਨਹੀਂ ਹੈਗੇ, ਤੁਹਾਡੇ ਮਸਲੇ ਇਹ ਨੇ। ਉਹ ਦੇਸ਼ ਭਗਤੀ ਨਹੀਂ ਹੈਗੀ, ਆਪਣੇ ਪੁੱਤਾਂ ਨੂੰ ਬਚਾਉਣਾ ਦੇਸ਼ ਭਗਤੀ ਹੈ। ਇਸ ਵੇਲੇ ਕਿਸਾਨਾਂ ਨੂੰ, ਜਵਾਨਾਂ ਨੂੰ, ਮਜ਼ਦੂਰਾਂ ਨੂੰ, ਇਹਨਾਂ ਨੂੰ ਬਚਾਉਣਾ ਦੇਸ਼ ਭਗਤੀ ਹੈ, ਨਾ ਕਿ ਸਰਹੱਦਾਂ ਤੇ ਜਾ ਕੇ ਮਰਨਾ ਜੀ। ਦੇਸ਼ ਭਗਤੀ ਹੈ। ਵਰਤਨ ਕੀ ਹੈ ਬਿਲਕੁਲ। ਤੁਹਾਡਾ, ਇਹ ਰੰਗਮੰਚ ਨੇ ਦੱਸਿਆ। ਜੀ, ਹੁਣ ਅਸੀਂ ਰੰਗਮੰਚ ਤੋਂ ਜਿਹੜਾ ਹੈਗਾ ਅਸੀਂ ਥੋੜਾ ਜਿਹਾ ਪੋਲੀਟੀਕਲ ਜਿਹੜੀ ਗੱਲਬਾਤ ਆ ਉਹਦੇ ਤੋਂ ਅਸੀਂ ਥੋੜਾ ਜਿਹਾ ਵਾਪਸ ਆਉਣੇ ਆ। ਵੈਸੇ ਜੀ। ਪੋਲੀਟੀਕਲ ਜਿਹੜੀ ਗੱਲਬਾਤ ਹੈਗੀ ਆ ਉਹ ਹੋਣੀ ਬਹੁਤ ਜ਼ਰੂਰੀ ਹੈ ਤੇ ਅਸੀਂ ਕਰ ਵੀ ਰਹੇ ਹਾਂ। ਖੈਰ, ਜਿਹੜਾ ਰੰਗਮੰਚ ਆ ਉਹ ਲਗਾਤਾਰ ਕਰ ਰਹੇ ਆ, ਜਿੱਦਾਂ ਜੀ ਤੁਸੀਂ ਜੀ ਜੀ ਦੱਸ ਰਹੇ ਸੀ, ਜਿੱਥੋਂ ਤੁਹਾਡੀ ਸ਼ੁਰੂਆਤ ਹੋਈ ਹੈ। ਤਾਂ ਇੱਕ ਜਿਹੜਾ ਹੁਣ ਜਿਹੜਾ ਸਵਾਲ ਜਿਹੜਾ ਉੱਠ ਰਿਹਾ ਉਹ ਇਹ ਹੈਗਾ ਕਿ ਜਿਹੜੀ ਜਦੋਂ ਤੁਸੀਂ ਦੱਸ ਰਹੇ ਸੀਗੇ ਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਆ, ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਹਰਿਆਣੇ ਦੇ ਵਿੱਚ ਪੈਦਾ ਹੋਏ, ਹੈਨਾ? ਜੀ ਤੇ ਇੱਕ ਹਿੰਦੀ ਦਾ ਜਿਹੜਾ ਹੈਗਾ ਤੁਹਾਡੀ ਇੱਕ ਬੈਲਟ ਬਣ ਗਈ, ਪਰ ਉੱਥੇ ਰਹਿਣ ਵਾਲੇ ਪੰਜਾਬੀ ਸੀ। ਜੀ ਸਰਹੱਦ ਤਾਂ ਹੁਣ ਉੱਥੇ ਵੀ ਆ, ਚਾਹੇ ਉਹ ਪੰਜਾਬ ਤੇ ਹਰਿਆਣੇ ਦੀ ਹੋਵੇ। ਬਿਲਕੁਲ ਬਿਲਕੁਲ ਇੱਕ ਸਰਹੱਦ ਜਿਹੜੀ ਹੈਗੀ ਆ ਉਹ ਫੌਜ ਜਿਹੜੀ ਹੈਗੀ ਆ ਉਹ ਲੜ ਰਹੀ ਆ, ਇੱਕ ਸਰਹੱਦ ਜਿਹੜੀ ਹੈਗੀ ਆ ਉਹ ਆਮ ਲੋਕ ਦੇਸ਼ ਦੇ ਅੰਦਰ ਰਹਿ ਕੇ ਲੜ ਰਹੇ ਆ ਉਸ ਸਰਹੱਦ ਦੇ ਉੱਤੇ, ਚਾਹੇ ਉਹ ਭਾਸ਼ਾ ਦੇ ਹੇਰਵੇ ਦੀ ਹੋਵੇ, ਚਾਹੇ ਉਹ ਜ਼ਾਤ ਦੇ ਹੇਰਵੇ ਦੀ ਹੋਵੇ, ਜਾਂ ਧਰਮ ਦੇ ਹੋਵੇ, ਜਾਂ ਪਾਣੀਆਂ ਦੀ ਲੜਾਈ ਹੋਵੇ। ਇੱਕ ਸਰਹੱਦਾਂ ਜਿਹੜੀਆਂ ਦੇਸ਼ ਦੇ ਅੰਦਰ ਨੇ, ਜੀ ਹੈਨਾ? ਜੀ 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 ਉਹਨਾਂ ਬਾਰੇ ਜਿਹੜੀ ਗੱਲ ਜਿਹੜੀ ਹੈਗੀ ਆ ਮੇਰੇ ਖਿਆਲ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਹੈ। ਜਿਹੜੀ ਭਾਸ਼ਾ ਦੀ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਕਿ ਜਿਹੜਾ ਹਿੰਦੀ ਬੈਲਟ ਦੇ ਵਿੱਚ ਰਹਿ ਕੇ, ਹਿੰਦੀ ਮੀਡੀਅਮ ਦੇ ਵਿੱਚ ਰਹਿ ਕੇ ਜਿਹੜੀ ਇੱਕ ਸਰਹੱਦ ਜਿਹੜੀ ਹੈਗੀ ਉਹ ਖਿੱਚੀ ਗਈ, ਜਿਹੜੀ ਪੰਜਾਬ ਤੇ ਹਰਿਆਣੇ ਦੀ, ਉਹਦੇ ਵਿੱਚ ਤੁਹਾਡਾ ਪੰਜਾਬੀ ਰੰਗਮੰਚ ਦੇ ਵਿੱਚ ਆਉਣਾ, ਪੰਜਾਬੀ ਦੇ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਫਿਰ ਬਾਅਦ ਦੇ ਵਿੱਚ ਕੰਮ ਕਰਨਾ, ਉਹ ਕਿੱਦਾਂ ਦਾ ਐਕਸਪੀਰੀਅੰਸ ਸੀਗਾ? ਉਹ ਜ਼ਰੂਰ ਸ਼ੇਅਰ ਕਰੋ ਸਾਡੇ ਨਾਲ। ਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਮੈਂ ਹਰਿਆਣੇ 'ਚ ਰਿਹਾ, ਹਰਿਆਣੇ 'ਚ ਜੰਮਿਆ ਪਲਿਆ, ਹਿੰਦੀ ਮਾਧਿਅਮ ਦੇ ਵਿੱਚ ਪੜ੍ਹਿਆ ਤੇ 16 ਸਾਲ ਹਿੰਦੀ ਪੜ੍ਹਾਈ। ਹੁਣ ਜੀ। 5 ਸਾਲਾਂ ਤੋਂ ਅੰਗਰੇਜ਼ੀ ਪੜ੍ਹਾ ਰਿਹਾ। ਪੰਜਾਬੀ ਮੇਰਾ ਸਬਜੈਕਟ ਹੈ, ਪੰਜਾਬੀ ਮੇਰੀ PhD ਹੈ, ਪੰਜਾਬੀ ਮੈਂ ਕਿਤੇ ਪੜ੍ਹਾ ਰਿਹਾ। ਇਹ ਸਾਰੇ ਦੇ ਪਿੱਛੇ ਨਾ ਜਿਹੜੀ ਫਿਲਾਸਫੀ ਹੈ, ਜਿਹੜੀ ਸੋਚ ਹੈ, ਉਹ ਅਸਲ ਦੇ ਵਿੱਚ ਇਹ ਹੈ ਕਿ ਪੋਲੀਟੀਕਲ ਲੋਕਾਂ ਨੇ ਲੋਕਾਂ ਨੂੰ ਇੰਨਾ ਵੰਡ ਕੇ ਰੱਖਣਾ ਹੈ ਆਪਣੇ ਏਜੰਡਿਆਂ ਦੇ ਤਹਿਤ ਕਿ ਲੋਕ ਕਦੇ ਇਕੱਠੇ ਹੋ ਨਾ ਸਕਣ। ਖਾਸ ਤੌਰ ਤੇ ਪੰਜਾਬ ਨਾਲ ਜਿਹੜੀ 1947 ਦੀ ਵੰਡ ਪਹਿਲੀ ਹੋਈ, ਫਿਰ 1966 ਦੀ ਦੂਜੀ ਵੰਡ ਹੋਈ। ਇਹਨਾਂ ਵੰਡਾਂ ਨੇ ਪੰਜਾਬੀ ਤੇ ਪੰਜਾਬੀਅਤ ਦੇ ਕਨਸੈਪਟ ਨੂੰ ਇੰਨਾ ਤੋੜਤਾ, ਇੰਨਾ ਛੋਟਾ ਕਰਤਾ ਕਿ ਹੁਣ ਅਸੀਂ ਵਰਚੁਅਲ ਵਰਲਡ ਦੇ ਵਿੱਚ ਆ ਕੇ ਦੁਬਾਰਾ ਜੁੜ ਰਹੇ ਹਾਂ, ਆਨਲਾਈਨ ਦੁਬਾਰਾ ਜੁੜ ਰਹੇ ਹਾਂ ਪੂਰੀ ਦੁਨੀਆ ਦੇ 18 ਕਰੋੜ ਪੰਜਾਬੀਆਂ ਦੇ ਨਾਲ। ਅਦਰਵਾਈਜ਼ ਤਾਂ ਤੁਸੀਂ ਇੱਕ ਛੋਟੀ ਜਿਹੀ ਇਮੇਜਿਨ ਕਰੋ ਕਿ ਜੇ ਅੱਜ ਪਾਕਿਸਤਾਨੀ ਪੰਜਾਬ ਇੱਧਰ ਹੁੰਦਾ, ਜੇ ਹਰਿਆਣਾ ਇਸ ਪੰਜਾਬ ਦੇ ਵਿੱਚ ਹੁੰਦਾ, ਜੇ ਹਿਮਾਚਲ ਇਸ ਪੰਜਾਬ ਦੇ ਵਿੱਚ ਹੁੰਦਾ, ਜੇ ਜੰਮੂ ਦਾ ਉਹ ਇਲਾਕਾ ਪੰਜਾਬ ਦੇ ਵਿੱਚ ਹੁੰਦਾ, ਅੱਜ ਹਿੰਦੁਸਤਾਨ ਦੀ ਸਭ ਤੋਂ ਵੱਡੀ ਭਾਸ਼ਾ ਪੰਜਾਬੀ ਹੋਣੀ ਸੀ। ਜੀ। ਇਹ ਪੰਜਾਬੀ ਨੂੰ ਮਾਰ ਦਿੱਤਾ ਗਿਆ। ਪੰਜਾਬੀ ਇੱਕ ਛੋਟਾ ਜਿਹਾ ਸੂਬਾ ਬਣ ਗਿਆ ਪੋਲੀਟੀਕਲ ਹਿੱਤਾਂ ਕਰਕੇ। ਸੋ ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹਦਾ ਜਿਹੜਾ ਸੰਤਾਪ ਹੈ ਉਹ ਪੰਜਾਬੀਆਂ ਨੂੰ ਪਤਾ ਨਹੀਂ ਲੱਗਦਾ, ਇੱਧਰਲੇ ਪੰਜਾਬ ਵਾਲਿਆਂ ਨੂੰ। ਜਿਹੜੇ ਪੰਜਾਬ ਤੋਂ ਉੱਧਰ ਬੈਠੇ ਨੇ ਹਰਿਆਣੇ ਦੇ ਵਿੱਚ, ਜਿਹੜੇ ਪੰਜਾਬ ਤੋਂ ਬਾਹਰ ਬੈਠੇ ਨੇ ਦਿੱਲੀ ਦੇ ਵਿੱਚ, ਜਿਹੜੇ ਪੰਜਾਬ ਤੋਂ ਬਾਕੀ ਭਾਰਤ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਇੱਕ ਮਾਂ ਤੋਂ ਟੁੱਟਣ ਦਾ ਹਿਰਵਾ ਕਿੰਨਾ ਵੱਡਾ ਹੁੰਦਾ ਹੈ ਤੇ ਮਾਂ ਨੂੰ ਮਿਲਣ ਦੀ ਇਹ ਕਿੰਨੀ ਵੱਡੀ ਹੁੰਦੀ ਹੈ। ਇਹ ਅਹਿਸਾਸ ਘੱਟੋ ਘੱਟ ਮੈਂ ਆਪਣੇ ਨਾਟਕਾਂ ਰਾਹੀਂ, ਆਪਣੀ ਕਵਿਤਾ ਰਾਹੀਂ, ਆਪਣੀ ਜ਼ਿੰਦਗੀ ਰਾਹੀਂ ਹੰਢਾਇਆ। ਜਿੱਥੇ ਮੈਂ ਜੌਬ ਕੀਤੀ ਹੈ ਨਾ, ਰਿਆਉਂਦ ਕਲਾਂ ਆਖਰੀ ਪਿੰਡ ਹੈ ਜਿਸ ਤੋਂ ਅੱਗੇ ਮੇਰਾ ਪਿੰਡ ਹੈ। ਰਿਆਉਂਦ ਕਲਾਂ ਨੂੰ ਪੰਜਾਬ ਦੇ ਕਾਲੇ ਪਾਣੀ ਕਿਹਾ ਜਾਂਦਾ ਹੈ। ਪੰਜਾਬ ਦੇ ਵਿੱਚ ਜਿਹੜੇ ਵੀ ਟੀਚਰ ਦੀ ਬਦਲੀ ਕਰਨੀ ਹੈ ਸ਼ਿਕਾਇਤ ਦੇ ਆਧਾਰ ਤੇ, ਉਹਦੀ ਬਦਲੀ ਰਿਆਉਂਦ ਕਲਾਂ ਹੁੰਦੀ ਹੈ, ਕਿਉਂਕਿ ਆਖਰੀ ਪਿੰਡ ਹੈ ਪੰਜਾਬ ਦਾ। ਤੇ ਉਸ ਆਖਰੀ ਪਿੰਡ ਤੋਂ ਅਗਲਾ ਪਿੰਡ ਮੇਰਾ ਜਿਹੜਾ ਹਰਿਆਣੇ ਦਾ ਆਖਰੀ ਪਿੰਡ ਹੈ। ਸੋ ਦੋ ਆਖਰੀ ਪਿੰਡਾਂ ਦੀ ਸਰਹੱਦ ਤੇ ਵਸਿਆ ਹੋਇਆ ਮੈਂ। ਇਸ ਕਰਕੇ ਸਰਹੱਦ ਨੂੰ ਤੇ ਵੰਡ ਨੂੰ ਮੈਂ ਬਹੁਤ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਇਆ। ਜੀ। ਅਗਲਾ ਜਿਹੜੀ ਹੈਗੀ ਆ ਆਪਾਂ ਗੱਲਬਾਤ ਇੱਥੇ ਕਰਦੇ ਹਾਂ ਕਿ ਜਿਹੜਾ ਹੁਣ ਤੱਕ ਦਾ ਸਫ਼ਰ ਹੈਗਾ ਰੰਗਮੰਚ ਦੇ ਵਿੱਚ, ਉਹ ਤੁਸੀਂ ਜਿਹੜਾ ਹੈਗਾ ਉਹ ਪਟਿਆਲੇ ਦਾ ਜਿਹੜਾ ਹੈਗਾ ਤੁਹਾਡਾ ਜਿਹੜੀ ਸਰਾਊਂਡਿੰਗ ਆ, ਜਾਂ ਇਸ ਤੋਂ ਬਾਹਰ ਵੀ ਤੁਸੀਂ ਜਿਹੜਾ ਹੈਗਾ ਰੰਗਮੰਚ ਹਰਿਆਣੇ ਦੇ ਵਿੱਚ ਵੀ ਕਰਦੇ ਰਹੇ? ਜੀ ਬੇਸਿਕਲੀ ਮੇਰਾ ਰੰਗਮੰਚ ਨਾ ਮਾਲਵੇ ਦੇ ਵਿੱਚ ਹੈਗਾ। ਪਟਿਆਲੇ ਮੈਨੂੰ ਹੁਣ 5 ਸਾਲ ਇੱਥੇ ਆਏ ਨੂੰ ਹੋਏ ਨੇ। ਪਟਿਆਲੇ ਦੇ ਵਿੱਚ ਅੱਜ ਮੈਂ ਰੰਗਮੰਚ ਸ਼ੁਰੂ ਵੀ ਨਹੀਂ ਕੀਤਾ ਹੈਗਾ। ਮੈਂ ਪ੍ਰੋਫੈਸਰ ਔਲਖ ਦੇ ਨਾਲ ਰਿਹਾ ਬਹੁਤ ਲੰਮਾ ਸਮਾਂ ਜਦੋਂ ਮੈਂ ਜੌਬ ਸ਼ੁਰੂ ਕੀਤੀ। ਉਹ ਔਲਖ ਦਾ ਜਿਹੜਾ ਥੀਏਟਰ ਹੈ, ਮਾਲਵੇ ਦਾ ਥੀਏਟਰ, ਮਾਲਵੇ ਦੀ ਨਿਮਨ ਕਿਸਾਨੀ ਦਾ ਥੀਏਟਰ, ਕਿਉਂਕਿ ਮੈਂ ਖੁਦ ਵੀ ਨਿਮਨ ਕਿਸਾਨੀ ਨੂੰ ਬਿਲੋਂਗ ਕਰਦਾ, ਉਸੇ ਬੈਕਗਰਾਉਂਡ ਨੂੰ ਬਿਲੋਂਗ ਕਰਦਾ ਜਿਹੜੇ ਬੈਕਗਰਾਉਂਡ ਨੂੰ ਔਲਖ ਸਾਹਿਬ ਨੇ ਬਿਲੋਂਗ ਕੀਤਾ। ਫਰਕ ਇਹ ਹੈ ਕਿ ਜਿੱਥੇ ਔਲਖ ਸਾਹਿਬ ਦੇ ਨਾਟਕ ਖਤਮ ਹੁੰਦੇ ਨੇ, ਗ੍ਰੀਨ ਰੈਵੋਲੂਸ਼ਨ ਦਾ ਉਹ ਦੌਰ
ਜਦੋਂ ਕਿਸਾਨ ਸੰਕਟ ਦੇ ਵਿੱਚ ਆ ਚੁੱਕਿਆ ਹੈ, ਉੱਥੇ ਤੱਕ ਪ੍ਰੋਫੈਸਰ ਔਲਖ ਸਾਹਿਬ ਦੇ ਨਾਟਕ ਨੇ। ਉਹ ਸੰਕਟ ਖੁਦਕੁਸ਼ੀਆਂ ਤੱਕ ਕਿਵੇਂ ਪਹੁੰਚਦਾ ਹੈ, ਇਹ ਅੱਗੇ ਫਿਰ ਮੇਰੇ ਨਾਟਕ ਹੁੰਦੇ ਨੇ। ਮੇਰਾ ਨਾਟਕ ਖੁਦਕੁਸ਼ੀ ਦੇ ਮੋੜ ਤੇ ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਬਗਾਨੇ ਬੋਰਡ ਦੀ ਸ਼ਾਨ ਖਤਮ ਹੁੰਦਾ ਹੈ। ਬਗਾਨੇ ਬੋਰਡ ਦੀ ਸ਼ਾਨ ਦਾ ਜਿਹੜਾ ਸੰਕਟ ਹੈ, ਉਹ ਖੁਦਕੁਸ਼ੀ ਦੇ ਮੋੜ ਦੇ ਵਿੱਚ ਜਾ ਕੇ ਬਹੁਤ ਵੱਡਾ ਹੋ ਜਾਂਦਾ ਹੈ, ਤੇ ਉੱਥੇ ਤਾਂ ਬੈਕ ਦਾ ਰੋਹ ਹੈ ਕਿਸਾਨ ਦਾ। ਇੱਥੇ ਕਿਸਾਨ ਖੁਦਕੁਸ਼ੀ ਤੱਕ ਪਹੁੰਚ ਜਾਂਦਾ ਹੈ, ਤੇ ਉਸ ਤੋਂ ਬਾਅਦ ਦੀਆਂ ਕੀ ਸਥਿਤੀਆਂ ਨੇ। ਨਿਮਨ ਕਿਸਾਨੀ ਜਦੋਂ ਮਜ਼ਦੂਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ, ਜਦੋਂ ਪਿੰਡ ਦੇ ਵਿੱਚ ਧਨੀ ਕਿਸਾਨੀ, ਨਿਮਨ ਕਿਸਾਨੀ ਤੇ ਮਜ਼ਦੂਰ 3 ਲੇਅਰਸ ਬਣ ਜਾਂਦੀਆਂ ਨੇ, ਜਦੋਂ ਜਾਤਾਂ ਜਮਾਤਾਂ ਚ ਕਨਵਰਟ ਹੋ ਜਾਂਦੀਆਂ ਨੇ, ਉਹ ਸਥਿਤੀ ਮੇਰੇ ਭੋਗਲ ਦੀ ਅੱਜ ਨਾਟਕ ਦੇ ਵਿੱਚ ਆਉਂਦੀ ਹੈ ਕਿ ਕਿਵੇਂ ਜਿਹੜੀਆਂ ਪਿੰਡਾਂ ਦੀਆਂ ਜਾਤਾਂ ਨੇ, ਇੱਕ ਧਨੀ ਕਿਸਾਨੀ ਵਾਲਾ ਬੰਦਾ ਕਿਵੇਂ ਨਿਮਨ ਕਿਸਾਨੀ ਵਾਲੇ ਜੱਟ ਦਾ ਸ਼ੋਸ਼ਣ ਕਰਦਾ ਹੈ, ਤੇ ਨਿਮਨ ਕਿਸਾਨੀ ਵਾਲਾ ਜੱਟ ਕਿਵੇਂ ਮਜ਼ਦੂਰ ਬਣ ਕੇ, ਮਜ਼ਦੂਰ ਤੇ ਨਿਮਨ ਕਿਸਾਨੀ ਇੱਕ ਜਮਾਤ ਬਣ ਜਾਂਦੀ ਹੈ। ਇੱਕ ਵੱਡਾ ਚੇਂਜ ਸੀ ਜਿਹੜਾ ਪ੍ਰੋਫੈਸਰ ਔਲਖ ਸਾਹਿਬ ਤੋਂ ਬਾਅਦ ਸਾਡੇ ਪਿੰਡਾਂ ਦੇ ਵਿੱਚ ਵਾਪਰਿਆ, ਤੇ ਮੇਰਾ ਨਾਟਕ ਭੋਗਲ ਦੀ ਅੱਗ ਖੁਦਕੁਸ਼ੀ ਦੇ ਮੋੜ ਤੇ ਇਸ ਯਥਾਰਥ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ। ਜੀ, ਹੁਣ ਅਸੀਂ ਜੀ ਇੱਕ ਸਵਾਲ ਜਿਹੜਾ ਹੈਗਾ ਮੇਰਾ ਇਹ ਹੈਗਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਕਿਸਾਨੀ ਦੀ ਜਿਹੜੀ ਸਮੱਸਿਆ ਦੀ ਗੱਲ ਹੁੰਦੀ ਹੈ, ਜਾਂ ਪੰਜਾਬ ਦੀ ਜੋ ਸਮੱਸਿਆ ਹੈ, ਜੋ ਮਜ਼ਦੂਰ ਜਮਾਤ ਦੀ ਸਮੱਸਿਆ ਹੈਗੀ ਹੈ, ਜਾਂ ਆਮ ਲੋਕਾਂ ਦੀ ਸਮੱਸਿਆ ਹੈਗੀ ਆ, ਉਹਦੇ ਬਾਰੇ ਆਪਣੀ ਜਿਹੜੀ ਗੱਲ ਹੁੰਦੀ ਹੈ। ਹੁਣ ਮੈਂ ਜਿਹੜਾ ਹੈਗਾ ਇਸ ਚਰਚਾ ਨੂੰ ਥੋੜਾ ਜਿਹਾ ਅਲੱਗ ਜਿਹੜਾ ਹੈਗਾ ਫੇਜ਼ ਦੇ ਵਿੱਚ ਲੈ ਕੇ ਜਾਣਾ ਕਿ ਜਿਹੜਾ ਤੁਹਾਡੇ ਓਪੇਰਾਜ਼ ਨੇ, ਮਤਲਬ ਅਸੀਂ ਵੀ ਸਿੱਖ ਰਹੇ ਹਾਂ ਹਜੇ ਰੰਗਮੰਚ ਬਾਰੇ, ਅਸੀਂ ਨਾਟਕ ਬਾਰੇ ਸਿੱਖ ਰਹੇ ਹਾਂ, ਅਸੀਂ ਵਿਦਿਆਰਥੀ ਹਾਂ, ਤੇ ਮੈਨੂੰ ਲੱਗਦਾ ਕਿ ਅੱਜ ਦੀ ਚਰਚਾ ਦੇ ਵਿੱਚ ਜਿਹੜੇ ਦੇਖਣ ਵਾਲੇ ਨੇ, ਸਾਡੇ ਦਰਸ਼ਕ ਨੇ, ਜਾਂ ਮੈਂ ਜਿੰਨਾ ਕੁ ਵੀ ਤੁਹਾਡੇ ਤੋਂ ਜਿਹੜਾ ਹੈਗਾ ਉਹ ਚਰਚਾ ਦੇ ਵਿੱਚੋਂ ਕੁਝ ਲੈ ਸਕਦਾ, ਉਹਦੇ ਵਿੱਚ ਜਿਹੜੀ ਓਪੇਰਾ ਦੀ ਵਿਧਾ ਹੈਗੀ ਆ, ਉਹ ਅਸੀਂ ਕਮ ਸੇ ਕਮ ਮੈਂ ਨਹੀਂ ਦੇਖੀ, ਕਿਉਂਕਿ ਹੁਣ ਹੋ ਵੀ ਨਹੀਂ ਰਿਹਾ ਹੈਗਾ, ਹੈਨਾ। ਤੇ ਸਾਡਾ ਰੰਗਮੰਚ ਜਿਹੜਾ ਹੈਗਾ ਉਹ ਬੜਾ ਸਰਹੱਦਾਂ ਇੱਥੇ ਵੀ ਨੇ, ਮਾਝੇ ਦਾ, ਮਾਲਵੇ ਦਾ, ਚੰਡੀਗੜ੍ਹ। ਤੇ ਮੈਂ ਇੱਕ ਸਵਾਲ ਹੋਰ ਵੀ ਤੁਹਾਨੂੰ ਕਰਨਾ ਹੈਗਾ, ਇੱਕ ਬੜਾ ਕਰਖਤ ਜਿਹਾ ਸਵਾਲ ਆਇਆ ਸੀ, ਮੈਨੂੰ ਵੀ ਆਇਆ ਸੀਗਾ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਜਿਹੜੇ ਇਸ ਤਰੀਕੇ ਦਾ ਜਿਹੜਾ ਰੰਗਮੰਚ ਹੈਗਾ, ਓਪੇਰਾ ਜਿਹੜਾ ਹੈਗਾ, ਉਹਦੀ ਕੀ ਵਿਧਾ ਹੈਗੀ ਆ, ਤੇ ਉਹ ਹੁਣ ਕਿਉਂ ਨਹੀਂ ਜਿਹੜਾ ਹੈਗਾ ਉਹ ਹੋ ਰਿਹਾ, ਜਾਂ ਉਹਦੀ ਕੀ ਸਮੱਸਿਆ ਹੈਗੀ ਆ ਹੁਣ ਨਾ? ਓਪੇਰਾ ਬਹੁਤ ਸਪੈਸੀਫਿਕ ਵਿਧਾ ਨਾਟਕ ਦੀ। ਉਹ ਨਾਟਕ ਜਿਹਦੇ ਵਿੱਚ ਜਿਹੜੇ ਐਕਟਰ ਨੇ ਉਹ ਇਕੱਲੇ ਐਕਟ ਨਹੀਂ ਕਰਦੇ, ਉਹ ਗਾਉਂਦੇ ਵੀ ਨੇ ਨਾਲ। ਜੀ, ਭਾਵ ਇੱਕ ਐਕਟਰ ਦਾ ਗਾਇਕ ਹੋਣਾ ਵੀ ਓਨਾ ਹੀ ਜ਼ਰੂਰੀ ਹੈ ਉਸ ਨਾਟਕ ਦੇ ਵਿੱਚ। ਜੀ, ਇਹੀ ਇਹਦਾ ਔਖਾ ਪੱਖ ਹੈ, ਕਿਉਂਕਿ ਤੁਹਾਨੂੰ ਐਕਟਰ ਉਹ ਲੈਣੇ ਪੈਣਗੇ ਜਿਹੜੇ ਐਕਟਰ ਗਾ ਸਕਦੇ ਨੇ। ਜੀ, ਤੇ ਦੁਨੀਆ ਦੇ ਵਿੱਚ ਇਟਲੀ ਤੋਂ ਓਪੇਰਾ ਸ਼ੁਰੂ ਹੋਇਆ। ਪੰਜਾਬ ਦਾ ਓਪੇਰਾ ਵੱਖਰੀ ਕਿਸਮ ਦਾ ਓਪੇਰਾ ਸੀ। ਇਟਲੀ ਦਾ ਓਪੇਰਾ ਰਾਜ ਮਹਿਲਾਂ 'ਚ ਪੈਦਾ ਹੋਇਆ। ਉੱਥੇ 200 300 ਐਕਟਰਾਂ ਨਾਲ ਓਪੇਰਾ ਤੇ ਬਹੁਤ ਵੱਡੇ ਸੈਟਾਂ ਨਾਲ ਓਪੇਰਾ ਖੇਡਿਆ ਜਾਂਦਾ ਸੀ। ਪਰ ਜਿਹੜਾ ਪੰਜਾਬ ਦਾ ਓਪੇਰਾ ਹੈ ਉਹ ਗਰੀਬ ਓਪੇਰਾ ਹੈ। ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਜਦੋਂ ਇੱਕ ਮੂਵਮੈਂਟ ਦੇ ਤਹਿਤ ਕਮਿਊਨਿਸਟ ਪਾਰਟੀਆਂ ਨੇ ਆਪਣੇ ਡਰਾਮਾ ਸਕੁਐਡ ਬਣਾਈ, ਤਾਂ ਉਹਨਾਂ ਦਾ ਮਕਸਦ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣਾ ਸੀ। ਤਾਂ ਉਹਨਾਂ ਨੇ ਓਪੇਰਾ ਨੂੰ ਆਪਣੀ ਗੱਲ ਕਹਿਣ ਦਾ ਮਾਧਿਅਮ ਬਣਾਇਆ। ਜਿਹੜਾ ਪਾਰਟੀਆਂ ਨੇ ਓਪੇਰਾ ਸ਼ੁਰੂ ਕੀਤਾ ਉਹ ਦਿੱਲੀ ਚਲੀ ਗਈ, ਉਹ ਉੱਥੇ ਓਪੇਰਾ ਕੀਤਾ, ਉਹਨੇ ਬਹੁਤ ਵੱਡੇ ਪੱਧਰ ਤੇ ਓਪੇਰਾ ਕੀਤਾ। NSD ਦੇ ਵਿੱਚ ਐਕਟਿੰਗ ਡਿਪਾਰਟਮੈਂਟ ਦੀ ਹੈਡ ਰਹੀ ਸ਼ੀਲਾ ਭਾਟੀਆ, ਤੇ ਦਿੱਲੀ ਦੇ ਵਿੱਚ ਉਹਨੇ ਹੀਰ ਰਾਂਝਾ ਤੇ ਪ੍ਰਿਥਵੀਰਾਜ ਚੌਹਾਨ ਵਰਗੇ, ਚੰਨ ਬਦਲਾਂ ਦੇ ਵਰਗੇ ਓਪੇਰੇ ਕੀਤੇ। ਪਰ ਪੰਜਾਬ ਦੇ ਵਿੱਚ ਜੋਗਿੰਦਰ ਬਾਹਲਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਮਲ ਸਿੰਘ ਰਾਮਪੁਰੀ, ਹਰਨਾਮ ਸਿੰਘ ਨਰੂਲਾ, ਇਹ ਲੋਕ ਪਾਰਟੀ ਪੋਲਿਟਿਕਸ ਨਾਲ ਜੁੜੇ ਹੋਏ ਲੋਕ ਸੀ, ਤੇ ਇਹਨਾਂ ਦਾ ਮਕਸਦ ਨਾਟਕ ਨੂੰ ਆਪਣੇ ਮਕਸਦ ਲਈ ਵਰਤ ਕੇ ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾਣਾ ਸੀ, ਕਿਉਂਕਿ ਨਾਟਕ ਦਾ ਮਾਧਿਅਮ ਬਹੁਤ ਤਾਕਤਵਰ ਮਾਧਿਅਮ ਹੈ। ਜੀ, ਉਹ ਜਿਹੜਾ ਓਪੇਰਾ ਸੀ ਉਹ ਫਿਰ ਕਿਤੇ ਨਾ ਕਿਤੇ ਮੈਂ ਬਚਪਨ ਦੇ ਵਿੱਚ ਦੇਖਿਆ ਸੀ, ਅਸਲ ਦੇ ਵਿੱਚ ਮੇਰੇ ਅੰਦਰ ਕਿਤੇ ਪਿਆ ਸੀ। ਮੈਨੂੰ ਨਹੀਂ ਪਤਾ ਸੀ ਉਹਨੂੰ ਓਪੇਰਾ ਕਹਿੰਦੇ ਨੇ, ਪਰ ਮੈਨੂੰ ਇਹ ਪਤਾ ਸੀ ਕਿ ਕੁਝ ਬੰਦੇ ਨਾ ਗਾ ਕੇ ਨਾਟਕ ਕਰਦੇ ਨੇ। ਤੇ ਮੇਰੇ ਅੰਦਰ, ਮੈਂ ਤੁਹਾਨੂੰ ਦੱਸਿਆ ਕਿ ਮੇਰੇ ਅੰਦਰ ਕਿਤੇ ਨਾ ਕਿਤੇ ਉਹ ਚੀਜ਼ਾਂ ਪਈਆਂ ਸੀ। ਤਾਂ ਮੈਂ ਪਹਿਲਾ ਓਪੇਰਾ ਲਿਖਿਆ, ਫਿਰ ਦੂਜਾ ਓਪੇਰਾ ਲਿਖਿਆ, ਫਿਰ ਤੀਜਾ ਓਪੇਰਾ ਲਿਖਿਆ। 3 ਓਪੇਰਾ ਮੇਰੀ ਪਹਿਲੀ ਕਿਤਾਬ ਤੇ ਜੰਗ ਕੌਣ ਨੇੜੇ ਆਈ, ਤੇ ਉਸ ਤੋਂ ਬਾਅਦ ਵੀ ਹੁਣ ਇੱਕ ਕਿਤਾਬ ਜਿਹੜੀ ਮੇਰੀ ਅਗਲੀ ਆ ਰਹੀ ਹੈ, ਗਿਰਜਾਂ ਅਜੇ ਵੀ ਜਿਉਂਦੀਆਂ ਨੇ। ਉਹਦਾ ਟਾਈਟਲ Song ਵੀ ਹੈ, ਉਹਦਾ ਨਾਮ ਵੀ ਇਹੀ ਹੈ, ਗਿਰਜਾਂ। ਉਹ ਇੱਕ ਉਹਨਾਂ ਤੋਂ ਅਗਲੀ ਸਟੇਜ ਦਾ ਜਿਹੜਾ ਓਪੇਰਾ ਮੈਂ ਲੈ ਕੇ ਆ ਰਿਹਾ। ਜੀ, ਇੱਕ ਹੋਰ ਜਿਹੜੀ ਬੜੀ ਪੁਰਾਣੀ ਚਰਚਾ ਹੈਗੀ ਹੈ, ਇਹਨੂੰ ਫਿਰ ਅਸੀਂ ਜਿਹੜਾ ਹੈਗਾ ਇਸ ਸਪੇਸ ਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਚਰਚਾ ਜਿਹੜੀ ਕਰਨੀ ਬਣਦੀ ਹੈ ਕਿ ਨਾਟਕ ਜਿਹੜਾ ਹੈਗਾ ਉਹ ਲੋਕਾਂ ਲਈ ਹੈ ਜਾਂ ਨਾਟਕ ਲਈ, ਜਾਂ ਉਹ ਕਲਾ ਲਈ ਹੈ? ਇਹ ਦੇਖੋ, ਕਿਸੇ ਵੀ ਵਿਧਾ ਦੇ ਮਾਮਲੇ 'ਚ ਨਾ ਇਹ ਬਹੁਤ ਵੱਡਾ ਸਵਾਲ ਹੈ। ਸਮੁੱਚੇ ਸਾਹਿਤ ਦੇ ਪ੍ਰਸੰਗ ਦੇ ਵਿੱਚ ਵੀ ਇਹ ਸਵਾਲ ਹੈ ਕਿ ਕਲਾ ਲਈ ਹੈ ਕਿ ਕਲਾ ਲੋਕਾਂ ਲਈ ਹੈ।
ਤੇ ਜੀ ਮੈਨੂੰ ਇਹ ਲੱਗਦਾ ਕਿ ਸਮਾਜ ਦੇ ਵਿੱਚ ਜੋ ਵੀ ਵਰਤਾਰਾ ਵਾਪਰਦਾ ਹੁੰਦਾ ਉਹ ਲੋਕਾਂ ਲਈ। ਜੀ ਹਾਂ, ਲੋਕਾਂ ਦੀ ਗੱਲ ਕਰਦੇ ਹੋਏ ਅਸੀਂ ਕਲਾ ਦਾ ਪੱਧਰ ਕਾਇਮ ਰੱਖ ਸਕੀਏ, ਇਹ ਇੰਪੋਰਟੈਂਟ ਗੱਲ ਹੈ। ਅਸੀਂ ਜੀ ਕਲਾ ਦਾ ਪੱਧਰ ਵੀ ਰੱਖ ਸਕੀਏ, ਅਸੀਂ ਰੰਗਮੰਚ ਦਾ ਪੱਧਰ ਵੀ ਬਣਾ ਕੇ ਰੱਖ ਸਕੀਏ, ਪਰ ਜੇ ਕਿਸੇ ਵੀ ਵਿਧਾ ਦੇ ਵਿੱਚੋਂ ਲੋਕ ਬਾਹਰ ਹੋ ਜਾਂਦੇ ਨੇ, ਲੋਕਾਂ ਦੇ ਹਿੱਤ ਬਾਹਰ ਹੋ ਜਾਂਦੇ ਨੇ, ਫਿਰ ਜਿਹੜਾ ਟੀਵੀ ਤੇ ਆ ਰਿਹਾ ਪ੍ਰੋਗਰਾਮ ਵੀ ਉਹੀ ਹੈ ਤੇ ਸਾਡਾ ਨਾਟਕ ਵੀ ਉਹੀ। ਨਾਟਕ ਜੀ ਦੀ ਪਛਾਣ ਹੀ ਇਸ ਗੱਲ ਦੇ ਵਿੱਚ ਹੈ ਕਿ ਨਾਟਕ ਪਬਲਿਕ ਦੇ ਮੁੱਦਿਆਂ ਨਾਲ ਕਮਿਟਡ ਹੈ। ਨਹੀਂ ਤਾਂ ਟੀਵੀ ਦੇ ਸੀਰੀਅਲ ਵੀ ਨਾਟਕੀ ਨੇ, ਨਹੀਂ ਤਾਂ ਖਬਰਾਂ ਵੀ ਨਾਟਕੀ ਨੇ। ਅੱਜ ਕੱਲ੍ਹ ਤਾਂ ਖਬਰਾਂ ਦੇ ਵਿੱਚ ਡਰਾਮੇ ਹੋਈ ਜਾਂਦੇ ਨੇ, ਸਟੋਰੀਆਂ ਹੁੰਦੀਆਂ ਨੇ ਸਾਰੀਆਂ ਘੰਟੇ ਡੇਢ ਘੰਟੇ ਦੀਆਂ। ਉਹਦੇ ਨਾਲ ਸਾਡੇ ਥੀਏਟਰ ਦਾ ਫਰਕ ਹੀ ਹੈ ਨਾ ਕਿ ਅਸੀਂ ਪਬਲਿਕ ਨਾਲ ਕਮਿਟਡ ਹਾਂ ਤੇ ਇਸੇ ਗੱਲ ਨੂੰ ਨਾਟਕ ਥੀਏਟਰ ਨੂੰ ਜਿਉਂਦਾ ਰੱਖਣਾ, ਇਸੇ ਗੱਲ ਨੂੰ ਜਿਉਂਦਾ ਰੱਖਣਾ। ਇਹੀ ਤਾਕਤ ਹੈ ਨਾਟਕ ਥੀਏਟਰ ਦੀ। ਜਿੱਦੇ ਸਾਡੇ ਕੋਲ ਇਹ ਤਾਕਤ ਨਾ ਰਹੀ ਨਾ ਤੇ ਸਪਰੂ ਹਾਊਸ ਦਾ ਰੰਗਮੰਚ ਤੇ ਜਾਂ ਫਿਰ ਜਿਹੜੀਆਂ ਸਾਡੇ ਵਿਆਹਾਂ ਦੇ ਵਿੱਚ ਆਰਕੈਸਟਰਾ ਪਾਰਟੀਆਂ ਵਾਲੀਆਂ ਬੈਠ ਬੁੱਢੀ ਦੇ ਤਾਂਗੇ ਤੈਨੂੰ ਸੈਰ ਕਰਾਵਾਂ ਮੈਂ, ਉਹ ਰੰਗਮੰਚ ਫਿਰ ਇੱਕੋ ਜਿਹਾ ਹੋ ਜਾਊਗਾ ਸਾਰਾ। ਸਾਡੇ ਕੋਲੇ ਤਾਕਤ ਹੀ ਲੋਕਾਂ ਦੇ ਹਿੱਤਾਂ ਦੀ ਤਾਕਤ ਹੈ, ਲੋਕਾਂ ਦੇ ਮੁੱਦਿਆਂ ਦੀ ਤਾਕਤ। ਜੀ ਬੜੀ ਪਿਆਰੀ ਗੱਲ ਕਹੀ ਤੁਸੀਂ। ਅੱਛਾ, ਹੁਣ ਅਸੀਂ ਇੱਕ ਜਿਹੜਾ ਮੈਨੂੰ ਸਵਾਲ ਆਇਆ ਸੀਗਾ, ਮਤਲਬ ਮੇਰੀ ਇੱਕ ਫੇਸਬੁੱਕ ਵਾਲ ਦੇ ਉੱਤੇ ਜਿਹੜੇ ਹੈਗੇ ਮੇਰੇ ਨਾਟਕ ਦੇ ਜਿਹੜੇ ਟੀਮ ਦੇ ਪੇਜ ਦੇ ਉੱਤੇ ਮੈਂ ਜਦੋਂ ਇਸ ਵਰਚੁਅਲ ਜਿਹੜੀ ਹੈਗੀ ਵੀ ਮੰਚ ਦੀ ਇੱਕ ਪੋਸਟ ਸ਼ੇਅਰ ਕੀਤੀ, ਜਿਸ ਦਿਨ ਪਹਿਲਾ ਦਿਨ ਸੀਗਾ ਜੀ, ਅਸੀਂ ਗੱਲ ਕਰ ਰਹੇ ਹਾਂ ਨਾਟਕ ਲਈ ਜਾਂ ਨਾਟਕ ਲੋਕਾਂ ਲਈ, ਆਰਟ ਫॉर ਆਰਟਸ ਸੇਕ, ਜਾਂ ਜਿਹੜਾ ਹੈਗਾ ਉਹ ਪੀਪਲਸ ਲਈ ਜਿਹੜਾ ਨਾਟਕ ਹੁੰਦਾ। ਜੀ ਹੁਣ ਅਸੀਂ ਖਿੱਤਿਆਂ ਦੀ ਗੱਲ ਕਰੀਏ ਤਾਂ ਮਾਝੇ, ਮਾਲਵੇ, ਦੁਆਬੇ ਦੇ ਵਿੱਚ ਅਲੱਗ ਤਰ੍ਹਾਂ ਦਾ ਨਾਟਕ ਹੋ ਰਿਹਾ, ਜਾਂ ਪਟਿਆਲੇ ਤੇ ਚੰਡੀਗੜ੍ਹ ਦੇ ਵਿੱਚ ਉਹਦਾ ਜਿਹੜਾ ਫਲੇਵਰ ਆ ਉਹ ਅਲੱਗ ਤਰੀਕੇ ਦਾ ਹੈਗਾ। ਤਾਂ ਬੜੇ ਜਿਹੜੇ ਸਾਡੇ ਸਾਥੀ ਨੇ ਉਹ ਨੁੱਕੜ ਨਾਟਕ ਕਰਦੇ ਪਏ ਨੇ, ਉਹ ਇਸ ਤਰੀਕੇ ਦਾ ਰੰਗਮੰਚ ਕਰਦੇ ਪਏ ਨੇ, ਜਾਂ ਉਹਨਾਂ ਨੇ ਜਿਹੜਾ ਕਾਫੀ ਕੁਛ ਜਿਹੜਾ ਹੈਗਾ ਉਹਨਾਂ ਦਾ ਨੁੱਕੜ ਨਾਟਕਾਂ ਤੇ ਡਿਪੈਂਡ ਆ, ਉਹ ਉਹਨਾਂ ਦੀ ਰੋਜ਼ੀ ਰੋਟੀ ਵੀ ਡਿਪੈਂਡ ਆ। ਤਾਂ ਮੈਨੂੰ ਬੜਾ ਇੱਕ ਕਰਖਤ ਜਿਹਾ ਸਵਾਲ ਆਇਆ ਸੀ ਕਿ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਮੋਬਾਈਲ ਦੇ ਉੱਤੇ ਮੈਂ ਖੋਲਿਆ ਹੋਇਆ। ਕਹਿੰਦਾ, ਮਾਫ਼ ਕਰਨਾ, ਤੁਸੀਂ ਅਲੀਟ ਰੰਗਮੰਚ ਦੀ ਗੱਲ ਕਰ ਰਹੇ ਹੋ, ਕਿਉਂਕਿ ਜੋ ਪਿੰਡਾਂ ਦੀਆਂ ਨੁੱਕਰਾਂ ਦੇ ਰੰਗਮੰਚ ਨੂੰ ਲੈ ਕੇ ਜਾ ਰਹੇ ਹਨ ਉਹਨਾਂ ਵਿੱਚੋਂ ਇੱਕ ਵੀ ਸ਼ਖਸ ਦਾ ਜ਼ਿਕਰ ਨਹੀਂ ਹੈ। ਇਹ ਮੇਰਾ ਸਵਾਲ ਗੁਰਵਿੰਦਰ ਜੀ ਨੂੰ ਵੀ ਹੈ ਵੀ ਜਦੋਂ ਵੀ ਮੰਚ ਦੇ ਉੱਤੇ ਇਹਨਾਂ ਸਾਰੀਆਂ ਟੀਮਾਂ ਦੇ ਨਾਂ ਅਨਾਉਂਸ ਹੋਏ ਨੇ ਹੁਣ ਤੱਕ ਦੇ, ਇਹ ਕੁਲਦੀਪ, ਦੀਪ ਜੀ ਤੇ ਗੁਰਵਿੰਦਰ ਜੀ ਦੋਨਾਂ ਨੂੰ ਆ, ਜਦੋਂ ਵੀ ਉਹਨਾਂ ਨੂੰ ਟਾਈਮ ਲੱਗਿਆ ਉਹ ਇਸ ਦਾ ਰਿਪਲਾਈ ਜ਼ਰੂਰ ਕਰਨ ਜੀ। ਦੂਸਰੀ ਗੱਲ ਕਿ ਰੰਗਮੰਚ ਸਿਰਫ ਲੁਧਿਆਣਾ, ਚੰਡੀਗੜ੍ਹ, ਪਟਿਆਲੇ ਵਾਲੇ ਹੀ ਕਰਦੇ ਨੇ, ਬਾਕੀ ਜਗ੍ਹਾ ਰੰਗਮੰਚ ਨਹੀਂ ਕਰ ਰਿਹਾ। ਜੇ ਕਰ ਰਿਹਾ ਤਾਂ ਫਿਰ ਉਹਨਾਂ ਦਾ ਜ਼ਿਕਰ ਤੇ ਉਹਨਾਂ ਨੂੰ ਅਹਿਮੀਅਤ ਕਿਉਂ ਨਹੀਂ? ਜਿਨ੍ਹਾਂ ਨੇ ਸਾਰੀ ਉਮਰ ਰੰਗਮੰਚ ਲੋਕਾਂ ਦੀਆਂ ਜੜ੍ਹਾਂ ਤੱਕ ਲੈ ਕੇ ਜਾਣ ਲਈ ਲੇਖੇ ਲਾਇਆ, ਜਦੋਂ ਵੀ ਰੰਗਮੰਚ ਦੀ ਗੱਲ ਕਰਦੇ ਹੋ ਤਾਂ ਸਿਰਫ ਇਹੀ ਗਿਣੇ ਚੁਣੇ ਲੋਕ ਦਿਸਦੇ ਨੇ। ਕਮਾਲ ਹੈ। ਇਹੋ ਜਿਹੇ ਵੀ ਰੰਗਮੰਚ ਤੇ ਅਸੀਂ ਕਦੇ ਵੀ ਪੱਖ ਵਿੱਚ ਨਹੀਂ ਖੜਾਂਗੇ ਜੋ ਵਰਗ ਜਾਂ ਮਸ਼ਹੂਰ ਹਸਤੀਆਂ ਨਾਲ ਹੀ ਸੰਬੰਧਿਤ ਹੋਵੇ ਜਾਂ ਸਿਰਫ ਮਨ ਪਰਚਾਵੇ ਦਾ ਸਾਧਨ ਹੋਵੇ। ਉਹ ਰੰਗਕਰਮੀ ਅਣਦੇਖੇ ਕੀਤੇ ਗਏ ਨੇ ਜੋ ਅੱਜ ਵੀ ਰੰਗਮੰਚ ਨੂੰ ਪਿੰਡਾਂ, ਸ਼ਹਿਰਾਂ ਤੇ ਵਿਹੜੇ ਦੀਆਂ ਨੁੱਕਰਾਂ ਵਿੱਚ ਲੈ ਕੇ ਜਾ ਰਹੇ ਨੇ। ਵਿਦੇਸ਼ੀਆਂ ਨੂੰ ਲੁਭਾਓ ਤੁਸੀਂ, ਇਹ ਤੁਹਾਡਾ ਰੰਗਮੰਚ ਤੁਹਾਨੂੰ ਹੀ ਮੁਬਾਰਕ। ਦੇਖੋ, ਸਵਾਲ ਬਹੁਤ ਤਿੱਖਾ ਵੀ ਹੈ ਤੇ ਮੈਂ ਇਸ ਸਵਾਲ ਨੂੰ ਐਡਰੈਸ ਇਸ ਰੂਪ ਦੇ ਵਿੱਚ ਕਰਨਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਬੰਦਿਆਂ ਨੂੰ ਐਕਚੁਅਲ 'ਚ ਸਲੂਟ ਕਰਦਾ ਜਿਹੜੇ ਬੰਦੇ ਉੱਥੇ ਰੰਗਮੰਚ ਕਰ ਰਹੇ ਨੇ। ਤੇ ਮੈਨੂੰ ਇਹ ਲੱਗਦਾ ਹੈ ਕਿ ਲੋਕਾਂ ਦੇ ਮਸਲਿਆਂ ਤੇ ਲੋਕਾਂ ਵਿੱਚ ਜਾ ਕੇ ਰੰਗਮੰਚ ਕਰਨਾ ਵੱਡੀ ਗੱਲ ਹੈ ਤੇ ਬਹੁਤ ਵੱਡੀ ਚੁਣੌਤੀ ਵੀ ਹੈ, ਕਿਉਂਕਿ ਗੁਰਸ਼ਰਨ ਭਾਜੀ ਤੇ ਅਜਮੇਰ ਔਲਖ ਤੋਂ ਬਾਅਦ ਇਹ ਚੁਣੌਤੀਆਂ ਜ਼ਿਆਦਾ ਵੱਡੀਆਂ ਹੋ ਗਈਆਂ। ਜੀ ਬੇਸਿਕਲੀ ਸਾਡੇ ਕੋਲੇ ਇੱਕ ਜਿਹੜਾ ਦਰਸ਼ਕ ਸੀ ਜਾਂ ਸਾਡੇ ਕੋਲੇ ਪ੍ਰਬੰਧਕ ਸੀ ਨਾ ਪਿੰਡਾਂ ਦੇ, ਉਹ ਕਿਤੇ ਨਾ ਕਿਤੇ ਕਮਿਟਡ ਪ੍ਰਬੰਧਕ ਸੀ, ਜਿਹੜੇ ਪ੍ਰੋਗਰੈਸਿਵ ਪਾਰਟੀਆਂ ਦੇ ਨਾਲ ਜੁੜੇ ਹੋਏ ਲੋਕ ਸੀ, ਜਿਹੜੇ ਪਿੰਡਾਂ ਦੇ ਵਿੱਚ ਮੈਨੇਜ ਕਰਦੇ ਸੀ ਸਾਡੇ ਥੀਏਟਰ। ਤੇ ਜਿਵੇਂ ਜਿਵੇਂ ਉਹ ਪਾਰਟੀਆਂ ਦਾ ਆਧਾਰ ਸਾਡੇ ਪਿੰਡਾਂ ਦੇ ਵਿੱਚੋਂ ਖਤਮ ਹੋਇਆ, ਤਿਵੇਂ ਤਿਵੇਂ ਸਾਡੇ ਕੋਲ ਉਹ ਪ੍ਰਬੰਧਕ ਵੀ ਖਤਮ ਹੋਏ। ਇਸ ਵੇਲੇ ਬਹੁਤ ਥੋੜੇ ਪਿੰਡਾਂ ਦੇ ਵਿੱਚ ਜਿਹੜੇ ਕਲੱਬ ਜਾਂ ਇਹ ਕਹਿ ਲਓ ਕਿ ਉਹ ਲੋਕ ਜਿਹੜੇ ਕਮਿਟਡ ਲੋਕ ਸੀ ਉਹਨੂੰ ਮੈਨੇਜ ਕਰਨ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ। ਕਿਉਂਕਿ ਮੈਂ ਤਾਂ ਨਾਟਕ ਕੀਤਾ ਹੀ ਉੱਥੇ ਹੈ, ਮੈਂ ਤਾਂ ਉੱਠ ਕੇ ਉੱਥੋਂ ਆਇਆ, ਜੇ ਅੱਜ ਪਟਿਆਲੇ ਆ ਕੇ ਬਹਿ ਗਿਆ ਤਾਂ ਇਹਦਾ ਮਤਲਬ ਮੈਂ ਐਲੀਟ ਨਹੀਂ ਹੋ ਗਿਆ ਹੈਗਾ। ਮੇਰੇ ਵਾਸਤੇ ਉਹੀ ਮਾਲਵੇ ਦੀ ਕਿਸਾਨੀ, ਉਹੀ ਪਿੰਡਾਂ ਦੇ ਦਲਿਤ, ਉਹੀ ਪਿੰਡਾਂ ਦੇ ਬਜ਼ੁਰਗ, ਉਹੀ ਕੈਂਸਰ ਟ੍ਰੇਨ ਮੇਰੇ ਵਾਸਤੇ ਉਹ ਮੁੱਦੇ ਨੇ। ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਜਿਹੜੀ ਮੰਡਲੀਆਂ ਰੰਗਮੰਚ ਕਰ ਰਹੀਆਂ ਨੇ, ਮੈਂ ਉਹਨਾਂ ਦਾ ਦਿਲੋਂ ਕਦਰ ਕਰਦਾ। ਤੇ ਬਿਲਕੁਲ ਇਹ ਹੋਣਾ ਚਾਹੀਦਾ ਕਿ ਉਹ ਦੇਖੋ, ਇਹ ਨਹੀਂ ਕਿ ਅਸੀਂ ਕਿਸੇ ਦੇ ਵਿਰੋਧ ਖੜੇ ਆ। ਜਿਹੜੀ ਇੰਪੋਰਟੈਂਟ ਗੱਲ ਹੈ, ਇਹ ਨਹੀਂ ਕਿ ਅਸੀਂ ਕਿਸੇ ਦੇ ਵਿਰੋਧ ਖੜੇ ਹਾਂ। ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰੰਗਮੰਚ ਕਰ ਰਹੇ ਨੇ, ਭਾਵੇਂ ਉੱਥੇ ਉਹ ਲੋਕ ਨਹੀਂ ਹੈਗੇ ਜਿਨ੍ਹਾਂ ਵਾਸਤੇ ਨਾਟਕ ਲਿਖਿਆ ਗਿਆ, ਪਰ ਸਮਾਜ ਦੇ ਸੋਚ ਸਵਾਦ ਨੂੰ ਮੇਨਟੇਨ ਰੱਖਣਾ ਵੀ ਤਾਂ ਬਹੁਤ ਵੱਡੀ ਗੱਲ ਹੈ ਨਾ। ਜਦੋਂ ਮੀਡੀਆ ਸਾਡੇ ਸੋਚ ਸਵਾਦ ਨੂੰ ਵਿਗਾੜ ਰਿਹਾ ਹੈ, ਉੱਥੇ ਜੇ ਇੱਕ ਨਾਟਕ 1000 ਬੰਦੇ ਤੱਕ ਜਾਂਦਾ ਹੈ, ਦੂਜੇ ਦਿਨ ਜਾਂਦਾ ਹੈ, ਤੀਜੇ ਦਿਨ ਜਾਂਦਾ, ਮੈਂ ਤਾਂ ਕਹਿੰਦਾ ਰੋਜ਼ ਨਾਟਕ ਹੋਣੇ ਚਾਹੀਦੇ ਨੇ।
ਸ਼ਹਿਰਾਂ 'ਚ ਵੀ ਰੋਜ਼ ਨਾਟਕ ਹੋਣੇ ਚਾਹੀਦੇ, ਪਿੰਡਾਂ ਦੇ ਵਿੱਚ ਵੀ ਰੋਜ਼ ਨਾਟਕ ਹੋਣੇ ਚਾਹੀਦੇ, ਦੋਨਾਂ ਦੇ ਮਕਸਦ ਅਲੱਗ-ਅਲੱਗ ਨੇ। ਜਿਹੜਾ ਸ਼ਹਿਰ ਦੇ ਵਿੱਚ ਨਾਟਕ ਹੋ ਰਿਹਾ ਹੈ, ਉਹਨੇ ਲੋਕਾਂ ਦੇ ਸੋਚ ਸਵਾਦ ਨੂੰ ਬਰਕਰਾਰ ਰੱਖਣਾ ਤਾਂ ਕਿ ਉਹਨਾਂ ਦੀ ਸੋਚ ਬਣੀ ਰਹੇ। ਜਿਹੜਾ ਪਿੰਡਾਂ ਦੇ ਵਿੱਚ ਨਾਟਕ ਹੋ ਰਿਹਾ, ਉਹਨੇ ਪਿੰਡਾਂ ਦੇ ਮਸਲਿਆਂ ਨੂੰ ਉਠਾਉਣਾ ਤੇ ਲੋਕਾਂ ਨੂੰ ਲਾਮਬੰਦ ਕਰਨਾ ਹੈ ਕਿ ਉਹ ਸਹੀ ਵਰਤਨ ਲੈ ਕੇ ਲੜਾਈ ਲੜਨ। ਸੋ ਦੋਨੇ ਤਰ੍ਹਾਂ ਦੇ ਰੰਗਮੰਚ ਆਪਣੇ ਆਪ ਦੇ ਵਿੱਚ ਠੀਕ ਨੇ ਤੇ ਦੋਨੇ ਤਰ੍ਹਾਂ ਦੇ ਰੰਗਮੰਚ ਕਰਨ ਵਾਲਿਆਂ ਨੂੰ ਵੀ ਰਸਨਾ ਜੀ। ਇਹ ਸਵਾਲ ਜਿਹੜਾ ਹੈਗਾ ਉਹ ਇਸ ਸਪੇਸ ਦੇ ਉੱਤੇ ਕਰਨ ਦਾ ਮੇਰਾ ਇੱਕ ਰੀਜ਼ਨ ਸੀ ਕਿ ਉਹਨਾਂ ਨੂੰ ਵੀ ਹੌਸਲਾ ਜਿਹੜਾ ਹੈਗਾ ਦੇਣਾ ਬਹੁਤ ਜ਼ਰੂਰੀ ਆ, ਤੇ ਸਾਡੇ ਵੱਲੋਂ ਜਿਹੜਾ ਹੈਗਾ ਸਲਾਮ ਆ ਜਿਹੜੇ ਵੀ ਗਲੀਆਂ ਨੁੱਕੜਾਂ ਦੇ ਵਿੱਚ ਰੰਗਮੰਚ ਨੂੰ ਲੈ ਕੇ ਜਾ ਰਹੇ ਨੇ, ਚਾਹੇ ਉਹ ਨੁੱਕੜ ਨਾਟਕਾਂ ਦੇ ਰੂਪ ਦੇ ਵਿੱਚ ਆ, ਚਾਹੇ ਉਹ ਛੋਟੀ ਜਿਹੀ ਸਪੇਸ ਦੇ ਵਿੱਚ ਆ, ਜਿੰਨੀ ਕੁ ਵੀ ਉਹ ਮੈਨੇਜ ਕਰ ਸਕਦੇ ਆ ਜਾਂ ਜਿੰਨਾ ਕੁ ਵੀ ਉਹਨਾਂ ਕੋਲੇ ਪ੍ਰਬੰਧ ਨੇ, ਕਿਉਂਕਿ ਰੰਗਮੰਚ ਜੀ। ਇੱਥੇ ਗੁਰਵਿੰਦਰ ਜੀ ਵੱਲੋਂ ਰਿਪਲਾਈ ਆਇਆ ਸੀਗਾ ਕਿ ਅਸੀਂ ਸੈਮੂਅਲ ਭਾਜੀ ਨੂੰ ਵੀ ਜਿਹੜਾ ਹੈਗਾ ਕੰਟੈਕਟ ਕੀਤਾ ਸੀਗਾ, ਪਰ ਉਹਨਾਂ ਨੇ ਮਨਾ ਕਰਤਾ ਸੀਗਾ। ਤਾਂ ਜਿਹੜੀ ਹੈਗੀ ਆ ਦੋਨੇ ਜਿਹੜੀ ਹੈਗੀ ਆ ਪੱਖ ਦੀ ਗੱਲ ਜਿਹੜੀ ਹੈਗੀ ਮੇਰੇ ਖਿਆਲ ਦੇ ਵਿੱਚ ਓਪਨ ਜਿਹੜੀ ਹੈਗੀ ਆ ਤੇ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਜਿਹੜੀ ਹੈਗੀ ਉਹ ਹੋ ਜਾਣੀ ਬਹੁਤ ਜ਼ਰੂਰੀ ਹੈਗੀ ਆ। ਮੇਰੇ ਮਿੱਤਰ ਜਿਨ੍ਹਾਂ ਨੇ ਮੇਰੀ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ ਸੀ, ਉਹਨਾਂ ਦੀ ਗੱਲ ਵੀ ਤੇ ਜਿਹੜਾ ਸਾਡਾ ਵਰਜਨ ਹੈਗਾ ਜਾਂ ਗੁਰਵਿੰਦਰ ਹੋਰਾਂ ਦਾ ਵਰਜਨ ਜਿਹੜਾ ਹੈਗਾ, ਜਿਹੜੇ ਵੀ ਮੰਚ ਦਾ ਇਹ ਸਾਰਾ ਕੰਮ ਕਰ ਰਹੇ ਨੇ, ਉਹਨਾਂ ਦਾ ਜੋ ਵਰਜਨ ਹੈਗਾ, ਉਹਨਾਂ ਦੀ ਦੋਨਾਂ ਦੀ ਗੱਲ ਜਿਹੜੀ ਹੋਣੀ ਬਹੁਤ ਜ਼ਰੂਰੀ ਆ। ਤੇ ਤੁਹਾਡੀ ਗੱਲ ਵੀ ਹੋਣੀ ਬਹੁਤ ਜ਼ਰੂਰੀ ਆ ਕਿ ਤੁਸੀਂ ਪਟਿਆਲੇ ਦੇ ਵਿੱਚ ਚਾਹੇ ਬੈਠੇ ਹੋ, ਪਰ ਤੁਹਾਡੀ ਜਿਹੜੀ ਸਰਾਊਂਡਿੰਗ ਹੈਗੀ ਆ, ਤੁਹਾਡਾ ਜਿਹੜਾ ਵਰਕ ਏਰੀਆ ਹੈਗਾ, ਉਹ ਅੱਜ ਵੀ ਜਿਹੜਾ ਹੈਗਾ ਉਹ ਪਿੰਡਾਂ ਦਾ। ਤੇ ਹੁਣ ਜਿਹੜੀ ਹੈਗੀ ਆਪਾਂ ਅਗਲੀ ਗੱਲ ਕਰਦੇ ਹਾਂ ਕਿ ਜਿਹੜੇ ਅੱਜ ਦੀ ਜਿਹੜੀ ਸਥਿਤੀ ਹੈਗੀ ਆ, ਮਤਲਬ ਚਲੋ ਕਰੋਨਾ ਜਿਹੜਾ ਹੈਗਾ ਉਹ ਤਾਂ ਹਾਲ ਫਿਲਹਾਲ ਜਿਹੜੀ ਜ਼ਿੰਦਗੀ ਹੈ, ਜਿਹੜੀ ਮੈਨੂੰ ਕੁਲਵੰਤ ਵਿਰਕ ਦੀ ਕਹਾਣੀ ਬੜੀ ਯਾਦ ਆਉਂਦੀ। ਉਹਦੀ ਲਾਸਟ ਲਾਈਨ ਜਿਹੜੀ ਹੈਗੀ ਉਹ ਹਮੇਸ਼ਾ ਜਿਹੜੀ ਹੈਗੀ ਉਹ ਚਾਨਣ ਮਨਾਰਾ ਰਹੀ ਹੈ ਕਿ ਜ਼ਿੰਦਗੀ ਖੱਬਲ ਘਾਹ ਵਰਗੀ ਹੁੰਦੀ ਹੈ, ਹਨਾ, ਕਿਤੇ ਨਾ ਕਿਤੇ ਉੱਗੀ ਆਉਂਦੀ ਹੈ। ਇਹ ਦੌਰ ਵੀ ਖਤਮ ਹੋਏਗਾ। ਅੱਜ ਜਦੋਂ ਅਸੀਂ ਚਾਹੇ ਇਸ ਵਰਚੁਅਲ ਸਪੇਸ ਦੇ ਉੱਤੇ ਅੱਜ ਰੰਗਮੰਚ ਕਰ ਹੀ ਰਹੇ ਹਾਂ, ਜਦੋਂ ਇਹ ਦੌਰ ਖਤਮ ਹੋਏਗਾ ਤਾਂ ਉਦੋਂ ਜਿਹੜੀਆਂ ਸੱਤਾ ਦੀਆਂ ਵੀ ਚੁਣੌਤੀਆਂ ਨੇ, ਠੀਕ ਆ, ਬੋਲਣ ਦੀ ਜਿਹੜੀ ਆਵਾਜ਼ ਨੂੰ ਜਿਹੜਾ ਹੈਗਾ ਦਬਾਇਆ ਜਾ ਰਿਹਾ, ਉੱਥੇ ਬੋਲਣ ਵਾਲੇ ਬੜੇ ਥੋੜੇ ਰਹਿ ਗਏ ਨੇ। ਚਾਹੇ ਉਹ ਸਾਡੇ ਰੰਗਮੰਚ ਦੇ ਸਾਥੀ ਹੀ ਕਿਉਂ ਨਾ ਹੋਣ ਜਾਂ ਸਥਾਪਿਤ ਲੇਖਕ ਹੀ ਕਿਉਂ ਨਾ, ਜਾਂ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਬੁੱਧੀਜੀਵੀ ਕਹਿੰਦੇ ਆ ਉਹੀ ਕਿਉਂ ਨਾ ਹੋਣ, ਬੋਲਣ ਵਾਲੇ ਬੜੇ ਥੋੜੇ ਰਹਿ ਗਏ। ਤੇ ਉੱਥੇ ਜਿਹੜਾ ਹੈਗਾ ਰੰਗਮੰਚ ਜਿਹੜਾ ਹੈਗਾ, ਜੋ ਅੱਜ ਦਾ ਜਿਹੜਾ ਹੈਗਾ ਸਾਰਾ ਸਿਨੈਰੀਓ ਚੱਲ ਰਿਹਾ ਹੈਗਾ, ਠੀਕ ਹੈ ਜੀ, ਬੋਲਣ ਦੀ ਜਿਹੜੀ ਫਰੀडम ਆਫ ਸਪੀਚ ਆ, ਉਹਦੇ ਉੱਤੇ ਜਿਹੜੀ ਚੇਪੀ ਲਾਈ ਜਾ ਰਹੀ ਹੈ, ਉਹਦੇ ਦੇ ਵਿੱਚ ਰੰਗਮੰਚ, ਕਿਉਂਕਿ ਰੰਗਮੰਚ ਦੀ ਪਰੰਪਰਾ ਰਹੀ ਹੈ ਕਿ ਸੱਤਾ ਵਿਰੁੱਧ ਬੋਲਦਾ, ਉੱਥੇ ਰੰਗਮੰਚ ਵਿਰੁੱਧ ਜਿਹੜੀਆਂ ਚੁਣੌਤੀਆਂ ਬੜੀਆਂ ਜਿਹੜੀਆਂ ਔਖੀਆਂ ਹੋ ਗਈਆਂ, ਹਨਾ, ਉਹ ਬੜੀ ਸਮੱਸਿਆ ਖੜੀ ਹੋ ਗਈ ਆ। ਹੁਣ ਉੱਥੇ ਅਸੀਂ ਕਿੱਦਾਂ ਇਹਨੂੰ ਡੀਲ ਕਰਾਂਗੇ ਜੋ ਅੱਜ ਵੀ ਚੱਲ ਰਿਹਾ? ਮੈਨੂੰ ਮੇਰੀ ਕਵਿਤਾ ਦੀਆਂ ਚਾਰ ਲੈਣਾ ਯਾਦ ਆ ਰਹੀਆਂ ਨੇ। ਗਵਾਚ ਨਾ ਜਾਮੀ ਭੀੜ ਚ ਮੱਝਾਂ ਗਾਵਾਂ ਵਾਂਗ, ਸਿੱਧਾ ਹੋ ਕੇ ਟੱਕਰੀ ਤੇਜ਼ ਹਵਾਵਾਂ ਵਾਂਗ, ਵਗਦੇ ਹੋਏ ਬਹਿਣ ਪਿਛਾਂਹ ਨੂੰ ਮੁੜਦੇ ਨਾ, ਤੁਰਨਾ ਸਿੱਖ ਲੈ ਮਿੱਤਰਾ ਤੂੰ ਦਰਿਆਵਾਂ ਵਾਂਗ। ਬੰਦੇ ਨੇ ਨਾ ਜਿੰਨੀਆਂ ਮਰਜ਼ੀ ਚੁਣੌਤੀਆਂ ਹੋਣ, ਕਿਤੇ ਨਾ ਕਿਤੇ ਅਸੀਂ ਦਰਿਆਵਾਂ ਵਾਂਗ ਤੁਰਨਾ ਹੁੰਦਾ ਹੈਗਾ। ਵਾਹ। ਜਦੋਂ ਦਿੱਲੀ ਦੇ ਵਿੱਚ ਚੁਣੌਤੀਆਂ ਆਈਆਂ ਤਾਂ ਸਫਦਰ ਹਾਸ਼ਮੀ ਨੇ ਰੰਗਮੰਚ ਕੀਤਾ। ਜਦੋਂ ਪੰਜਾਬ ਦੇ ਵਿੱਚ ਚੁਣੌਤੀਆਂ ਆਈਆਂ, ਗੁਰਸ਼ਰਨ ਭਾਜੀ ਨੇ ਰੰਗਮੰਚ ਕੀਤਾ। ਹੋਰ ਕਿੰਨੀ ਮੰਡਲੀਆਂ ਇਸ ਵੇਲੇ ਰੰਗਮੰਚ ਕਰ ਰਹੀਆਂ ਨੇ। ਸਵਾਲ ਇਹ ਨਹੀਂ ਕਿ ਅਸੀਂ ਘੱਟ ਜਾਂ ਵੱਧ ਹਾਂ, ਸਵਾਲ ਇਹ ਹੈ ਕਿ ਜਿੰਨੇ ਅਸੀਂ ਹੈਗੇ ਆ, ਅਸੀਂ ਆਪਣੀ ਸ਼ਿੱਦਤ ਨਾਲ ਉਹ ਲੜਾਈ ਲੜ ਰਹੇ ਹਾਂ। ਰੰਗਮੰਚ ਵਾਲੇ ਰੰਗਮੰਚ ਰਾਹੀਂ ਲੜਾਈ ਲੜ ਰਹੇ ਨੇ, ਸਕ੍ਰਿਪਟਾਂ ਵਾਲੇ ਸਕ੍ਰਿਪਟਾਂ ਰਾਹੀਂ ਲੜਾਈ ਲੜ ਰਹੇ ਨੇ, ਨੁੱਕੜ ਵਾਲੇ ਨੁੱਕੜ ਰਾਹੀਂ ਲੜਾਈ ਲੜ ਰਹੇ ਨੇ, ਓਪੇਰਾ ਵਾਲੇ ਓਪੇਰਾ ਰਾਹੀਂ ਲੜ ਰਹੇ ਨੇ। ਤੇ ਜਿਹੜਾ ਸ਼ਹਿਰਾਂ ਦੇ ਵਿੱਚ ਥੀਏਟਰ ਹੁੰਦਾ ਹੈ, ਜਿਹਦੇ ਵਿੱਚ ਮਿਡਲ ਕਲਾਸ ਦੇ ਮਸਲੇ ਹੁੰਦੇ ਨੇ, ਉਹ ਵੀ ਤਾਂ ਮਸਲੇ ਨੇ, ਉਹ ਵੀ ਤਾਂ ਲੋਕ ਨੇ। ਤਾਂ ਇਸ ਵੇਲੇ ਬਹੁਤ ਸਾਰੀਆਂ ਲੇਅਰਸ ਬਣ ਗਈਆਂ ਸੋਸਾਇਟੀ ਦੀਆਂ। ਜੇ ਆਪਾਂ ਕਹਿ ਲਈਏ ਕਿ ਜਿਹੜੇ ਸਮਲਿੰਗੀ ਨੇ ਉਹ ਵੀ ਤਾਂ ਸਮਾਜ ਦਾ ਹਿੱਸਾ ਨੇ, ਉਹਨਾਂ ਦੇ ਵੀ ਤਾਂ ਨਾਟਕ ਹੋਣੇ ਚਾਹੀਦੇ ਨੇ, ਸਿਰਾਂ ਦੇ ਵੀ ਤਾਂ ਨਾਟਕ ਹੋਣੇ ਚਾਹੀਦੇ ਨੇ। ਸੋ ਮਤਲਬ ਨਾਟਕ ਵਾਸਤੇ ਕੋਈ ਵਿਸ਼ਾ ਛੂਤ ਨਹੀਂ ਹੈਗਾ। ਅਸੀਂ ਇਹ ਦੇਖਣਾ ਕਿ ਜੋ ਵਿਸ਼ਾ ਅਸੀਂ ਲੈ ਰਹੇ ਹਾਂ ਉਹਦਾ ਅਸੀਂ ਵਰਤਨ ਕੀ ਲੈ ਰਹੇ ਹਾਂ, ਅਸੀਂ ਉਹਦਾ ਲੋਕਪੱਖੀ ਵਰਤਨ ਲੈ ਰਹੇ ਹਾਂ, ਜਾਂ ਅਸੀਂ ਉਸ ਨੂੰ ਹਾਈਲਾਈਟ ਕਰਕੇ ਪੈਸੇ ਕਮਾ ਰਹੇ ਹਾਂ, ਜਾਂ ਉਹਦੇ ਆਧਾਰ ਤੇ ਕੋਈ ਬਿਜ਼ਨਸ ਕਰ ਰਹੇ ਹਾਂ। ਨਾਟਕ ਤੇ ਰੰਗਮੰਚ ਨੇ ਕਿਸੇ ਵੀ ਮਸਲੇ ਤੇ ਇੱਕ ਠੀਕ ਵਰਜਨ ਲੋਕਾਂ ਨੂੰ ਦੇਣਾ ਹੈਗਾ, ਉਹ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਨੁੱਕੜ ਵਾਲੇ ਨੁੱਕੜ ਰਾਹੀਂ, ਓਪੇਰਾ ਵਾਲੇ ਓਪੇਰਾ ਰਾਹੀਂ, ਜਿਹੜੇ ਯੂਨੀਵਰਸਿਟੀਆਂ ਦੇ ਆਡੀਟੋਰੀਅਮਾਂ ਦੇ ਵਿੱਚ ਹੋ ਰਿਹਾ, ਯੂਥ ਫੈਸਟੀਵਲ ਹੋ ਰਿਹਾ, ਉਹ ਆਪਣੇ ਰਾਹੀਂ, ਤੇ ਜਿਹੜਾ ਫੋਰਨ ਦੇ ਵਿੱਚ ਅਮਰੀਕਾ ਦੇ ਵਿੱਚ ਨਾਟਕ ਹੋ ਰਿਹਾ ਉਹ ਆਪਣੇ ਰਾਹੀਂ ਕਰ ਰਹੇ ਨੇ, ਦਿੱਲੀ ਵਾਲੇ ਆਪਣੇ ਰਾਹੀਂ ਕਰ ਰਹੇ ਨੇ। ਸੋ ਕਿਸੇ ਦਾ ਕਿਸੇ ਨਾਲ ਕੋਈ ਟਕਰਾਅ ਨਹੀਂ, ਹਰੇਕ ਨੂੰ ਕੰਮ ਕਰਨਾ ਚਾਹੀਦਾ ਹੈ। ਆਪਾਂ ਸਾਰੀ ਨਾਟਕ ਤੇ ਰੰਗਮੰਚ ਨਾਲ ਪ੍ਰਤੀਬੱਧ ਹੋ ਰਹੇ ਹਾਂ। ਜੀ, ਜਿਹੜੇ ਅਸੀਂ
ਸਵਾਲਾਂ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਕਿ ਫੇਸਬੁੱਕ ਤੋਂ ਵੀ ਸਵਾਲ ਆਉਣ। ਇੱਕ ਜਗਜੀਤ ਸਰੀਨ ਵੱਲੋਂ ਸਵਾਲ ਆਇਆ ਕਿ ਜਿਹੜੀ ਫਿਲਮੀ ਟਾਈਪ ਦੀ ਕੋਰੀਓਗ੍ਰਾਫੀ ਹੈਗੀ ਆ ਜੀ ਉਹ ਥੀਏਟਰ ਦੇ ਵਿੱਚ ਪਪੂਲਰ ਹੋ ਰਹੀ ਹੈ, ਜੀ ਕੀ ਅਜਿਹਾ ਕੁਛ ਹੈ? ਹਾਂ, ਇਹੋ ਜਿਹਾ ਬਹੁਤ ਕੁਛ ਹੈ। ਦੇਖੋ ਇਹ ਨਾ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਸਪਰੂ ਹਾਊਸ ਦਾ ਰੰਗਮੰਚ ਹੈ ਉਹ ਉੱਤੇ ਬੰਦ ਨਹੀਂ ਹੋਇਆ ਹੈਗਾ। ਉਹ ਬਹੁਤ ਸਾਰੀਆਂ ਸ਼ੇਡਸ ਨੇ ਉਹਦੀਆਂ ਜਿਹੜੀਆਂ ਹੁਣ ਕਿਤੇ ਨਾ ਕਿਤੇ ਆ ਰਹੀਆਂ ਨੇ। ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਸਾਡੇ ਵਿਆਹਾਂ ਦੇ ਵਿੱਚ ਆਰਕੈਸਟਰਾ ਪਾਰਟੀਆਂ ਆਉਂਦੀਆਂ ਨੇ ਨਾ, ਉਹ ਵੀ ਨਾਟਕ ਨੂੰ ਵਰਤ ਰਹੀਆਂ ਨੇ, ਉਹ ਵੀ ਨਾਟਕ ਦੀ ਵਿਧਾ ਨੂੰ ਵਰਤ ਰਹੀਆਂ ਨੇ, ਉਹ ਵੀ ਲੱਚਰ ਗੀਤਾਂ ਦੇ ਉੱਤੇ ਜਿਹੜਾ ਡਾਂਸ ਕਰ ਰਹੀਆਂ ਨੇ, ਜਿਹੜੇ ਸਾਨੂੰ ਛੋਟੇ ਛੋਟੇ ਐਪੀਸੋਡ ਦਿਖਾਉਂਦੇ ਨੇ, ਉਹ ਵੀ ਲੋਕਾਂ ਦੇ ਸੋਚ ਸਵਾਦ ਨੂੰ ਵਿਗਾੜ ਰਹੇ ਨੇ। ਇਸੇ ਤਰ੍ਹਾਂ ਹੀ ਜਿਹੜਾ ਗੀਤਾਂ ਦੇ ਉੱਤੇ ਕੋਰੀਓਗ੍ਰਾਫੀਆਂ ਲੈ ਕੇ ਆਉਣਾ, ਐਕਸ਼ਨ ਸੌਂਗ ਕਹਿ ਲਈਏ ਜਾਂ ਕੋਰੀਓਗ੍ਰਾਫੀ ਕਹਿ ਲਈਏ, ਇਹ ਨਾ ਬਹੁਤ ਸਸਤਾ ਤਰੀਕਾ ਹੈ ਨਾਟਕ ਕਰਨ ਦਾ। ਕੋਈ ਵੀ ਗੀਤ ਲਾ ਦੋ, ਤੁਸੀਂ ਜਿਵੇਂ ਮਰਜ਼ੀ ਹੱਥ ਪੈਰ ਹਿਲਾ ਦੋ, ਤਾਂ ਉੱਥੇ ਫਿਰ ਤੁਹਾਡੇ ਕੋਲੇ ਜਿਹੜੀ ਸੋਚ ਹੁੰਦੀ ਆ ਉਹਨੇ ਤੈਅ ਕਰਨਾ ਹੁੰਦਾ ਤੁਸੀਂ ਗੀਤ ਕਿਹੜਾ ਲੈਣਾ ਹੈਗਾ। ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ ਨੱਚੂਗਾ ਅੰਬਰ ਧਰਤੀ ਗਾਊ ਹਾਣੀਆਂ, ਤੇ ਇਹ ਗੀਤ ਲਵਾਂਗੇ ਅਸੀਂ, ਜਾਂ ਫਿਰ ਅਸੀਂ ਕੋਈ ਲੱਚਰ ਗੀਤ ਲਵਾਂਗੇ। ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਲੱਗ 28 ਨਾਟਕ ਤਾਂ ਤੁਸੀਂ ਉੱਤੇ ਵੀ ਕਰ ਸਕਦੇ ਹੋ, ਨਾਟਕ ਤੁਸੀਂ ਬਾਸ਼ ਦੀ ਕਵਿਤਾ ਤੇ ਵੀ ਕਰ ਸਕਦੇ ਹੋ, ਯਾਰ ਤੇਰਾ ਘੋੜੇ ਵਰਗਾ ਵਰਗੀ ਗੀਤ ਇਹਨਾਂ ਤੇ ਵੀ ਕਰ ਸਕਦੇ ਹੋ। ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹ ਤੁਹਾਡੀ ਸੋਚ ਨੇ ਤੈਅ ਕਰਨਾ ਹੈ, ਤੁਹਾਡੇ ਏਜੰਡੇ ਨੇ ਤੈਅ ਕਰਨਾ ਹੈ। ਨਾਟਕ ਦਾ ਮਾਧਿਅਮ ਹੈ, ਤੁਸੀਂ ਇਸ ਮਾਧਿਅਮ ਨੂੰ ਸਪਰੂ ਹਾਊਸ ਨੇ ਆਪਣੇ ਤਰੀਕੇ ਨਾਲ ਵਰਤ ਲਿਆ, ਜਿਹੜਾ ਸਾਡੇ ਰੰਗ ਕਰਮੀ ਨੂੰ ਆਪਣੇ ਤਰੀਕੇ ਨਾਲ ਵਰਤਣਗੇ। ਸੋ ਅਸੀਂ ਕਿਵੇਂ ਵਰਤਣਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਮਾਧਿਅਮ ਹੈ, ਤਕਨੀਕ ਨੂੰ ਕੋਈ ਵੀ ਕਿਤੇ ਵੀ ਵਰਤ ਸਕਦਾ ਹੈ। ਜੀ ਇੱਕ ਹੋਰ ਜਿਹੜੀ ਹੈਗੀ ਆ, ਅਸੀਂ ਗੱਲ ਜਿਹੜੀ ਹੈਗੀ ਆ ਉਹ ਕਰਨੀ ਚਾਹੁੰਦੇ। ਵੈਸੇ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈਗੀ, ਰੰਗਮੰਚ ਵਾਲੇ ਤਾਂ ਖੈਰ ਉਮੀਦ ਵੀ ਨਹੀਂ ਕਰਦੇ ਹੈ ਨਾ। ਤੇ ਜਿਹੜਾ ਨਾਟਕ ਕਰਨਾ ਹੈਗਾ ਉਹ ਆਪਣੇ ਆਪ ਦੇ ਵਿੱਚ ਔਖਾ ਤੇ ਮਹਿੰਗਾ ਸੌਦਾ। ਜੇ ਤੁਸੀਂ ਫ੍ਰੀਲਾਂਸ ਜੇ ਨਾਟਕ ਕਰਦੇ ਆ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਬਹੁਤੀਆਂ ਪੇਸ਼ਕਾਰੀਆਂ ਕਰ ਸਕਦੇ, ਕਿਉਂਕਿ ਸਾਡੇ ਪ੍ਰੋਫੈਸ਼ਨਲ ਨਹੀਂ ਆ। ਅਸੀਂ ਟਿਕਟ ਲਾ ਕੇ ਜਿਹੜਾ ਹੈਗਾ ਦਰਸ਼ਕਾਂ ਨੂੰ ਨਹੀਂ ਦਿਖਾ ਰਹੇ। ਬੇਸ਼ੱਕ ਸਾਡਾ ਇੱਕ ਆਪਣਾ ਜਿਹੜਾ ਸੋਚਣ ਦਾ ਨਜ਼ਰੀਆ ਹੈ ਕਿ ਅਸੀਂ ਜਿਹੜਾ ਰੰਗਮੰਚ ਆ ਉਹ ਲੋਕਾਂ ਲਈ ਕਰ ਰਹੇ ਹਾਂ, ਪਰ ਉਸ ਰੰਗਮੰਚ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੈਸਾ ਬਹੁਤ ਜ਼ਰੂਰੀ ਹੈ। ਤੇ ਜਿਹੜਾ ਹੁਣ ਦਾ ਸਮਾਂ ਜਿਹੜਾ ਹੈਗਾ ਉਹ ਜ਼ਿਆਦਾਤਰ, ਜਿੱਦਾਂ ਤੁਸੀਂ ਅਧਿਆਪਨ ਦੇ ਕਿੱਤੇ ਦੇ ਵਿੱਚੋਂ, ਮੈਂ ਆਪਦੇ ਕਿੱਤੇ ਬਾਰੇ ਡਿਸਕਸ ਨਹੀਂ ਕਰਦਾ ਗਾ ਇੱਥੇ, ਤੇ ਜਿੱਦਾਂ ਅਸੀਂ ਕਿੱਤੇ ਦੇ ਵਿੱਚ ਆ ਕੇ ਜਿਹੜਾ ਹੈਗਾ ਮੈਨੂੰ ਵੀ ਹੁਣ ਹੌਸਲਾ ਹੋਇਆ ਨਾਟਕ ਕਰਨ ਵਿੱਚ ਦੀ। ਮੇਰਾ ਵੀ ਬ੍ਰੇਕ ਰਿਹਾ ਕਿਉਂਕਿ ਫਾਈਨਾਂਸ ਜਿਹੜਾ ਹੈਗਾ ਉਹ ਕਿਸੇ ਤਰੀਕੇ ਨਾਲ ਮੈਨੂੰ ਅਲਾਓ ਨਹੀਂ ਕਰ ਰਿਹਾ ਸੀਗਾ। ਤਾਂ ਇਸ ਤਰੀਕੇ ਦੀ ਜਿਹੜੀ ਸਮੱਸਿਆ ਜਿਹੜੀ ਹੈਗੀ ਆ ਉਹਦੇ ਨਾਲ ਲੜ ਕੇ ਵੀ ਅਸੀਂ ਬੇਸ਼ੱਕ ਅਸੀਂ ਰੰਗਮੰਚ ਕਰ ਰਹੇ ਹਾਂ, ਪਰ ਜੇ ਕਿਸੇ ਨੇ ਅਗਲੀ ਆਉਣ ਵਾਲੀ ਪੀੜ੍ਹੀ ਸਾਨੂੰ ਦੇਖ ਰਹੀ ਆ, ਉਹ ਪਹਿਲਾਂ ਆਪਣਾ ਕਿੱਤੇ ਵੱਲ ਦੇਖੇ ਜਾਂ ਉਹ ਅੱਖਾਂ ਮੀਚ ਕੇ ਉਹ ਨਾਟਕ ਵੱਲ ਦੇਖੇ ਕਿ ਮੈਂ ਨਾਟਕ ਹੀ ਕਰਨੇ। ਇਹ ਮੇਰਾ ਥੋੜਾ ਜਿਹਾ ਸਵਾਲ ਸੀ। ਇਹ ਬਹੁਤ ਵੱਡਾ ਸਵਾਲ ਹੈ। ਦੇਖੋ, ਨਾਟਕ ਦੀ ਇਕਨੋਮੀ ਦਾ ਜਿਹੜਾ ਮਸਲਾ ਹੈ ਨਾ, ਇਹ ਪੰਜਾਬੀ ਨਾਟਕ ਦੇ ਸ਼ੁਰੂ ਤੋਂ ਹੀ ਜੁੜਿਆ ਹੋਇਆ ਮਸਲਾ ਹੈ ਜੀ। ਇਹਦੀਆਂ ਅਲੱਗ-ਅਲੱਗ ਲੇਅਰਸ ਨੇ। ਜਿਹੜਾ ਯੂਥ ਫੈਸਟੀਵਲ ਦਾ ਥੀਏਟਰ ਹੈ, ਇਹਦੇ ਕੋਲੇ ਆਪਣੀ ਇਕਨੋਮੀ ਹੈਗੀ ਹੈ, ਇਹਨੇ ਆਪਣੇ ਤਰੀਕੇ ਨਾਲ ਮੈਨੇਜ ਕਰ ਲੈਣਾ ਹੁੰਦਾ ਹੈ। ਜਿਹੜਾ ਨੁੱਕੜ ਨਾਟਕ ਹੈ, ਇਹਨੂੰ ਘੱਟ ਇਕਨੋਮੀ ਨਾਲ ਸਰ ਜਾਂਦਾ ਹੈ, ਇਸ ਕਰਕੇ ਇਹ ਵੀ ਮੈਨੇਜ ਕਰ ਲੈਂਦਾ ਹੈਗਾ। ਪਰ ਜਿਹੜੇ ਐਮੇਚਿਓਰ ਥੀਏਟਰ ਮੰਡਲੀਆਂ ਨੇ ਜਿਹੜੀਆਂ, ਸਭ ਤੋਂ ਵੱਡਾ ਸੰਕਟ ਉਹਨਾਂ ਤੇ ਹੈ। ਜਿਹੜਾ ਆਡੀਟੋਰੀਅਮਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨਾਟਕ ਹੁੰਦਾ ਹੈ, ਉਹਨੂੰ ਬਹੁਤ ਸਾਰੀਆਂ ਅਕੈਡਮੀਆਂ ਤੇ ਬਹੁਤ ਸਾਰੇ ਅਦਾਰੇ ਸਪਾਂਸਰ ਕਰਦੇ ਨੇ। ਜਿਹੜੀ ਧਾਰਾ ਗੁਰਸ਼ਰਨ ਸਿੰਘ ਹੋਰਾਂ ਵਾਲੀ ਸੀ, ਜਿਹੜੀ ਧਾਰਾ ਔਲਖ ਵਾਲੀ ਸੀ, ਉਸ ਧਾਰਾ ਦੇ ਨਾਟਕਾਂ ਨੂੰ ਸਭ ਤੋਂ ਵੱਡਾ ਖਤਰਾ ਹੈ ਇਸ ਐਂਗਲ ਤੋਂ, ਕਿਉਂਕਿ ਉਹਨਾਂ ਦੀ ਆਰਥਿਕਤਾ ਦੇ ਜਿਹੜੇ ਸੋਮੇ ਸੀ ਉਹ ਪਹਿਲਾਂ ਵੀ ਘੱਟ ਸੀ, ਮੁਕਾਬਲਤਨ ਪਹਿਲਾਂ ਵੀ ਘੱਟ ਸੀ, ਤੇ ਉਹ ਹੁਣ ਹੋਰ ਖੁਰਦੇ ਜਾ ਰਹੇ ਨੇ। ਹਮੇਸ਼ਾ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਨਾ, ਉਹ ਲੋਕਾਂ ਨੂੰ ਮੋਟੀਵੇਟ ਕਰਦੀਆਂ ਨੇ। ਕਿਸੇ ਵੇਲੇ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ ਬਹੁਤ ਮਜ਼ਬੂਤ ਸੀ, ਉਹਦੇ ਵਰਕਰ ਸੀ, ਉਹ ਵਰਕਰ ਮੋਟੀਵੇਟ ਹੁੰਦੇ ਸੀ, ਉਹ 5 ਰੁਪਏ ਇਕੱਠੇ ਕਰਕੇ ਵੀ ਨਾਟਕ ਕਰਵਾ ਲੈਂਦੇ ਸੀ। ਇਸ ਵੇਲੇ ਜਿਹੜਾ ਯੂਥ ਹੈ ਉਹ ਤਾਂ 1.5 GB ਡਾਟੇ ਤੇ ਲੱਗਿਆ ਹੈ। ਉਹਨੂੰ ਤਾਂ ਲੱਗਦਾ ਕਿ ਮੇਰੇ ਵਾਸਤੇ ਜਿਹੜਾ ਫੇਸਬੁੱਕ ਦਾ ਜਿਹੜਾ ਵਰਚੁਅਲ ਵਰਲਡ ਹੈ ਇਹੀ ਵੱਡੀ ਚੀਜ਼ ਹੈ, ਮੈਂ ਤਾਂ ਇਸੇ ਨਾਲ ਹੀ ਸਮਝੂਗਾ। ਤਾਂ ਉੱਥੇ ਫਿਰ ਪਿੰਡਾਂ ਦੇ ਵਿੱਚ ਨਾਟਕ ਦੀ ਮੈਨੇਜਮੈਂਟ ਕਿਵੇਂ ਹੋਊਗੀ, ਇਹ ਇੱਕ ਵੱਡਾ ਸਵਾਲ ਹੈ। ਦੇਖੋ, ਜਿਹੜਾ ਸਰਕਾਰਾਂ ਦਾ ਮਸਲਾ ਨਾ, ਮੈਂ ਘੱਟੋ ਘੱਟ ਇੱਥੇ ਤੁਹਾਡੇ ਨਾਲ ਥੋੜਾ ਜਿਹਾ ਡਿਫਰ ਕਰਦਾ। ਸਰਕਾਰਾਂ ਦਾ ਏਜੰਡਾ ਤਾਂ ਫਿਰ ਸਿਹਤ ਵੀ ਨਹੀਂ ਹੈਗਾ, ਸਰਕਾਰਾਂ ਦਾ ਏਜੰਡਾ ਤਾਂ ਹਸਪਤਾਲ ਵੀ ਨਹੀਂ ਹੈਗੀ, ਸਰਕਾਰਾਂ ਦਾ ਏਜੰਡਾ ਤਾਂ ਸਕੂਲ ਵੀ ਨਹੀਂ ਹੈਗਾ। ਸਰਕਾਰਾਂ ਨੂੰ ਮਜਬੂਰ ਕਰਨਾ ਪਊਗਾ, ਥੀਏਟਰ ਸਰਕਾਰ ਦਾ ਏਜੰਡਾ ਹੋਣੇ ਚਾਹੀਦੇ ਨੇ, ਇੱਥੇ ਵੀ ਮੂਵਮੈਂਟ ਹੋਣੀ ਚਾਹੀਦੀ ਹੈ। ਸ਼ੀਲਾ ਭਾਟੀਆ ਨੇ ਨਾ ਬਹੁਤ ਸਾਲ ਪਹਿਲਾਂ ਇੱਕ ਗੱਲ ਕਹੀ ਸੀ ਕਿ ਮੈਂ ਇਹ ਚਾਹੁੰਦੀ ਸੀ ਕਿ NSD ਵਰਗੀਆਂ ਸੰਸਥਾਵਾਂ ਸਰਕਾਰ
ਸਰਕਾਰ ਨੂੰ ਇਹ ਕਹਿਣ ਕਿ ਜੇ ਤੁਸੀਂ ਇੱਕ ਸ਼ਹਿਰ ਦੇ ਵਿੱਚ ਇੱਕ ਪੂਰੀ ਕਲੋਨੀ ਦਾ ਨਕਸ਼ਾ ਕੱਟਦੇ ਹੋ ਨਾ, ਤਾਂ ਉਸ ਨਕਸ਼ੇ ਦੇ ਵਿੱਚ ਪਾਰਕ ਹੋਣਾ ਚਾਹੀਦਾ, ਜੇ ਸਕੂਲ ਹੋਣਾ ਚਾਹੀਦਾ, ਤਾਂ ਉਹਦੇ ਵਿੱਚ ਇੱਕ ਥੀਏਟਰ ਹਾਲ ਵੀ ਹੋਣਾ ਚਾਹੀਦਾ। ਜੇ ਹਰ ਲੋਕੈਲਿਟੀ ਦੇ ਵਿੱਚ ਥੀਏਟਰ ਹਾਲ ਹੋਣ ਤਾਂ ਸਾਨੂੰ ਨਾਟਕ ਕਰਨਾ ਬਹੁਤ ਸੌਖਾ ਹੋ ਜੇ। ਸੋ ਅਸੀਂ ਇਸ ਗੱਲ ਨੂੰ ਛੱਡ ਦਈਏ ਕਿ ਅਸੀਂ ਸਰਕਾਰਾਂ ਨੂੰ ਨਹੀਂ ਕਹਿਣਾ। ਅਸੀਂ ਕਿਉਂ ਨਹੀਂ ਕਹਿਣਾ ਹੈਗਾ? ਸਰਕਾਰਾਂ ਕੋਈ ਸਾਡੇ ਖਰਾਬ ਥੋੜੀ ਦੇ ਰਹੀਆਂ ਨੇ ਸਾਨੂੰ, ਸਰਕਾਰਾਂ ਸਾਡੇ ਪੈਸੇ ਨਾਲ ਚੱਲਦੀਆਂ ਨੇ। ਅਸੀਂ ਕਹਿੰਦੇ ਹਾਂ ਕਿ ਸਰਕਾਰ ਸਾਨੂੰ ਸੇਧ ਦੇਵੇ, ਸਰਕਾਰ ਸਾਨੂੰ ਸਿੱਖਿਆ ਦੇਵੇ, ਸਰਕਾਰ ਸਾਨੂੰ ਥੀਏਟਰ ਹਾਲ ਬਣਾ ਕੇ ਦੇਵੇ ਜਿੱਥੇ ਅਸੀਂ ਨਾਟਕ ਕਰ ਸਕੀਏ। ਜੇ ਥੀਏਟਰ ਹਾਲ ਹੋਣ ਪ੍ਰੋਪਰ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ, ਬਹੁਤ ਸਾਰੇ ਨਾਟਕ ਹੋਣ ਲੱਗ ਜਾਣਗੇ। ਸਾਨੂੰ ਤਾਂ ਸਟੇਜਾਂ ਵੀ ਆਪ ਲਾਉਣੀਆਂ ਪੈਂਦੀਆਂ ਨੇ, ਸਾਨੂੰ ਤਾਂ ਦਰਸ਼ਕ ਵੀ ਆਪ ਇਕੱਠੇ ਕਰਨੇ ਪੈਂਦੇ ਨੇ, ਸਾਨੂੰ ਤਾਂ ਸਾਊਂਡ ਸਿਸਟਮ ਵਾਲਾ ਵੀ 15,000 ਦੇ ਵਿੱਚ ਕਰਨਾ ਪੈਂਦਾ ਹੈ। ਲਾਈਟਿੰਗ ਸਿਸਟਮ ਦਾ ਤਾਂ ਪਿੰਡਾਂ ਦੇ ਵਿੱਚ ਕੋਈ ਸੰਬੰਧ ਹੀ ਨਹੀਂ ਹੈਗਾ ਉੱਥੋਂ ਦੇ ਥੀਏਟਰ ਨਾਲ। ਸੋ ਇਹ ਸਾਰਾ ਕੁਝ ਆਪਾਂ ਨੂੰ ਕਰਨਾ ਪੈਣਾ ਹੈ। ਇਹ ਆਉਣ ਵਾਲੇ ਸਮੇਂ ਦੇ ਨਾਟਕ ਤੇ ਥੀਏਟਰ ਦੇ ਏਜੰਡੇ ਹੋਣਗੇ। ਸਰਕਾਰਾਂ ਨੂੰ ਵੀ ਮਜਬੂਰ ਕੀਤਾ ਜਾਵੇ ਤੇ ਪਿੰਡਾਂ ਦੇ ਵਿੱਚ ਜਿਹੜੀ ਉਹ ਮੂਵਮੈਂਟ ਹੈ ਕਿਤੇ ਨਾ ਕਿਤੇ ਦੁਬਾਰੇ ਬਣੇ। ਤੇ ਜਿਹੜੇ ਲੋਕ ਜੁੜੇ ਹੋਏ ਨੇ 1.5 GB ਡਾਟੇ ਨਾਲ ਤੇ ਹੋਰ, ਇਹਨਾਂ ਨੂੰ ਮੋਟੀਵੇਟ ਕਰਕੇ ਦੂਜੇ ਪਾਸੇ ਲਿਆਂਦਾ ਜਾਵੇ ਤਾਂ ਕਿ ਨਾਟਕ ਦੀ ਜਿਹੜੀ ਇਕਨੋਮਿਕਸ ਹੈ, ਨਾਟਕ ਦੀ ਜਿਹੜੀ ਆਰਥਿਕਤਾ ਉਹ ਮਜ਼ਬੂਤ ਹੋ। ਜੀ ਬਿਲਕੁਲ। ਜੇ ਅਸੀਂ ਯੂਥ ਨੂੰ ਜਿਹੜਾ ਹੈਗਾ ਉਹ ਬਿਲਕੁਲ ਵੀ ਜਿਹੜਾ ਹੈਗਾ ਉਹ ਇਸ ਤੇ ਵੀ ਨਹੀਂ ਕਰ ਸਕਦੇ ਕਿ ਉਹ 1.5 GB ਡਾਟੇ ਤੇ ਉਹਦੇ ਸੋਹਜ ਸਵਾਦ ਲਈ, ਉਹਦੀ ਐਸਥੈਟਿਕ ਲਈ ਬਹੁਤੀਆਂ ਜਿਹੜੀਆਂ ਸੰਭਾਵਨਾਵਾਂ ਬਾਕੀ ਬਚਦੀਆਂ ਵੀ ਨਹੀਂ। ਅਸੀਂ ਉਹਨੂੰ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਦੋਸ਼ ਨਹੀਂ ਦੇ ਸਕਦੇ, ਪਰ ਫਿਰ ਵੀ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਚਾਹੇ ਇਸ ਜਿਹੜੀ ਹੈਗੀ ਆ 6 ਇੰਚ ਦੀ ਸਕਰੀਨ ਰਾਹੀਂ ਹੀ ਅਸੀਂ ਉਸ ਯੂਥ ਵੱਲ ਪਹੁੰਚ ਰਹੇ ਹਾਂ, ਉਸੇ ਹੀ ਡਾਟੇ ਨਾਲ ਪਹੁੰਚ ਰਹੇ ਹਾਂ। ਤੇ ਬੜਾ ਸੋਹਣਾ ਜਿਹੜਾ ਹੈਗਾ ਇਹ ਸਾਡੇ ਵੱਲੋਂ ਜਿਹੜੀ ਹੈਗੀ ਆ ਵਧਾਈ ਦੇ ਪਾਤਰ ਨੇ ਗੁਰਵਿੰਦਰ ਜੀ, ਵੀ ਮੰਚ, ਬੋਹੇਮੀਅਨ ਥੀਏਟਰਸ, ਸਾਰੇ ਵਧਾਈ ਦੇ ਪਾਤਰ ਨੇ ਜੋ ਇਹਨਾਂ ਨੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਜਾਂ ਹੁਣ ਤੱਕ ਜੋ ਸਾਡੀਆਂ ਪੇਸ਼ਕਾਰੀਆਂ ਹੋਈਆਂ ਨੇ ਜਾਂ ਆਉਣ ਵਾਲੇ ਨੇ ਉਹਨਾਂ ਨੂੰ ਜਿਹੜੀ ਇਸ ਵਰਚੁਅਲ ਸਪੇਸ ਦੇ ਵਿੱਚ ਜਗ੍ਹਾ ਦਿੱਤੀ। ਇਹ ਜਿਹੜੀ ਡਾਕੂਮੈਂਟੇਸ਼ਨ ਹੈ ਬਹੁਤ ਜ਼ਰੂਰੀ ਸੀ। ਜੀ। ਇਸ ਜਿਹੜੀ ਡਿਜੀਟਲ ਦੁਨੀਆ ਦੇ ਵਿੱਚ ਜਿਹੜੀ ਰੰਗਮੰਚ ਦੀ ਡਾਕੂਮੈਂਟੇਸ਼ਨ ਜਿਹੜੀ ਹੈਗੀ ਉਹ ਨਾ ਬਰਾਬਰ ਹੈ, ਚਾਹੇ ਵਿਜ਼ੂਅਲ ਆਰਟ ਆ ਚਾਹੇ ਲਾਈਵ ਆਰਟ ਆ, ਪਰ ਜਿਹੜੀ ਡਾਕੂਮੈਂਟੇਸ਼ਨ ਆ ਕਿਤੇ ਉਹਦੇ ਜਿਹੜੇ ਹੈਗੇ ਆ ਨਿਸ਼ਾਨ ਹੋਣੇ ਬਹੁਤ ਜ਼ਰੂਰੀ, ਤਾਂ ਕਿ ਜੇ ਕੋਈ ਯੂਥ ਦੇਖ ਰਿਹਾ ਕਿਸੇ ਤਰੀਕੇ ਨਾਲ ਉਹਦੇ ਤੱਕ ਪਹੁੰਚ ਹੁੰਦੀ ਆ, ਯੂਥ ਦੇਖ ਰਿਹਾ ਤਾਂ ਉਹਨੂੰ ਪਤਾ ਲੱਗੇ ਕਿ ਰੰਗਮੰਚ ਵੀ ਜਿਹੜਾ ਹੈਗਾ ਉਹ ਇੱਕ ਸਾਧਨ ਹੈ ਲੋਕਾਂ ਦੀ ਗੱਲ ਕਰਨ ਦਾ ਜਾਂ ਉਹਦੀ ਗੱਲ ਕਰਨ ਦਾ। ਬੇਸ਼ੱਕ ਉਹ ਵੀ ਸਮਾਜ ਦਾ ਇੱਕ ਹਿੱਸਾ ਉਹਦੀ ਗੱਲ ਕਰਨ ਦਾ ਤੇ ਉਹਦੇ ਵੱਲ ਖਿੱਚਿਆ ਆਵੇ। ਬੜਾ ਸੋਹਣਾ ਜਿਹੜਾ ਹੈਗਾ ਇਹ ਚਰਚਾ ਦਾ ਦੌਰ ਚੱਲਿਆ, ਤੁਹਾਡੀ ਪੇਸ਼ਕਾਰੀ ਕਮਾਲ ਦੀ ਸੀ ਤੇ ਅਸੀਂ ਆਪਦੇ ਦਰਸ਼ਕਾਂ ਦਾ ਜਿਹੜਾ ਹੈਗਾ ਉਹ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਉਹ ਇੰਨਾ ਕੀਮਤੀ ਜਿਹੜਾ ਹੈਗਾ ਸਮਾਂ ਦਿੱਤਾ ਇਸ ਦੌਰ ਦੇ ਵਿੱਚ ਜਿਹੜਾ ਹੈਗਾ। ਤੇ ਤੁਹਾਡਾ ਜਿਹੜਾ ਹੈਗਾ ਉਹ ਵੀ ਧੰਨਵਾਦ ਜਿਹੜਾ ਇੰਨੀ ਵਧੀਆ ਪੇਸ਼ਕਾਰੀ ਦੇ ਨਾਲ। ਤੇ ਜੋ ਚਰਚਾ ਜਿਹੜੀ ਹੈਗੀ ਹੈ ਮੇਰੇ ਖਿਆਲ ਦੇ ਵਿੱਚ ਮੇਰੇ ਵਰਗੇ ਜਿਹੜੇ ਹੈਗੇ ਨੌਸਿੱਖੇ ਬੰਦੇ ਨੂੰ ਜਾਂ ਜਿਹੜੇ ਤੁਹਾਨੂੰ ਦੇਖ ਰਹੇ ਨੇ ਅੱਗੇ ਯੰਗਸਟਰ ਜਿਨ੍ਹਾਂ ਨੇ ਥੀਏਟਰ ਕਰਨਾ ਹੈਗਾ, ਉਹਨਾਂ ਨੂੰ ਬੜਾ ਕੁਛ ਜਿਹੜਾ ਹੈਗਾ ਉਹ ਸਿੱਖਣ ਲਈ ਜਾਂ ਉਹਨਾਂ ਦੀ ਚਰਚਾ ਲਈ ਜਾਂ ਉਹਨਾਂ ਦੇ ਗੱਲਬਾਤ ਕਰਨ ਲਈ ਜਿਹੜੀ ਹੈਗੀਆਂ ਗੱਲਾਂ ਜਿਹੜਾ ਹੈਗਾ ਉਹ ਹੋਈਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉਹ ਰੰਗਮੰਚ ਦੇ ਜਿਹੜਾ ਵਿਹੜੇ ਵਿੱਚ ਚਮਕਦੇ ਰਹੋ, ਇਸੇ ਤਰੀਕੇ ਨਾਲ ਇਸੇ ਤਰੀਕੇ ਦੀਆਂ ਪੇਸ਼ਕਾਰੀਆਂ ਦਿੰਦੇ ਰਹੋ, ਲਿਖਦੇ ਰਹੋ, ਸਿਹਤਯਾਬ ਰਹੋ, ਤੰਦਰੁਸਤ ਰਹੋ। ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ, ਖਾਸ ਤੌਰ ਤੇ ਤੁਹਾਡਾ, ਵੀ ਮੰਚ ਦਾ, ਗੁਰਵਿੰਦਰ ਹੋਰਾਂ ਦਾ। ਤੁਸੀਂ ਇੱਕ ਵਰਚੁਅਲ ਪਲੇਟਫਾਰਮ ਦੇ ਉੱਤੋਂ ਗੱਲ ਕਹਿਣ ਦਾ ਮੌਕਾ ਦਿੱਤਾ ਹੈ। ਗੱਲ ਤਾਂ ਲੋਕਾਂ ਤੱਕ ਹੀ ਜਾਣੀ ਹੈ, ਇਸ ਪਲੇਟਫਾਰਮ ਤੱਕ ਚਲੇਗੀ ਉਹ ਵੀ ਵਧੀਆ ਹੈ। ਜੇ ਲਾਈਵ ਨਹੀਂ ਹੋ ਰਹੀ ਤਾਂ ਇਹਦੇ ਨਾਲ। ਥੈਂਕ ਯੂ ਜੀ ਸਰ, ਥੈਂਕ ਯੂ। ਜੀ ਅੱਜ ਦੀ ਜਿਹੜੀ ਹੈਗੀ ਆ ਚਰਚਾ ਉਹ ਅਸੀਂ ਇੱਥੇ ਸਮੇਟਦੇ ਹਾਂ। ਬੜੀ ਸੋਹਣੀ ਚਰਚਾ ਰਹੀ, ਉਨੀ ਹੀ ਵਧੀਆ ਪੇਸ਼ਕਾਰੀ ਸੀ ਤੇ ਧੰਨਵਾਦ ਸਤੀਸ਼ ਵਰਮਾ ਜੀ ਦਾ, ਸਾਡੇ ਵੱਡ ਵਡੇਰੇ ਨਾਟਕ ਦੇ। ਉਹਨਾਂ ਨੇ ਸੁਨਹਿਰੀ ਬੋਲ ਜਿਹੜੇ ਉਹਨਾਂ ਨਾਲ ਸਾਡਾ ਹੌਸਲਾ ਵਧਾਇਆ। ਤੇ ਕੱਲ ਦਾ ਜੋ ਸਾਡਾ ਪ੍ਰੋਗਰਾਮ ਹੈਗਾ ਉਹਦੇ ਬਾਰੇ ਵੀ ਅਸੀਂ ਥੋੜੀ ਜਿਹੀ ਜਾਣ ਤੋਂ ਪਹਿਲਾਂ ਜਿਹੜੀ ਹੈਗੀ ਆ ਉਹ ਚਰਚਾ ਕਰ ਲਈਏ। ਕੱਲ ਨੂੰ ਸਾਡੇ ਜਿਹੜੇ ਸੁਨਹਿਰੀ ਬੋਲ ਲੈ ਕੇ ਆ ਰਹੇ ਨੇ ਉਹ ਪਾਲੀ ਭੁਪਿੰਦਰ ਜੀ ਆ ਰਹੇ ਨੇ। ਪੰਜਾਬੀ ਜਿਹੜੀ ਨਾਟਕ ਦੀ ਨਾਮਵਾਰ ਹਸਤੀ ਨੇ, ਬਹੁਤ ਹੀ ਜਿਹੜਾ ਹੈਗਾ ਉਹਨਾਂ ਦਾ ਨਾਮ ਆ ਪੰਜਾਬੀ ਨਾਟਕ ਦੇ ਵਿੱਚ, ਫਿਲਮਾਂ ਦੇ ਵਿੱਚ ਵੀ।
ਉਸ ਤੋਂ ਬਾਅਦ ਜਿਹੜੇ ਹੈਗੇ ਜਸਕਰਨ ਜੀ ਨੇ ਕੈਨੇਡਾ ਤੋਂ, ਉਹ ਆਪਣੀ ਜਿਹੜੀ ਹੈਗੀ ਹੈ ਪੇਸ਼ਕਾਰੀ ਲੈ ਕੇ ਜਿਹੜਾ ਹੈਗਾ ਸਾਡੇ ਇਸ ਵੀ ਮੰਚ ਉੱਤੇ ਪ੍ਰਸਤੁਤ ਹੋਣਗੇ। ਤੇ ਮੈਂ ਅੱਜ ਜਿਹੜੇ ਸਾਡੇ ਨਾਲ ਜੋ ਦਰਸ਼ਕ ਜੁੜੇ ਸੀਗੇ, ਉਹਨਾਂ ਦਾ ਇੱਕ ਵਾਰ ਫਿਰ ਜਿਹੜਾ ਹੈਗਾ ਉਹ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ। ਨਾਲ ਦੀ ਨਾਲ ਜਿਹੜੇ ਹੈਗੇ ਆ ਵਿਚਾਰ ਚਰਚਾ ਦੇ ਵਿੱਚ ਜਿਹੜਾ ਹੈਗਾ ਇਨਵੋਲਵ ਹੋਏ, ਲਗਾਤਾਰ ਜਿਹੜੀ ਹੈਗੀ ਆ ਕਮੈਂਟ ਕਰਦੇ ਰਹੇ, ਉਹਨਾਂ ਦਾ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ, ਅਸੀਂ ਕੱਲ ਦੇ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਦੱਸ ਦਿੱਤਾ ਹੈਗਾ, 9:36 ਟਾਈਮ ਹੋ ਰਿਹਾ, ਤੇ ਕੱਲ ਜਿਹੜਾ ਹੈਗਾ ਠੀਕ 8 ਵਜੇ ਜਿਹੜਾ ਹੈਗਾ ਸਾਡਾ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਹੈਗਾ, ਅਗਲੀ ਪੇਸ਼ਕਾਰੀ ਤੇ ਸੁਨਹਿਰੀ ਬੋਲ ਤੇ ਜਿਹੜੀ ਚਰਚਾ ਹੈਗੀ ਉਹ ਲੈ ਕੇ ਅਸੀਂ ਠੀਕ 8 ਵਜੇ ਜਿਹੜਾ ਹੈਗਾ ਉਹ ਪੇਸ਼ ਹੋਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ, ਦੀ ਮੰਚ ਦਾ, ਦਰਸ਼ਕਾਂ ਦਾ। ਜਾਂਦੇ ਜਾਂਦੇ ਜਿਹੜਾ ਹੈਗਾ ਹੁਣ ਅਸੀਂ ਇੱਕ ਰੰਗਮੰਚ ਦਾ ਜਿਹੜਾ ਗੀਤ ਹੈਗਾ ਉਹਦੇ ਨਾਲ ਅਸੀਂ ਵਿਦਾ ਲਵਾਂਗੇ। ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ। ਗੁੱਡ ਨਾਈਟ, sayonara। ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ। ਕੱਚੀ ਉਮਰੇ ਪੱਕੀ ਸਰਦਲ, ਲੰਘ ਨਾ ਜਾਵੀਂ ਕੁੜੀਏ, ਸਿਰ ਤੋਂ ਲਾ ਕੇ ਚੁੰਨੀ ਕਿੱਲੇ, ਟੰਗ ਨਾ ਜਾਵੀਂ ਕੁੜੀਏ। ਜਿਸਮ ਤੇਰੇ ਨੂੰ ਲੀਰਾਂ ਕਰਕੇ ਜਾਨੋਂ ਦੇਣਗੇ ਮਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ। ਹਾਲੇ ਤਾਂ ਤੂੰ ਬੋਟ ਜਹੀਏ, ਖੰਭ ਨੀ ਨਿਕਲੇ ਤੇਰੇ, ਕਾਂ ਬੈਠੇ ਨੇ ਟਾਕਾਂ ਲਾ ਕੇ, ਆ ਨਾ ਜਾਈਂ ਬਨੇਰੇ। ਜਿਸਮ ਤੇਰੇ ਨੂੰ ਲੀਰਾਂ ਕਰਕੇ ਜਾਨੋਂ ਦੇਣਗੇ ਮਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ ਦੇ ਆਰ ਪਾਰ, ਸਰਦਲ